एवरीवन आई एम निकिता। ਅੱਜ ਆਪਾਂ ਡਿਸਕਸ ਕਰਨ ਵਾਲੇ ਹਾਂ ਯੂਨਿਟ 2 ਸੈਂਸੇਸ਼ਨ ਐਂਡ ਪਰਸੈਪਸ਼ਨ ਜੋ ਕਿ ਬਲੌਕ 2 ਦਾ ਪਾਰਟ ਹੈ ਪਰਸੈਪਸ਼ਨ ਲਰਨਿੰਗ ਐਂਡ ਮੈਮਰੀ ਦਾ। ਸੋ ਵਾਟ ਇਜ਼ ਸੈਂਸੇਸ਼ਨ ਐਂਡ ਵਾਟ ਇਜ਼ ਪਰਸੈਪਸ਼ਨ। ਸੈਂਸੇਸ਼ਨ ਆਪਣੇ ਜਿਹੜੇ ਮਨੁੱਖੀ ਇੰਦਰੀਆਂ ਹੁੰਦੀਆਂ ਹਨ ਉਸ ਨੂੰ ਸੈਂਸੇਸ਼ਨ ਕਿਹਾ ਜਾਂਦਾ ਹੈ, ਜਿਵੇਂ ਅੱਖਾਂ, ਕੰਨ, ਨੱਕ, ਜੀਭ ਅਤੇ ਚਮੜੀ। ਜੇ ਆਪਾਂ ਇਸ ਚੀਜ਼ ਨੂੰ ਨੋਟਿਸ ਕਰੀਏ ਤਾਂ ਜਿੰਨੇ ਵੀ ਆਪਣੇ ਸੈਂਸੇਸ਼ਨਸ ਹੁੰਦੀਆਂ ਹਨ ਉਹ ਆਪਣੇ ਫੇਸ ਤੇ ਹੀ ਹੁੰਦੀਆਂ ਨੇ, ਜਿਵੇਂ ਆਈਜ਼, ਨੋਜ਼, ਈਅਰ, ਟੰਗ ਐਂਡ ਸਕਿਨ। ਇਹ ਸਾਰੇ ਆਪਣੇ ਫੇਸ ਦੇ ਵਿੱਚ ਹੀ ਮੌਜੂਦ ਹੁੰਦੇ ਹਨ ਤੇ ਇਹਨਾਂ ਦਾ ਡਾਇਰੈਕਟ ਲਿੰਕ ਆਪਣੇ ਬ੍ਰੇਨ ਦੇ ਨਾਲ ਹੁੰਦਾ ਹੈ, ਕਿਉਂਕਿ ਅੱਖਾਂ ਦੀਆਂ, ਕੰਨਾਂ ਦੀਆਂ, ਜੀਭ ਦੀਆਂ, ਨੱਕ ਅਤੇ ਚਮੜੀ, ਇਹ ਸਾਰਿਆਂ ਦੇ ਜਿੰਨੇ ਵੀ ਨਰਵ ਆਰਗਨਸ ਹੁੰਦੇ, ਇਹ ਸਾਰੇ ਆਰਗਨਸ ਦੇ ਜਿਹੜੇ ਨਰਵਸ ਹੁੰਦੇ ਹਨ ਇਹਨਾਂ ਦੀ ਐਂਡਿੰਗ ਸਾਰੀ ਬ੍ਰੇਨ ਦੇ ਨਾਲ ਜੁੜੀ ਹੋਈ ਹੁੰਦੀ ਹੈ ਤੇ ਇਸ ਦੇ ਥਰੂ ਆਪਣਾ ਜਿਹੜਾ ਬ੍ਰੇਨ ਹੈ ਉਹ ਐਕਟੀਵੇਟ ਰਹਿੰਦਾ ਹੈ ਤੇ ਆਪਾਂ ਨੂੰ ਆਪਣੇ ਇਹਨਾਂ ਸੈਂਸੇਸ਼ਨਸ ਦੇ ਥਰੂ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਰਹਿੰਦੀ ਹੈ ਤੇ ਉਸ ਦੇ ਬਿਹੇਵੀਅਰ ਤੋਂ ਆਪਾਂ ਆਪਣਾ ਜੋ ਵੀ ਆਪਾਂ ਆਊਟਪੁੱਟ ਦਿੰਦੇ ਆ ਉਹ ਆਪਣੇ ਆਰਗਨਸ ਦੇ ਥਰੂ ਆਪਣੀ ਇਨਫੋਰਮੇਸ਼ਨ ਕਲੈਕਟ ਕਰਨ ਤੋਂ ਬਾਅਦ ਹੀ ਆਪਾਂ ਬਿਹੇਵ ਕਰ ਪਾਉਂਦੇ ਹਾਂ। ਜਿਵੇਂ ਆਪਣੀਆਂ ਅੱਖਾਂ, ਆਪਣੇ ਕੰਨ, ਨੱਕ, ਜੀਭ ਅਤੇ ਚਮੜੀ, ਇਹ ਪੰਜ ਜਿਹੜੇ ਸੈਂਸਰੀ ਆਰਗਨਸ ਨੇ ਇਹ ਆਪਣੇ ਲਈ ਬਹੁਤ ਮਹੱਤਵਪੂਰਨ ਰੋਲ ਪਲੇ ਕਰਦੀਆਂ ਆਪਣੀ ਲਾਈਫ ਦੇ ਵਿੱਚ, ਕਿਉਂਕਿ ਜੇ ਕੋਈ ਵੀ ਅੰਗ ਆਪਣਾ ਸਹੀ ਵਰਕ ਨਾ ਕਰ ਰਿਹਾ ਹੋਵੇ ਤਾਂ ਆਪਣੀ ਜਿਹੜੀ ਇਨਫੋਰਮੇਸ਼ਨ ਕਲੈਕਟ ਕਰਨ ਦੀ ਜਿਹੜੀ ਪਾਵਰ ਹੈ ਉਹ ਲੋ ਹੋ ਸਕਦੀ ਹੈ। ਜਿਵੇਂ ਕਿ ਆਪਣੀਆਂ ਅੱਖਾਂ ਹਨ, ਆਪਣੀ ਆਈਜ਼, ਜਿਵੇਂ ਦੋ ਅੱਖਾਂ ਹੋਣ ਦੇ ਨਾਲ ਇੱਕ ਮੋਨੋਕਿਊਲਰ ਤੇ ਬਾਇਨੋਕਿਊਲਰ ਵੇ ਦੇ ਵਿੱਚ ਦੇਖ ਪਾਉਂਦੀ ਹੈ। ਮੋਨੋਕਿਊਲਰ ਜਦੋਂ ਆਪਾਂ ਕਿਸੇ ਇੱਕ ਅੱਖ ਦੇ ਨਾਲ ਦੇਖ ਪਾਉਂਦੇ ਹਾਂ ਤੇ ਬਾਇਨੋਕਿਊਲਰ ਜਦੋਂ ਆਪਾਂ ਦੋਨੋਂ ਅੱਖਾਂ ਦੇ ਨਾਲ ਯੂਜ਼ ਕਰਕੇ ਆਪਾਂ ਕੋਈ ਨਾ ਕੋਈ ਆਪਣੇ ਆਸ-ਪਾਸ ਹੁੰਦੀ ਵਾਤਾਵਰਣ ਦੇ ਵਿੱਚ ਕੋਈ ਵੀ ਚੀਜ਼ ਨੂੰ ਪ੍ਰੋਸੈਸ ਕਰ ਪਾਏ, ਕਿਉਂਕਿ ਆਪਣੀ ਦੋਨੋਂ ਅੱਖਾਂ ਦੇ ਵਿੱਚ ਜਿਹੜਾ ਇਹ ਗੈਪ ਹੈ ਇਸ ਵਜ੍ਹਾ ਕਰਕੇ ਆਪਾਂ 180 ਡਿਗਰੀ ਦੇ ਨਾਲ ਆਪਾਂ ਆਸ-ਪਾਸ ਦੀਆਂ ਚੀਜ਼ਾਂ ਦੇਖ ਪਾਉਂਦੇ ਹਾਂ। 90 ਡਿਗਰੀ ਤੱਕ ਆਪਣਾ ਰਾਈਟ ਆਈ ਦੇਖ ਪਾਉਂਦੀ ਹੈ ਤੇ ਉਸ ਤੋਂ 90 ਤੋਂ ਲੈ ਕੇ 180 ਡਿਗਰੀਜ਼ ਤੱਕ ਆਪਣਾ ਜੋ ਲੈਫਟ ਆਈ ਹੈ ਉਹ ਚੀਜ਼ ਨੂੰ ਪ੍ਰੋਡਿਊਸ ਕਰ ਪਾਉਂਦਾ ਹੈ, ਪ੍ਰੋਸੈਸ ਕਰ ਪਾਉਂਦਾ ਹੈ ਤੇ ਉਹ ਇਨਫੋਰਮੇਸ਼ਨ ਨੂੰ ਅੰਦਰ ਲੈ ਕੇ ਜਾਣ ਦੇ ਲਈ ਹੈਲਪਫੁਲ ਰਹਿੰਦਾ ਹੈ। ਤੇ ਦੋਨੋਂ ਅੱਖਾਂ ਜਦੋਂ ਇਕੱਠੀਆਂ ਵਰਕ ਕਰਦੀਆਂ ਹਨ ਤਾਂ 180 ਡਿਗਰੀ ਦੇ ਨਾਲ ਆਪਾਂ ਰਾਈਟ ਤੋਂ ਲੈ ਕੇ ਸੈਂਟਰ ਤੋਂ ਲੈ ਕੇ ਤੇ ਫਿਰ ਆਪਣੇ ਲੈਫਟ ਸਾਈਡ ਤੱਕ ਆਪਣੀ ਸਾਰੀ ਇਨਫੋਰਮੇਸ਼ਨ ਨੂੰ ਇੱਕੋ ਹੀ ਵਾਰ ਦੇ ਵਿੱਚ ਨੋਟਿਸ ਕਰ ਪਾਉਂਦਾ ਹੈ। ਤੇ ਜਿਹੜੀਆਂ ਆਪਣੀਆਂ ਅੱਖਾਂ ਨੇ ਦੋਨਾਂ ਦਾ ਜਿਹੜਾ 6.5 ਮੀਟਰਸ ਦਾ ਗੈਪ ਹੁੰਦਾ ਹੈ, ਇਸ ਕਰਕੇ ਇਹ ਦੋਨੋਂ ਤਰੀਕਾ ਆਪਣਾ ਅਲੱਗ-ਅਲੱਗ ਯੂਜ਼ ਕਰਦੇ ਹਨ ਕਿਸੇ ਵੀ ਚੀਜ਼ ਨੂੰ ਦੇਖਣ ਦਾ। ਦੋਨਾਂ ਦਾ ਡਾਇਗਨਲ ਵੇ ਰਹਿੰਦਾ ਹੈ ਦੇਖਣ ਦਾ। ਰਾਈਟ ਦਾ ਡਾਇਗਨਲ ਰਹਿੰਦਾ ਹੈ ਲੈਫਟ ਤੱਕ ਤੇ ਹਾਫ ਪੁਆਇੰਟ ਤੱਕ ਦੇਖਣਾ, ਤੇ ਜਿਹੜੀ ਆਪਣੀ ਲੈਫਟ ਆਈ ਹੈ ਉਹ ਆਪਣੇ ਲੈਫਟ ਆਈ ਤੋਂ ਲੈ ਕੇ ਰਾਈਟ ਆਈ ਦੇ ਡਾਇਗਨਲ ਤੱਕ ਦੇਖ ਪਾਉਂਦੀ ਹੈ। ਜੇ ਆਪਾਂ ਇੱਕ ਅੱਖ ਨੂੰ ਬੰਦ ਕਰਕੇ ਦੇਖੀਏ ਤਾਂ ਆਪਾਂ ਸਟਿਲ ਥੋੜਾ ਜਿਹਾ ਲੈਫਟ ਸਾਈਡ ਦਾ ਦੇਖ ਪਾਉਂਦੇ ਹਾਂ ਤੇ ਉਦਾਂ ਹੀ ਵਾਈਸ ਵਰਸਾ ਚੱਲਦਾ ਹੈ ਆਪਣੇ ਲੈਫਟ ਆਈ ਦੇ ਨਾਲ। ਐਂਡ ਜਦੋਂ ਇਹ ਦੋਨੋਂ ਅੱਖਾਂ ਕੰਮ ਕਰਦੀਆਂ ਤਾਂ ਉਸ ਨੂੰ ਬਾਇਨੋਕਿਊਲਰ ਕਿਊਜ਼ ਕਿਹਾ ਜਾਂਦਾ ਹੈ, ਜਦੋਂ ਆਪਾਂ ਕਿਸੇ ਇੱਕ ਚੀਜ਼ ਨੂੰ ਪ੍ਰੋਸੈਸ ਕਰਨ ਦੇ ਲਈ ਆਪਾਂ ਆਪਣੇ ਦੋਨੋਂ ਅੱਖਾਂ ਦਾ ਜਦੋਂ ਆਪਾਂ ਵਰਤੋਂ ਕਰਦੇ ਹਾਂ। ਆਪਣੀਆਂ ਅੱਖਾਂ ਬਹੁਤ ਜ਼ਿਆਦਾ ਮਹੱਤਵਪੂਰਨ ਪਾਰਟ ਇਸ ਕਰਕੇ ਵੀ ਪਲੇ ਕਰਦੀਆਂ ਹਨ ਕਿਉਂਕਿ ਜਿਹੜੇ ਆਪਣੇ ਡੇਲੇ ਹੁੰਦੇ ਹਨ ਇਹ ਆਪਣੀ ਜਿੰਨੀਆਂ ਵੀ ਇਨਫੋਰਮੇਸ਼ਨ ਹੈ ਉਸ ਚੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਇੱਕ ਵਾਰ ਦੇ ਵਿੱਚ ਕਲੈਕਟ ਕਰ ਪਾਉਂਦੀ ਹੈ। ਤੇ ਕਈਆਂ ਨੂੰ ਬਲੈਕ ਐਂਡ ਵਾਈਟ ਦਿਖਦਾ ਹੈ, ਕਈਆਂ ਨੂੰ ਕਲਰਫੁਲ ਦਿਖਦਾ ਹੈ ਤੇ ਕਈਆਂ ਨੂੰ ਕਿਸੇ ਕਿਸੇ ਕਲਰ ਨੂੰ ਨਹੀਂ ਵੀ ਦੇਖਿਆ ਜਾਂਦਾ ਹੈਗਾ। ਐਂਡ ਇਸ ਕਰਕੇ ਆਪਣੀਆਂ ਅੱਖਾਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਵੀ ਵਰਤਿਆ ਜਾ ਸਕਦਾ ਹੈ। ਜੇ ਕੋਈ ਚੀਜ਼ ਬਹੁਤ ਜ਼ਿਆਦਾ ਦੂਰ ਹੈ ਤਾਂ ਆਪਣੀਆਂ ਅੱਖਾਂ ਦਾ ਜਿਹੜਾ ਕੋਰਨੀਆ ਹੈ ਉਹ ਬਹੁਤ ਜ਼ਿਆਦਾ ਛੋਟਾ ਹੋ ਜਾਂਦਾ ਹੈ ਸੋ ਦੈਟ ਉਹ ਦੂਰ ਦੀ ਚੀਜ਼ ਨੂੰ ਤਾਂ ਕਿ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਆਬਜ਼ਰਵ ਕਰ ਸਕੇ। ਤੇ ਕੋਈ ਚੀਜ਼ ਦੇ ਜ਼ਿਆਦਾ ਨੇੜੇ ਹੈ ਤਾਂ ਆਪਣੀਆਂ ਅੱਖਾਂ ਜ਼ਿਆਦਾ ਵੱਡੀਆਂ ਹੋ ਜਾਂਦੀਆਂ ਹਨ ਕਿਉਂਕਿ ਉਸਦੇ ਕੋਲ ਜਿਹੜੀ ਵੀ ਇਨਫੋਰਮੇਸ਼ਨ ਸਾਹਮਣੇ ਨਜ਼ਰ ਆ ਰਹੀ ਹੈ ਉਸ ਚੀਜ਼ ਲਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਧਿਆਨ ਲਗਾ ਕੇ ਦੇਖਣਾ ਪਵੇ, ਬਲਕਿ ਉਹ ਉਸ ਚੀਜ਼ ਨੂੰ ਆਰਾਮ ਨਾਲ ਵੀ ਦੇਖਿਆ ਜਾ ਸਕਦਾ ਹੈ। ਤੇ ਆਪਣੀਆਂ ਆਈਜ਼ ਸਮੇਂ ਦੇ ਅਕੋਰਡਿੰਗ ਐਂਡ ਸਿਚੁਏਸ਼ਨ ਦੇ ਅਕੋਰਡਿੰਗ ਜਿਵੇਂ ਦੀ ਵੀ ਚੀਜ਼ ਇਨਵਾਇਰਨਮੈਂਟ ਦੇ ਵਿੱਚ ਚੱਲ ਰਹੀ ਹੈ ਦੇਖਣੀ ਹੁੰਦੀ ਹੈ ਉਸ ਚੀਜ਼ ਦੇ ਅਕੋਰਡਿੰਗ ਆਪਣੀਆਂ ਅੱਖਾਂ ਆਪਣਾ ਰੂਪ ਬਦਲਦੀਆਂ ਰਹਿੰਦੀਆਂ ਹਨ। ਕਈ ਵਾਰ ਆਪਣਾ ਜਿਹੜਾ ਲੈਂਸ ਆ ਛੋਟਾ ਹੋ ਜਾਂਦਾ ਹੈ, ਬੜਾ ਹੋ ਜਾਂਦਾ ਹੈ ਐਂਡ ਇਸ ਦੇ ਅਕੋਰਡਿੰਗ ਉਹ ਜ਼ਿਆਦਾ ਦੂਰ ਦੀ ਚੀਜ਼ ਨੂੰ ਅੱਛੀ ਤਰੀਕੇ ਦੇ ਨਾਲ ਆਬਜ਼ਰਵ ਵੀ ਕਰ ਪਾਉਂਦਾ ਹੈ। ਸੈਕਿੰਡ ਆਪਣਾ ਜਿਹੜਾ ਇੰਦਰੀ ਆਂਦੀ ਹੈ ਉਹ ਹੈ ਕੰਨ। ਆਪਣਾ ਜਿਹੜਾ ਕੰਨ ਹੈ ਇਹ 3 ਪਾਰਟਸ ਦੇ ਵਿੱਚ ਡਿਵਾਈਡਡ ਹੈ, ਆਊਟਰ
ਮਿਡਲ ਐਂਡ ਇਨਰ ਈਅਰ। ਜਿਹੜਾ ਆਊਟਰ ਈਅਰ ਹੈ ਜਿਸਨੂੰ ਆਪਾਂ ਚੰਗੀ ਤਰ੍ਹਾਂ ਦੇਖ ਪਾਉਂਦੇ ਹਾਂ, ਜਿੰਨਾ ਵੀ ਆਪਣਾ ਈਅਰ ਬਾਹਰਲੇ ਪਾਸੇ ਦੇ ਵਿੱਚ ਹੁੰਦਾ ਹੈ ਉਸ ਚੀਜ਼ ਨੂੰ ਆਊਟਰ ਈਅਰ ਕਿਹਾ ਜਾਂਦਾ ਹੈ। ਜਿਵੇਂ ਆਪਣਾ ਪਿੰਨਾ, ਆਪਣੀ ਪਿੱਚ, ਇਹ ਸਾਰੇ ਆਪਣੇ ਜਿਹੜੀ ਵੀ ਆਰਗਨ ਆਪਣੀ ਬਣੀ ਹੋਈ ਹੈ, ਜਿਸ ਚੀਜ਼ ਨੂੰ ਆਪਾਂ ਆਰਾਮ ਨਾਲ ਵਿਜ਼ੂਅਲਾਈਜ਼ ਕਰ ਸਕਦੇ ਹਾਂ, ਉਸ ਚੀਜ਼ ਨੂੰ ਆਊਟਰ ਈਅਰ ਦਾ ਨਾਮ ਦਿੱਤਾ ਗਿਆ ਹੈ। ਤੇ ਦ ਮੂਮੈਂਟ ਜਦੋਂ ਆਪਾਂ ਆਪਣੇ ਕੰਨ ਦੇ ਵਿੱਚ ਕੋਈ ਵੀ ਆਵਾਜ਼ ਸੁਣ, ਆਪਣੇ ਕੰਨ ਕੋਈ ਵੀ ਆਵਾਜ਼ ਨੂੰ ਪ੍ਰੋਸੈਸ ਕਰ ਪਾਉਂਦਾ ਹੈ, ਸੁਣ ਪਾਉਂਦਾ ਹੈ, ਉਸ ਚੀਜ਼ ਨੂੰ ਮਿਡਲ ਈਅਰ ਕਿਹਾ ਜਾਂਦਾ ਹੈ। ਤੇ ਫਿਰ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਬਿਲਕੁਲ ਚੰਗੀ ਤਰ੍ਹਾਂ ਆਪਣੇ ਕੰਨ ਦੇ ਅੰਦਰ ਤੱਕ ਚਲੀ ਜਾਂਦੀ ਹੈ, ਉਸ ਨੂੰ ਆਪਾਂ ਇਨਰ ਈਅਰ ਕਿਹਾ ਜਾਂਦਾ ਹੈ। ਸੋ ਆਊਟਰ, ਮਿਡਲ ਐਂਡ ਇਨਰ ਈਅਰ ਹਰ ਇੱਕ ਦਾ ਆਪਣੇ ਆਪਣੇ ਲੈਵਲ ਤੇ ਆਪਣਾ ਆਪਣਾ ਇੱਕ ਮਹੱਤਵਪੂਰਨ ਰੋਲ ਰਹਿੰਦਾ ਹੈ। ਜਿਹੜਾ ਆਪਣਾ ਆਊਟਰ ਈਅਰ ਹੁੰਦਾ ਹੈ ਉਹ ਬਾਹਰਲੀ ਇਨਫੋਰਮੇਸ਼ਨ ਨੂੰ ਬਾਹਰਲੇ ਇਨਵਾਇਰਨਮੈਂਟ ਤੋਂ ਕਲੈਕਟ ਕਰਕੇ ਇਨਫੋਰਮੇਸ਼ਨ ਆਪਣੇ ਕੰਨ ਤੱਕ ਲੈ ਕੇ ਜਾਂਦਾ ਹੈ। ਤੇ ਕੋਈ ਵੀ ਚੀਜ਼ ਜੋ ਕਿ ਆਪਣੇ ਕੰਨ ਦੇ ਲਈ ਪ੍ਰੋਬਲਮੈਟਿਕ ਹੋ ਸਕਦਾ ਹੈ, ਕੰਨ ਦੇ ਬਚਾਓ ਕਰਕੇ ਰੱਖਦਾ ਹੈ, ਤਾਂ ਕਿ ਕੋਈ ਵੀ ਕੀੜਾ ਮਕੌੜਾ ਜਾਂ ਕੋਈ ਵੀ ਡਸਟ ਜਾਂ ਕੋਈ ਵੀ ਇਹੋ ਜਿਹਾ ਪਾਰਟੀਕਲ ਆਪਣੇ ਕੰਨ ਦੇ ਵਿੱਚ ਨਾ ਜਾ ਸਕੇ, ਜੋ ਉਹਨੇ ਸਿੱਧਾ ਆਪਣੇ ਇੰਟਰਨਲ ਬੋਡੀ ਦੇ ਉੱਤੇ ਇਫੈਕਟ ਕਰ ਸਕਦਾ ਹੈ। ਸੋ ਇਸ ਕਰਕੇ ਜਿਹੜਾ ਆਪਣਾ ਆਊਟਰ ਈਅਰ ਹੈ ਇਹ ਬਹੁਤ ਜ਼ਿਆਦਾ ਖਾਸ ਖਿਆਲ ਰੱਖਦਾ ਹੈ ਕਿ ਜੋ ਵੀ ਆਪਣੇ ਇਨਵਾਇਰਨਮੈਂਟ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਜੋ ਆਪਣੇ ਕੰਨ ਨੂੰ ਹਰਟ ਕਰ ਸਕਦਾ ਹੈ, ਨੁਕਸਾਨ ਪਹੁੰਚਾ ਸਕਦਾ, ਤਾਂ ਉਸ ਚੀਜ਼ ਨੂੰ ਇਹ ਬਚਾ ਕੇ ਰੱਖਦਾ ਹੈ। ਜਿਵੇਂ ਆਪਣੀਆਂ ਅੱਖਾਂ ਨੂੰ ਬਚਾਉਣ ਦੇ ਲਈ ਆਪਣੇ ਕੋਲ ਐਜ਼ ਅ ਕਰਟਨਸ ਦੇ ਰੂਪ ਦੇ ਵਿੱਚ ਆਪਣੀ ਆਪਾਂ ਆਈਜ਼ ਨੂੰ ਬਲਿੰਕ ਕਰਦੇ ਰਹਿੰਦੇ ਹਾਂ, ਉਹ ਵੀ ਇੱਕ ਅੱਖਾਂ ਨੂੰ ਮੋਇਸਟ ਦੇਣ ਦੇ ਲਈ ਕੰਮ ਕਰਦਾ ਹੈ ਤੇ ਆਪਣੀ ਅੱਖਾਂ ਨੂੰ ਕੋਈ ਵੀ ਇਹੋ ਜਿਹੀ ਡਸਟ ਜਾਂ ਕਿਸੇ ਵੀ ਇਹੋ ਜਿਹੇ ਪਾਰਟੀਕਲ ਤੋਂ ਬਚਾ ਕੇ ਰੱਖਦਾ ਹੈ ਤੇ ਆਪਣੀ ਅੱਖਾਂ ਨੂੰ ਸੁੱਕਣ ਨਹੀਂ ਦਿੰਦਾ ਹੈ। ਉੱਦਾਂ ਹੀ ਆਪਣੇ ਜਿਹੜਾ ਕੰਨ ਦਾ ਜਿਹੜਾ ਆਊਟਰ ਮੋਸਟ ਏਰੀਆ ਹੈ ਉਹ ਆਪਣੇ ਕੰਨ ਨੂੰ ਬਚਾ ਕੇ ਰੱਖਦਾ ਹੈ, ਤਾਂ ਕਿ ਕੋਈ ਵੀ ਇਹੋ ਜਿਹੀ ਚੀਜ਼ ਉਸਨੂੰ ਨੁਕਸਾਨ ਨਾ ਪਹੁੰਚਾ ਸਕੇ। ਤੇ ਜਿਹੜਾ ਆਪਣਾ ਮਿਡਲ ਈਅਰ ਹੈ, ਇਹ ਮਿਡਲ ਈਅਰ ਆਪਣਾ ਆਊਟਰ ਈਅਰ ਤੋਂ ਲੈ ਕੇ ਮਿਡਲ ਈਅਰ, ਆਊਟਰ ਈਅਰ ਦੇ ਐਂਡ ਤੋਂ ਲੈ ਕੇ ਜੋ ਮਿਡਲ ਈਅਰ ਤੱਕ ਸ਼ੁਰੂਆਤ ਹੁੰਦੀ ਹੈ ਤੇ ਇਨਰ ਈਅਰ ਤੋਂ ਲੈ ਕੇ ਜਿੰਨਾ ਵੀ ਰਸਤਾ ਹੁੰਦਾ ਹੈ, ਇਸ ਚੀਜ਼ ਨੂੰ ਮਿਡਲ ਈਅਰ ਕਿਹਾ ਜਾਂਦਾ ਹੈ। ਇਸ ਚੀਜ਼ ਦੇ ਵਿੱਚ ਈਅਰ ਡਰਮ ਵੀ ਦੇਖਿਆ ਜਾਂਦਾ ਹੈ, ਜੋ ਆਪਣੀ ਇਨਫੋਰਮੇਸ਼ਨ ਬਿਲਕੁਲ ਐਜ਼ ਅ ਡੋਰ ਦੇ ਉੱਤੇ ਖੜੀ ਹੁੰਦੀ ਹੈ, ਆਪਣੇ ਕੰਨ ਦੀ ਕੋਈ ਵੀ ਇਨਫੋਰਮੇਸ਼ਨ, ਐਂਡ ਆਪਣਾ ਜਿਹੜਾ ਈਅਰ ਡਰਮ ਹੈ ਉਹ ਥੋੜਾ ਜਿਹਾ ਆਪਣਾ ਇੱਕ ਸਰਫੇਸ ਪਾਸ ਆਊਟ ਕਰਦਾ ਹੈ, ਤਾਂ ਕਿ ਜਿੰਨੀ ਵੀ ਇਨਫੋਰਮੇਸ਼ਨ, ਜਿੰਨੀ ਵੀ ਵੋਲਿਊਮ, ਜਿੰਨੀ ਵੀ ਆਵਾਜ਼ ਹੈ ਉਸ ਨਾਲ ਲੈ ਕੇ ਜਾ ਸਕੇ। ਤੇ ਕੋਈ ਵੀ ਇਹੋ ਜਿਹੀ ਚੀਜ਼ ਜੋ ਕੰਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜੋ ਕਿ ਗਲਤੀ ਨਾਲ ਆਊਟਰ ਈਅਰ ਤੋਂ ਮਿਡਲ ਈਅਰ ਤੱਕ ਚਲਾ ਜਾਂਦਾ ਹੈ, ਉਸ ਚੀਜ਼ ਨੂੰ ਖਾਸ ਖਿਆਲ ਰੱਖਦਾ ਹੈ ਕਿ ਉਸ ਚੀਜ਼ ਨੂੰ ਬਚਾ ਸਕੇ ਤੇ ਆਪਣੇ ਕੰਨ ਦੇ ਵਿੱਚ ਸਿਰਫ ਉਹੀ ਇਨਫੋਰਮੇਸ਼ਨ ਲੈ ਕੇ ਜਾ ਸਕੇ ਜੋ ਸਿਰਫ ਇੱਕ ਆਵਾਜ਼ ਦੇ ਰੂਪ ਦੇ ਵਿੱਚ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਆਪਣੇ ਦਿਮਾਗ ਦੇ ਲਈ, ਤਾਂ ਕਿ ਆਪਣੇ ਦਿਮਾਗ ਉਸ ਚੀਜ਼ ਦੇ ਨਾਲ ਪ੍ਰੋਸੈਸ ਕਰ ਸਕੇ। ਤੇ ਕੋਈ ਵੀ ਇਹੋ ਜਿਹੀ ਚੀਜ਼, ਕੋਈ ਵੀ ਇਹੋ ਜਿਹੀ ਧੂਲ ਮਿੱਟੀ ਜਾਂ ਡਸਟ ਜਾਂ ਕੋਈ ਵੀ ਇਹੋ ਜਿਹੀ ਪਦਾਰਥ ਜੋ ਵੀ ਕੰਨ ਦੇ ਅੰਦਰ ਗਲਤੀ ਦੇ ਨਾਲ ਚਲਾ ਜਾਂਦਾ, ਉਸ ਚੀਜ਼ ਨੂੰ ਰੋਕਣ ਦਾ ਕੰਮ ਕਰਦਾ ਆਪਣਾ ਈਅਰ ਡਰਮ, ਜੋ ਕਿ ਆਪਣੀ ਮਿਡਲ ਈਅਰ ਦੇ ਵਿੱਚ ਹੁੰਦਾ ਹੈ। ਤੇ ਇਸ ਤੋਂ ਬਾਅਦ ਜਿਹੜਾ ਆਪਣਾ ਇਨਰ ਈਅਰ ਹੁੰਦਾ ਹੈ, ਜਦੋਂ ਇਨਫੋਰਮੇਸ਼ਨ ਕਲੈਕਟ ਕਰ ਲੈਂਦਾ ਹੈ ਤਾਂ ਜਿਹੜੀ ਆਪਣੇ ਕੰਨ ਦੀ ਜਿਹੜੀ ਨਰਵ ਐਂਡਿੰਗਸ ਹੁੰਦੀ ਹੈ ਉਹ ਬਿਲਕੁਲ ਆਪਣੇ ਬ੍ਰੇਨ ਦੇ ਨਰਵਸ ਦੇ ਨਾਲ, ਆਪਣੇ ਸੈਂਸਰੀ ਨਰਵਸ ਦੇ ਨਾਲ ਜੁੜ ਕੇ ਉਹ ਇਨਫੋਰਮੇਸ਼ਨ ਉੱਥੇ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ। ਤੇ ਜੋ ਵੀ ਆਪਾਂ ਆਊਟਰ ਈਅਰ ਤੋਂ ਲੈ ਕੇ ਮਿਡਲ, ਤੇ ਮਿਡਲ ਤੋਂ ਲੈ ਕੇ ਇਨਰ ਈਅਰ ਤੱਕ ਦਾ ਜੋ ਵੀ ਸਫ਼ਰ ਹੁੰਦਾ ਹੈ, ਜੋ ਵੀ ਇਨਫੋਰਮੇਸ਼ਨ ਆਪਾਂ ਨੇ ਕਲੈਕਟ ਕੀਤੀ ਹੁੰਦੀ ਹੈ, ਉਹ ਸਾਰੀ ਇਕੱਠੀ ਆਪਣੇ ਜਦੋਂ ਬ੍ਰੇਨ ਦੇ ਪ੍ਰੋਸੈਸਿਸ ਦੇ ਵਿੱਚ ਜਾਂਦੀ ਹੈ, ਤਾਂ ਫਿਰ ਆਪਣਾ ਬ੍ਰੇਨ ਜਦੋਂ ਉਸ ਚੀਜ਼ ਨੂੰ ਪ੍ਰੋਸੈਸ ਕਰਦਾ ਹੈ, ਉਸਦੇ ਅਕੋਰਡਿੰਗ ਹੀ ਆਪਣਾ ਜਿਹੜਾ ਇੱਕ ਆਊਟਰ ਤੋਂ ਇਨਰ ਲੈਵਲ ਤੱਕ ਜੋ ਵੀ ਇਨਫੋਰਮੇਸ਼ਨ ਜਾ ਰੱਖੀ ਹੁੰਦੀ ਹੈ, ਉਸ ਚੀਜ਼ ਨੂੰ ਪ੍ਰੋਸੈਸ ਕਰਕੇ ਆਪਣਾ ਫਿਰ ਤੋਂ ਦੁਬਾਰਾ ਆਊਟਰ ਇਨਵਾਇਰਨਮੈਂਟ ਦੇ ਵਿੱਚ ਉਸ ਚੀਜ਼ ਦਾ ਰਿਜ਼ਲਟ ਪ੍ਰੋਸੀਡ ਕਰਦਾ ਹੈ। ਤੇ ਜੋ ਵੀ ਇਨਫੋਰਮੇਸ਼ਨ ਸੁਣ ਕੇ ਜੋ ਮਿਲੀ ਹੋਈ ਹੁੰਦੀ ਹੈ, ਉਸ ਚੀਜ਼ ਨੂੰ ਪ੍ਰੋਸੈਸ ਕਰਕੇ ਆਪਣੇ ਜਿਹੜੇ ਬਾਕੀ ਆਰਗਨਸ ਹਨ ਉਸ ਚੀਜ਼ ਦੇ ਨਾਲ ਐਕਟੀਵੇਟ ਕਰਕੇ ਉਸ ਚੀਜ਼ ਦਾ ਰਿਜ਼ਲਟ ਪ੍ਰੋਡਿਊਸ ਕਰਦੇ ਹਨ। ਫਿਰ ਆਉਂਦਾ ਹੈ ਨੱਕ। ਜਿਹੜਾ ਆਪਣੇ ਨੋਜ਼ ਹੈ, ਆਪਣੇ ਦੋ ਨੋਸਟ੍ਰਿਲਸ ਹੁੰਦੀਆਂ ਹਨ ਤੇ ਇਹਨਾਂ ਦੇ ਥਰੂ ਆਪਾਂ ਸਾਹ ਲੈ ਪਾਉਂਦੇ ਹਨ। ਤੇ ਕੋਈ ਵੀ ਇਹੋ ਜਿਹੀ ਚੀਜ਼ ਜੋ ਆਪਣੇ ਨੱਕ ਤੋਂ ਆਪਣੇ ਅੰਦਰ ਜਾ ਸਕਦੀ ਹੈ ਤੇ ਆਪਣੇ ਲਈ ਹਾਰਮਫੁਲ ਹੋ ਸਕਦੀ ਹੈ, ਉਸ ਚੀਜ਼ ਤੋਂ ਬਚਾਉਣ ਦੇ ਲਈ ਆਪਣੀ ਜਿਹੜਾ ਨੱਕ ਹੈ ਉਸਦੇ ਉੱਤੇ ਇੱਕ ਕਵਰਿੰਗ ਲੇਅਰ ਹੁੰਦੀ ਹੈ। ਤੇ ਜਿਹੜੀਆਂ ਆਪਣੀਆਂ ਨੋਸਟ੍ਰਿਲਸ ਹੁੰਦੀਆਂ ਹਨ, ਉਹਨਾਂ ਦੇ ਵਿੱਚ ਜੋ ਆਪਣੇ ਆਪਾਂ ਦੇਖ ਸਕਦੇ ਹਾਂ ਕਾਫੀ ਸਾਰੇ ਫੋਲੀਕਲਸ ਹੁੰਦੇ ਹਨ, ਹੇਅਰ ਫੋਲੀਕਲਸ ਆਪਣੀ ਹੈਲਪ ਕਰਦੇ ਹਨ ਕਿ ਕੋਈ ਵੀ ਇਹੋ ਜਿਹੀ ਚੀਜ਼, ਇਹੋ ਜਿਹੀ ਧੂਲ ਮਿੱਟੀ ਡਸਟ, ਕੋਈ ਵੀ ਛੋਟੀ ਮੋਟੀ ਇਹੋ ਜਿਹੀ ਚੀਜ਼ ਆਪਣੇ ਨੱਕ ਦੇ ਥਰੂ ਆਪਣੇ ਇਨਰ ਲੈਵਲ ਤੱਕ ਨਾ ਜਾ ਪਾਵੇ, ਆਪਣੀ ਬੋਡੀ ਦੇ ਵਿੱਚ ਕੋਈ ਹਾਰਮਫੁਲ ਰਿਐਕਸ਼ਨ ਨਾ ਕਰ ਪਾਏ, ਤਾਂ ਆਪਣਾ ਜਿਹੜੇ ਨੱਕ ਦੇ ਜਿਹੜੇ ਹੇਅਰ ਫੋਲੀਕਲਸ ਹੁੰਦੇ ਹਨ ਉਸ ਚੀਜ਼ ਦੀ ਬਚਾਓ ਕਰਦੇ ਹਨ। ਤੇ ਸਿਰਫ ਉਹੀ ਇੱਕ ਨੱਕ ਦੇ ਥਰੂ ਆਪਾਂ ਸਾਹ ਲੈ ਪਾਉਂਦੇ ਹਾਂ ਤੇ ਉਸ ਸਾਹ ਦੇ ਨਾਲ ਨਾਲ ਆਪਾਂ ਜੋ ਵੀ ਆਸ-ਪਾਸ ਕੋਈ ਵੀ ਇਹੋ ਜਿਹੀ ਆਪਾਂ ਨੂੰ ਸਮੈਲ ਆ ਰਹੀ ਹੁੰਦੀ ਹੈ, ਕਿਸੇ ਚੀਜ਼ ਦੀ ਫ੍ਰੈਗਨੈਂਸ ਹੁੰਦੀ ਹੈ, ਆਪਣੇ ਨੱਕ ਦੇ ਥਰੂ ਆਪਾਂ ਨੂੰ ਪਤਾ ਲੱਗ ਜਾਂਦੀ ਹੈ।
ਤੇ ਜਿਹੜੇ ਵੀ ਆਪਣੇ ਨੱਕ ਦੇ ਥਰੂ ਆਪਾਂ ਨੂੰ ਜਿੰਨੀ ਵੀ ਇਨਫੋਰਮੇਸ਼ਨ ਮਿਲ ਪਾਉਂਦੀ ਹੈ ਤੇ ਉਸ ਚੀਜ਼ ਦੇ ਥਰੂ ਆਪਣਾ ਜਿਹੜਾ ਹੈ, ਆਪਣੇ ਸੈਂਸ ਆਰਗਨਸ ਦੇ ਥਰੂ, ਜਿਵੇਂ ਕਿ ਆਪਣਾ ਨੱਕ ਜਿਹੜਾ ਇੱਕ ਸੈਂਸਰੀ ਆਰਗਨ ਹੈ, ਇਸ ਦੇ ਥਰੂ ਆਪਣਾ ਜਿਹੜਾ ਬ੍ਰੇਨ ਹੈ ਉਸ ਚੀਜ਼ ਨੂੰ ਪ੍ਰੋਸੈਸ ਕਰ ਪਾਉਂਦਾ ਹੈ ਤੇ ਉਸ ਚੀਜ਼ ਨੂੰ ਇੰਟਰਪ੍ਰੇਟ ਕਰ ਪਾਉਂਦਾ ਹੈ ਕਿ ਕਿਹੜੀ ਇਨਫੋਰਮੇਸ਼ਨ ਆਪਣਾ ਨੱਕ ਆਪਾਂ ਨੂੰ ਦੇ ਪਾ ਰਿਹਾ ਹੈ ਤੇ ਉਸ ਦੇ ਅਕੋਰਡਿੰਗ ਅਗੇਨ ਆਪਣਾ ਜਿਹੜਾ ਬ੍ਰੇਨ ਹੈ ਉਸ ਚੀਜ਼ ਨੂੰ ਪ੍ਰੋਸੈਸ ਕਰਕੇ ਆਪਣਾ ਜਿਹੜਾ ਰਿਐਕਸ਼ਨ ਹੈ ਉਹ ਅੱਗੇ ਆਪਣੇ ਆਊਟਰ ਇਨਵਾਇਰਨਮੈਂਟ ਦੇ ਵਿੱਚ ਦੇ ਪਾਉਂਦਾ ਹੈ। ਜਿਹੋ ਜਿਹੀ ਵੀ ਆਪਾਂ ਨੂੰ ਸਮੈਲ ਆਉਂਦੀ ਹੈ ਆਪਾਂ ਉਸ ਚੀਜ਼ ਦੇ ਅਕੋਰਡਿੰਗ ਆਪਣਾ ਰਿਐਕਸ਼ਨ ਪ੍ਰੋਡਿਊਸ ਕਰਦੇ ਹਾਂ, ਕਿਉਂਕਿ ਨੱਕ ਤੋਂ ਆਪਾਂ ਨੂੰ ਥੋੜੇ ਜਿਹੇ ਮਿਲੀ ਸੈਕਿੰਡਸ ਆਪਾਂ ਨੂੰ ਟਾਈਮ ਲੱਗਦਾ ਹੈ ਆਪਾਂ ਨੂੰ ਇਸ ਚੀਜ਼ ਨੂੰ ਪ੍ਰੋਸੈਸ ਕਰਨ ਦੇ ਲਈ ਕਿ ਕਿਹੋ ਜਿਹੀ ਸਮੈਲ ਹੈ ਜਾਂ ਕਿਸ ਤਰੀਕੇ ਦੀ ਫ੍ਰੈਗਨੈਂਸ ਆ ਰਹੀ ਹੈ ਤੇ ਉਹ ਫ੍ਰੈਗਨੈਂਸ ਦਾ ਕਿਆ ਮਹੱਤਵ ਹੈ ਤੇ ਉਸ ਚੀਜ਼ ਦਾ ਕਿਆ ਇੰਪੋਰਟੈਂਸ ਹੈ, ਉਸ ਚੀਜ਼ ਦੇ ਐਕਸਪੀਰੀਅੰਸ ਦੇ ਅਕੋਰਡਿੰਗਲੀ ਆਪਣਾ ਜਿਹੜਾ ਬ੍ਰੇਨ ਹੈ ਉਸ ਚੀਜ਼ ਨੂੰ ਪ੍ਰੋਸੈਸ ਕਰ ਪਾਉਂਦਾ ਹੈ ਤੇ ਪ੍ਰੋਸੈਸ ਕਰਨ ਤੋਂ ਬਾਅਦ ਜਿਵੇਂ ਦਾ ਵੀ ਆਪਣਾ ਇੱਕ ਇਨਸਟੈਂਟ ਰਿਐਕਸ਼ਨ ਰਹਿੰਦਾ ਹੈ ਉਹ ਆਪਣਾ ਜਿਹੜਾ ਆਪਣਾ ਨੱਕ ਹੈ ਉਸ ਚੀਜ਼ ਦੇ ਥਰੂ ਆਪਾਂ ਪ੍ਰੋਡਿਊਸ ਕਰ ਪਾਉਂਦੇ ਹਾਂ। ਨੱਕ ਦੇ ਥਰੂ ਆਪਾਂ ਸਮੈਲ ਕਰ ਪਾਉਂਦੇ ਹਾਂ ਕਿ ਆਪਣੇ ਆਸ-ਪਾਸ ਕਿਆ ਬਣ ਰਿਹਾ ਹੈ। ਕਈ ਵਾਰੀ ਜਿਹੜੇ ਡੌਗਸ ਹੁੰਦੇ ਹਨ, ਇਸ ਆਮ ਤੌਰ ਤੇ ਸੁਣਿਆ ਜਾਂਦਾ ਹੈ ਕਿ ਜਿਹੜੇ ਡੌਗਸ ਦੀ ਜਿਹੜੀ ਸਨਿਫ ਕਰਨ ਦੀ ਪਾਵਰ ਹੁੰਦੀ ਹੈ ਉਹ ਆਪਣੇ ਮਨੁੱਖਾਂ ਦੇ ਨਾਲੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ, ਕਿਉਂਕਿ ਜਿਹੜੇ ਨੱਕ ਦੇ ਥਰੂ ਕੋਈ ਵੀ ਚੀਜ਼ ਨੂੰ ਸੁੰਘਦੇ ਹਾਂ ਤਾਂ ਉਸ ਚੀਜ਼ ਨੂੰ ਸਮਝ ਪਾਉਂਦੇ ਹਨ ਕਿ ਕੌਣ ਆਪਣਾ ਹੈ ਤੇ ਕੌਣ ਉਹਨਾਂ ਦੇ ਲਈ ਗਲਤ ਸਾਬਿਤ ਹੋ ਸਕਦਾ ਹੈ। ਨੱਕ ਉਹਨਾਂ ਦੇ ਲਈ ਐਜ਼ ਅ ਸਿਕਸਥ ਸੈਂਸ ਵਰਕ ਕਰਦਾ ਹੈ ਤੇ ਉਸ ਦੇ ਅਕੋਰਡਿੰਗ ਉਹਨਾਂ ਨੂੰ ਆਭਾਸ ਹੋ ਜਾਂਦਾ ਹੈ ਕਿ ਕਿਹੜੀ ਚੀਜ਼ ਸਹੀ ਚੱਲ ਰਹੀ ਹੈ, ਕਿਹੜੀ ਚੀਜ਼ ਗਲਤ ਹੈ, ਕਿਹੜਾ ਮਨੁੱਖ ਸਹੀ ਹੈ ਕਿਹੜਾ ਗਲਤ ਹੈ। ਤੇ ਇਹਨਾਂ ਨੂੰ ਕਾਫੀ ਜਗ੍ਹਾ ਤੇ ਕ੍ਰਾਈਮ ਸਪੌਟਸ ਦੇ ਵਿੱਚ ਵੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ, ਇਹਨਾਂ ਦੀ ਹੈਲਪ ਲਿੱਤੀ ਜਾਂਦੀ ਹੈ ਡੌਗਸ ਦੀ। ਐਂਡ ਕਾਫੀ ਸਾਰੇ ਪੁਲਿਸ ਆਫਿਸਰਸ ਦੇ ਨਾਲ ਡੌਗਸ ਵੀ ਦੇਖੇ ਜਾਂਦੇ ਹਨ ਜੋ ਕਿ ਕਿਸੇ ਕ੍ਰਾਈਮ ਦੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਹੈਲਪਫੁਲ ਰਹਿੰਦੇ ਹਨ, ਕਿਸੇ ਨੂੰ ਪਕੜਨ ਦੇ ਲਈ ਜਾਂ ਫਿਰ ਇਹਨਾਂ ਦੀ ਇੰਨੀ ਜ਼ਿਆਦਾ ਯੂਜ਼ ਹੋ ਸਕਦੀ ਹੈ ਕਿ ਇਹਨਾਂ ਦੇ ਨੱਕ ਦੇ ਥਰੂ ਆਪਾਂ ਇਹਨਾਂ ਤੋਂ ਕਾਫੀ ਜ਼ਿਆਦਾ ਕੰਮ ਲਿਆ ਜਾਂਦਾ ਹੈ, ਕਿਉਂਕਿ ਇਹਨਾਂ ਦਾ ਜੋ ਨੱਕ ਹੁੰਦਾ ਹੈ ਉਹਨਾਂ ਦੇ ਲਈ ਐਜ਼ ਅ ਸਿਕਸ ਸੈਂਸ ਵਰਕ ਕਰਦਾ ਹੈ। ਫਿਰ ਫੋਰਥ ਹੈ ਜੀਭ। ਆਪਣੀ ਜਿਹੜੀ ਟੰਗ ਹੈ, ਟੰਗ ਇਜ਼ ਆਲਸੋ ਵਨ ਆਫ ਦਾ ਮੋਸਟ ਇੰਪੋਰਟੈਂਟ ਸੈਂਸਰੀ ਆਰਗਨ, ਜਿਹਦੇ ਥਰੂ ਆਪਾਂ ਇਹ ਪਤਾ ਲਗਾ ਸਕਦੇ ਹਾਂ ਕਿ ਆਪਾਂ ਕੋਈ ਚੀਜ਼ ਖਾ ਰਹੇ ਹਾਂ ਉਸਦਾ ਟੇਸਟ ਕਿੱਦਾਂ ਦਾ ਹੈ ਤੇ ਉਹ ਟੇਸਟ ਦੇ ਅਕੋਰਡਿੰਗ ਆਪਾਂ ਜੇ ਕੋਈ ਚੀਜ਼ ਜ਼ਿਆਦਾ ਸਵਾਦ ਹੈ ਤਾਂ ਆਪਾਂ ਉਸ ਚੀਜ਼ ਨੂੰ ਜ਼ਿਆਦਾ ਚੱਖ ਕੇ ਖਾਂਦੇ ਹਾਂ ਤੇ ਜਿਹੜੀ ਚੀਜ਼ ਦੇ ਵਿੱਚ ਨਮਕ ਵੱਧ ਹੁੰਦਾ ਜਾਂ ਘੱਟ ਹੁੰਦਾ ਆਪਾਂ ਉਸ ਚੀਜ਼ ਦੇ ਅਕੋਰਡਿੰਗ ਉਸ ਚੀਜ਼ ਨੂੰ ਠੀਕ ਕਰ ਲੈਂਦੇ ਹਾਂ। ਜਾਂ ਕੋਈ ਚੀਜ਼ ਆਪਾਂ ਨੂੰ ਜ਼ਿਆਦਾ ਸਵਾਦ ਲੱਗਦੀ ਆਪਾਂ ਜ਼ਿਆਦਾ ਖਾਂਦੇ ਹਾਂ, ਕੋਈ ਚੀਜ਼ ਆਪਾਂ ਨੂੰ ਸਵਾਦ ਨਹੀਂ ਲੱਗਦੀ ਤਾਂ ਉਸ ਚੀਜ਼ ਦੀ ਆਪਾਂ ਘੱਟ ਵਰਤੋਂ ਜਾਂ ਆਪਾਂ ਫਿਊਚਰ ਦੇ ਵਿੱਚ ਉਸ ਚੀਜ਼ ਨੂੰ ਅਵੋਇਡ ਕਰਦੇ ਹਾਂ। ਇਹ ਸਾਰੀ ਹੈਲਪ ਕਰਦਾ ਹੈ ਆਪਣੀ ਜੀਭ ਨਾਲ ਨਾਲ ਇਸ ਦਾ ਨੱਕ। ਆਪਣਾ ਜਿਹੜਾ ਨੱਕ ਤੇ ਆਪਣੀ ਜੀਭ ਹੈ ਇਹ ਦੋਨੋਂ ਸਾਈਡ ਬਾਈ ਸਾਈਡ ਵਰਕ ਕਰਦੇ ਹਨ। ਨੱਕ ਦੇ ਥਰੂ ਆਪਾਂ ਕੋਈ ਵੀ ਖਾਣ ਵਾਲੀ ਚੀਜ਼ ਹੈ ਤਾਂ ਉਸ ਚੀਜ਼ ਨੂੰ ਆਪਾਂ ਸਨਿਫ ਕਰ ਪਾਉਂਦੇ ਹਾਂ ਐਂਡ ਜੀਭ ਦੇ ਨਾਲ ਆਪਾਂ ਉਸ ਚੀਜ਼ ਨੂੰ ਟੇਸਟ ਕਰ ਪਾਉਂਦੇ ਹਾਂ। ਨੱਕ ਤੇ ਜੀਭ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਤੇ ਇਹ ਕਾਫੀ ਜ਼ਿਆਦਾ ਹੈਂਡ ਇਨ ਹੈਂਡ ਚੱਲਦੇ ਹਨ, ਕਿਉਂਕਿ ਇੱਕ ਦੂਜੇ ਨੂੰ ਇਨਫੋਰਮੇਸ਼ਨ ਪ੍ਰੋਸੈਸ ਕਰਨ ਦੇ ਲਈ ਕਾਫੀ ਹੈਲਪ ਕਰਦੇ ਹਨ। ਕਈ ਵਾਰ ਨੱਕ ਦੇ ਥਰੂ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਕਿਸੇ ਚੀਜ਼ ਦਾ ਸਵਾਦ ਕਿੱਦਾਂ ਦਾ ਹੋ ਸਕਦਾ ਹੈ, ਨਮਕ ਜ਼ਿਆਦਾ ਹੈ ਜਾਂ ਘੱਟ ਹੈ। ਕਈ ਵਾਰ ਆਪਣੇ ਨੱਕ ਦੀ ਕਾਫੀ ਜਦੋਂ ਆਪਾਂ ਨੂੰ ਤੇਜ਼ ਸਮੈਲ ਆਉਂਦੀ ਹੈ ਉਸ ਚੀਜ਼ ਤੋਂ ਪਤਾ ਚੱਲ ਜਾਂਦਾ ਕਿ ਕੋਈ ਚੀਜ਼ ਸੜ ਰਹੀ ਹੈ ਜਾਂ ਕੋਈ ਚੀਜ਼ ਸਹੀ ਬਣੀ ਹੈ। ਤਾਂ ਕਈ ਵਾਰ ਜੀਭ ਦੀ ਬਜਾਏ ਲੋਕ ਨੱਕ ਦੇ ਯੂਜ਼ ਕਰਕੇ ਉਸ ਚੀਜ਼ ਨੂੰ ਸਮਝ ਜਾਂਦੇ ਹਨ ਕਿ ਕੋਈ ਚੀਜ਼ ਸਵਾਦ ਬਣੀ ਹੈ ਕਿ ਨਹੀਂ। ਜੀਭ ਆਪਣੀ ਜਿਹੜੇ ਟੰਗ ਹੈ ਇਸ ਦੇ ਵਿੱਚ 10,000 ਟੇਸਟ ਬਰਡਸ ਨੂੰ ਆਪਾਂ ਨੇ ਕਾਫੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਆਪਣੀ ਜਿਹੜੀ ਜੀਭ ਹੈ ਉਹਦੇ ਵਿੱਚ 10,000 ਤੋਂ ਵੀ ਜ਼ਿਆਦਾ ਟੇਸਟ ਬਰਡਸ ਮੌਜੂਦ ਹੁੰਦੇ ਹਨ ਤੇ ਇਹ ਟੇਸਟ ਬਰਡਸ ਆਪਣੇ ਟੰਗ ਦੇ ਅਲੱਗ-ਅਲੱਗ ਹਿੱਸੇ ਦੇ ਵਿੱਚ ਪਾਏ ਜਾਂਦੇ ਹਨ। ਆਪਣੀ ਜਿਹੜੀ ਜੀਭ ਹੈ ਇਹ ਹਰ ਜਗ੍ਹਾ ਤੋਂ ਅਲੱਗ-ਅਲੱਗ ਟੇਸਟ ਦੱਸਦੀ ਹੈ। ਜਿਵੇਂ ਆਪਣੀ ਟਿਪ ਹੁੰਦੀ ਹੈ ਆਪਣੀ ਟੰਗ ਦੀ, ਉਸ ਤੋਂ ਆਪਾਂ ਕਿਸੇ ਚੀਜ਼ ਦੀ ਮਿਠਾਸ ਬਾਰੇ ਪਤਾ ਲਗਾ ਸਕਦੇ ਹਾਂ, ਕਿਸੇ ਚੀਜ਼ ਦੇ ਕੜਤਣ ਨੂੰ ਸਮਝ ਸਕਦੇ ਹਾਂ ਤੇ ਜਿਹੜੀ ਆਪਣੀ ਜੀਭ ਦਾ ਜਿਹੜਾ ਮਿਡਲ ਪਾਰਟ ਹੁੰਦਾ ਹੈ ਉਸ ਚੀਜ਼ ਤੋਂ ਆਪਾਂ ਕਿਸੇ ਚੀਜ਼ ਦੀ ਸੌਲਨੈਸ ਨੂੰ ਸਮਝ ਸਕਦੇ ਹਾਂ ਕਿ ਕੋਈ ਚੀਜ਼ ਕਿੰਨੀ ਕੁ ਖੱਟੀ ਹੈ ਜਾਂ ਕਿੰਨੀ ਕੁ ਕੌੜੀ ਹੈ ਤੇ ਉਸਦਾ ਜਿਹੜਾ ਬਿਲਕੁਲ ਬੈਕ ਵਾਲਾ ਏਰੀਆ ਉਸ ਚੀਜ਼ ਤੋਂ ਆਪਾਂ ਸੌਲਟੀ ਚੀਜ਼ ਨੂੰ ਸਮਝ ਸਕਦੇ ਹਾਂ ਕਿ ਕੋਈ ਚੀਜ਼ ਦੇ ਵਿੱਚ ਸੌਲਟ ਕਿੰਨਾ ਜ਼ਿਆਦਾ ਹੈ। ਐਂਡ ਜਿਹੜੀ ਆਪਣੇ ਜੀਭ ਦੇ ਅਲੱਗ-ਅਲੱਗ ਪਾਰਟਸ ਹਨ ਹਰ ਇੱਕ ਦਾ ਆਪਣਾ ਆਪਣਾ ਇੱਕ ਮੀਨਿੰਗ ਹੁੰਦਾ ਹੈ ਤੇ ਆਪਣੀ ਜਿਹੜੀ ਟਿਪ ਹੁੰਦੀ ਹੈ ਜੀਭ ਦੀ ਤੇ ਆਪਣੀ ਜਿਹੜੀ ਰਾਈਟ ਐਂਡ ਲੈਫਟ ਸਾਈਡ ਦੀ ਜਿਹੜੀ ਨੁੱਕਰ ਹੁੰਦੀ ਹੈ ਇਸ ਚੀਜ਼ ਤੋਂ ਆਪਾਂ ਕਿਸੇ ਵੀ ਚੀਜ਼ ਦਾ ਮੋਸਟ ਆਫ ਦਾ ਟਾਈਮ ਆਪਾਂ ਉਸ ਚੀਜ਼ ਦੇ ਟੇਸਟ ਨੂੰ ਸਮਝ ਸਕਦੇ ਹਾਂ ਤੇ ਉਦਾਂ ਹੀ ਜੀਭ ਦੇ ਹਰ ਇੱਕ ਅਲੱਗ-ਅਲੱਗ ਪਾਰਟ ਆਪਾਂ ਨੂੰ ਦੱਸ ਪਾਉਂਦੇ ਹਾਂ ਕਿ ਹਰ ਇੱਕ ਚੀਜ਼ ਦਾ ਟੇਸਟ ਕਿੱਦਾਂ ਦਾ ਹੈ। ਤੇ ਇਹ ਜਦੋਂ ਸਾਰੀਆਂ ਚੀਜ਼ਾਂ ਹੈਂਡ ਇਨ ਹੈਂਡ ਵਰਕ ਕਰਦੀਆਂ ਹਨ ਤਾਂ ਆਪਾਂ ਕਿਸੇ ਚੀਜ਼ ਦੇ
ਟੇਸਟ ਨੂੰ ਐਜ਼ ਅ ਹੋਲ ਡਿਫਰੈਂਸ਼ੀਏਟ ਕਰ ਪਾਉਂਦੇ ਹਾਂ ਕਿ ਕਿਸੇ ਚੀਜ਼ ਦਾ ਮਿੱਠਾ, ਨਮਕ ਤੇ ਉਸਦਾ ਕੜੱਤਨ ਤੇ ਉਸਦਾ ਕੌੜਾਪਨ ਜਾਂ ਉਸਦਾ ਸੌਲਟੀਨੈਸ ਕਿੰਨੀ ਜ਼ਿਆਦਾ ਹੈ ਤੇ ਕਿੰਨੀ ਘੱਟ ਹੈ, ਤੇ ਉਸਦੇ ਅਕੋਰਡਿੰਗ ਹੀ ਆਪਾਂ ਉਸ ਚੀਜ਼ ਨੂੰ ਜ਼ਿਆਦਾ ਮੋਡੀਫਾਈ ਕਰ ਪਾਉਂਦੇ ਹਾਂ। ਉਸ ਸਬਜ਼ੀ ਨੂੰ ਜਾਂ ਉਸ ਕਿਸੇ ਮਿੱਠੇ ਪਦਾਰਥ ਨੂੰ ਜਾਂ ਕਿਸੇ ਕੌੜੀ ਚੀਜ਼ ਨੂੰ ਆਪਾਂ ਉਸ ਚੀਜ਼ ਤੋਂ ਸਮਝ ਸਕਦੇ ਹਾਂ ਕਿ ਕਿਸੇ ਚੀਜ਼ ਦੇ ਵਿੱਚ ਕਿੰਨਾ ਕੌੜਾਪਨ ਹੈ ਜਾਂ ਕਿੰਨੀ ਕੁ ਮਿਠਾਸ ਹੈ। ਫਿਰ ਆਉਂਦੀ ਆਪਣੀ ਚਮੜੀ, ਆਪਣੀ ਜਿਹੜੀ ਪੂਰੀ ਬੋਡੀ ਹੈ ਇਹ ਆਪਣੀ ਸਕਿਨ ਦੇ ਨਾਲ ਬਣੀ ਹੋਈ ਹੈ। ਜੋ ਵੀ ਆਪਣੇ ਔਰਗਨਸ ਹਨ, ਆਪਣੇ ਜਿਹੜਾ ਕਾਈਨੈਸਥੈਟਿਕ ਸਿਸਟਮ ਹੈ ਆਪਣੀ ਪੂਰੀ ਬੋਡੀ ਦਾ, ਇਹ ਸਭ ਨੂੰ ਚਲਾਉਣ ਵਾਲਾ, ਆਪਣੇ ਔਰਗਨਸ ਨੂੰ ਬਚਾ ਕੇ ਰੱਖਣ ਵਾਲਾ ਸਕਿਨ ਹੀ ਹੈ। ਤੇ ਆਪਣੀ ਜਿਹੜੀ ਪੂਰੀ ਬੋਡੀ ਹੈ ਮੋਸਟ ਆਫ ਦਾ ਸਕਿਨ ਦੇ ਨਾਲ ਬਣੀ ਹੋਈ ਹੈ। ਤੇ ਸਕਿਨ ਆਪਣੀ ਬਚਾਓ ਕਰਕੇ ਰੱਖਦਾ ਹੈ ਕੋਈ ਵੀ ਇਹੋ ਜਿਹੀ ਚੀਜ਼ ਤੋਂ, ਆਪਣੀ ਛੋਟੀ ਮੋਟੀ ਚੋਟ ਤੋਂ ਜਾਂ ਛੋਟੇ ਮੋਟੇ ਕਿਸੇ ਸੱਟ ਤੋਂ ਆਪਾਂ ਨੂੰ ਬਚਾ ਕੇ ਰੱਖਦਾ ਹੈ, ਜਾਂ ਕਿਸੇ ਵੀ ਕੀੜੇ ਮਕੌੜੇ ਦੇ ਡਰ ਤੋਂ ਆਪਾਂ ਨੂੰ ਬਚਾ ਕੇ ਰੱਖਦਾ, ਆਪਣੀ ਬੋਡੀ ਨੂੰ ਸੇਫ ਗਾਰਡ ਕਰਕੇ ਰੱਖਦਾ ਹੈ। ਤਾਂ ਜਿਹੜੀ ਆਪਣੀ ਸਕਿਨ ਹੈ ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਕਿਉਂਕਿ ਸਕਿਨ ਦੇ ਥਰੂ ਹੀ ਆਪਣਾ ਜੋ ਵੀ ਕਿਸੇ ਵੀ ਚੀਜ਼ ਨੂੰ ਆਪਾਂ ਦੇਖ ਪਾਉਂਦੇ ਹਾਂ, ਸੁਣ ਪਾਉਂਦੇ ਹਾਂ, ਇਹ ਸਾਰੀਆਂ ਚੀਜ਼ਾਂ ਆਪਣੀ ਸਕਿਨ ਆਪਾਂ ਨੂੰ ਪ੍ਰੋਵਾਈਡ ਕਰਦਾ ਹੈ ਕਵਰਿੰਗ ਦੇ ਲਈ, ਉਸਨੂੰ ਸੇਫ ਗਾਰਡ ਕਰਦਾ ਹੈ। ਤੇ ਕੋਈ ਵੀ ਇਹੋ ਜਿਹੀ ਚੀਜ਼ ਜਿਸ ਤੋਂ ਆਪਾਂ ਨੂੰ ਬਚਾਓ ਰੱਖਣ ਦੀ ਜ਼ਰੂਰਤ ਹੁੰਦੀ ਹੈ, ਉਹ ਆਪਣੀ ਜੋ ਚਮੜੀ ਹੈ ਉਸ ਚੀਜ਼ ਦੀ ਖਾਸ ਖਿਆਲ ਰੱਖਦੀ ਹੈ ਕਿ ਆਪਣੀ ਜਿਹੜੀ ਬੋਡੀ ਹੈ, ਆਪਣੇ ਜਿਹੜੇ ਇੰਟਰਨਲ ਔਰਗਨਸ ਹਨ ਉਹ ਸੇਫਗਾਰਡ ਰਹਿ ਸਕਣ। ਤੇ ਆਪਣੀ ਚਮੜੀ ਹੀ ਆਪਾਂ ਨੂੰ ਇਨਫੋਰਮੇਸ਼ਨ ਪ੍ਰੋਸੈਸ ਕਰਨ ਦੇ ਵਿੱਚ ਕਾਫੀ ਜ਼ਿਆਦਾ ਹੈਲਪਫੁਲ ਰਹਿੰਦੀ ਹੈ। ਆਪਣੀ ਜਿਹੜੀ ਸਕਿਨ ਹੈ, ਸਕਿਨ ਦੇ ਉੱਤੇ ਠੰਡਾ ਗਰਮ, ਮੌਸਮ ਠੰਡਾ ਹੈ ਜਾਂ ਮੌਸਮ ਗਰਮ ਹੈ, ਆਪਣੇ ਉੱਤੇ ਜਿਹੜੇ ਕੱਪੜੇ ਆਪਾਂ ਢੱਕਣ ਦੇ ਲਈ ਯੂਜ਼ ਕਰਦੇ ਹਾਂ, ਤਾਂ ਜਿੱਦਾਂ ਦਾ ਵੀ ਮੌਸਮ ਆਪਣੇ ਬਾਹਰ ਰਹਿੰਦਾ, ਆਪਣੀ ਸਕਿਨ ਆਪਾਂ ਨੂੰ ਦੱਸਦੀ ਹੈ ਕਿ ਅੱਜ ਜ਼ਿਆਦਾ ਠੰਡਾ ਮੌਸਮ ਹੈ ਜਾਂ ਗਰਮੈਸ਼ ਹੈ, ਜਾਂ ਕੋਈ ਪਾਣੀ ਜੇ ਆਪਾਂ ਪੀ ਰਹੇ ਹਾਂ ਤਾਂ ਉਹ ਠੰਡਾ ਹੈ, ਗਰਮ ਹੈ। ਆਪਣਾ ਜਦੋਂ ਨਹਾਉਂਦੇ ਹਾਂ ਤਾਂ ਪਾਣੀ ਜ਼ਿਆਦਾ ਠੰਡਾ ਆਪਣੇ ਲਈ, ਬੋਡੀ ਦੇ ਲਈ ਮੌਸਮ ਦੇ ਅਕੋਰਡਿੰਗ ਠੀਕ ਹੈ ਜਾਂ ਨਹੀਂ, ਆਪਾਂ ਨੂੰ ਕੋਈ ਨਿੱਘੇ ਪਾਣੀ ਦੀ ਜ਼ਰੂਰਤ ਹੈ। ਇਹ ਸਭ ਆਪਣੀ ਜਿਹੜੀ ਚਮੜੀ ਹੈ ਉਹ ਆਪਾਂ ਨੂੰ ਦੱਸਣ ਦੇ ਵਿੱਚ ਸਹਿਯੋਗ ਕਰਦੀ ਹੈ। ਜੇ ਆਪਾਂ ਇੱਕ ਐਕਸਪੈਰੀਮੈਂਟ ਦੇ ਰੂਪ ਤੇ ਦੇਖੀਏ ਕਿ ਇੱਕ ਬਕਟ ਦੇ ਵਿੱਚ ਆਪਾਂ ਬਿਲਕੁਲ ਠੰਡਾ ਪਾਣੀ ਰੱਖੀਏ, ਇੱਕ ਬਕਟ ਦੇ ਵਿੱਚ ਆਪਾਂ ਬਿਲਕੁਲ ਗਰਮ ਪਾਣੀ ਰੱਖੀਏ, ਕਾਫੀ ਜ਼ਿਆਦਾ ਗਰਮ ਹੋਵੇ ਜਿਹੜਾ, ਤੇ ਇੱਕ ਥਰਡ ਬਾਲਟੀ ਦੇ ਵਿੱਚ ਆਪਾਂ ਲਿਊਕ ਵਾਰਮ ਵਾਟਰ ਰੱਖੀਏ ਜੋ ਕਿ ਜ਼ਿਆਦਾ ਠੰਡਾ ਵੀ ਨਹੀਂ ਹੁੰਦਾ ਨਾ ਕਿ ਜ਼ਿਆਦਾ ਗਰਮ ਹੁੰਦਾ ਹੈ। ਤੇ ਆਪਾਂ ਇੱਕ ਇਨਸਾਨ ਨੂੰ ਕਹਿੰਦੇ ਹਾਂ ਕਿ ਉਹ ਆਪਣਾ ਹੱਥ ਇੱਕ ਠੰਡੇ ਪਾਣੀ ਵਾਲੀ ਬਕਟ ਦੇ ਵਿੱਚ ਰੱਖੇ ਤੇ ਇੱਕ ਗਰਮ ਪਾਣੀ ਵਾਲੀ ਬਕਟ ਦੇ ਵਿੱਚ ਰੱਖੇ। 5 ਮਿੰਟ ਰੱਖਣ ਤੋਂ ਬਾਅਦ ਹੁਣ ਉਹ ਲੂਕਵਾਰਮ ਵਾਟਰ ਦੇ ਵਿੱਚ ਜਦੋਂ ਆਪਣਾ ਹੱਥ ਰੱਖਦਾ ਹੈ ਤਾਂ ਇਹ ਪਾਇਆ ਜਾਂਦਾ ਹੈ ਕਿ ਜਿਹੜਾ ਹੱਥ ਉਹਦਾ ਠੰਡੇ ਪਾਣੀ ਦੇ ਵਿੱਚ ਪਹਿਲਾਂ ਸੀਗਾ, ਉਹ ਪਾਣੀ ਹੁਣ ਉਸਨੂੰ ਗਰਮ ਲੱਗ ਰਿਹਾ ਹੈ, ਤੇ ਜਿਹੜੇ ਹੱਥ ਉਸਦਾ ਪਹਿਲਾਂ ਜ਼ਿਆਦਾ ਗਰਮ ਪਾਣੀ ਦੇ ਵਿੱਚ ਸੀਗਾ, ਹੁਣ ਉਹ ਹੱਥ ਉਸਨੂੰ ਜ਼ਿਆਦਾ ਠੰਡਾ ਪਾਣੀ ਫੀਲ ਕਰਵਾ ਰਿਹਾ ਹੈ। ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਜਿਹੜੀ ਆਪਣੀ ਸਕਿਨ ਹੈ ਤੇ ਜਿਹੜਾ ਵਾਟਰ ਹੈ ਉਹ ਆਪਾਂ ਉਸ ਚੀਜ਼ ਦੇ ਨਾਲ ਢਲ ਜਾਂਦੇ ਹਾਂ, ਉਸ ਐਕਸਪੀਰੀਅੰਸ ਦੇ ਨਾਲ ਆਪਾਂ ਇੰਨਾ ਜ਼ਿਆਦਾ ਖੋ ਜਾਂਦੇ ਹਾਂ ਜਾਂ ਫੀਲ ਕਰ ਲੈਂਦੇ ਹਾਂ ਕਿ ਆਪਣੀ ਜਿਹੜੀ ਸਕਿਨ ਹੈ ਉਸ ਚੀਜ਼ ਨੂੰ ਅਡੈਪਟ ਕਰ ਲੈਂਦੀ ਹੈ ਉਸ ਫੀਲਿੰਗ ਨੂੰ 5 ਮਿੰਟ ਦੇ ਲਈ। ਤੇ ਜਦੋਂ ਉਹ ਦੂਜੇ ਪਾਣੀ ਦੇ ਵਿੱਚ ਇੱਕ ਚੇਂਜ ਉਸਨੂੰ ਮਿਲਦਾ ਹੈ ਤਾਂ ਉਸਨੂੰ ਉਸਦਾ ਆਪੋਜ਼ਿਟ ਰਿਐਕਸ਼ਨ ਮਿਲਦਾ ਹੈ। ਇਹ ਇਸ ਕਰਕੇ ਕਿਉਂਕਿ ਉਸਦੇ ਠੰਡੇ ਪਾਣੀ, ਇੱਕ ਹੱਥ ਨੇ ਠੰਡੇ ਪਾਣੀ ਦੀ ਆਦਤ ਲੱਗ ਗਈ ਸੀਗੀ ਤੇ ਇੱਕ ਹੱਥ ਨੂੰ ਗਰਮ ਪਾਣੀ ਦੀ ਫੀਲ ਨਾਲ ਆਦਤ ਲੱਗ ਗਈ ਸੀ, ਤੇ ਦ ਮੂਮੈਂਟ ਜਦੋਂ ਉਸਨੂੰ ਚੇਂਜ ਮਿਲਿਆ ਤਾਂ ਉਸਨੂੰ ਇਹ ਮਹਿਸੂਸ ਹੋਇਆ ਕਿ ਜੋ ਜ਼ਿਆਦਾ ਠੰਡਾ ਪਾਣੀ ਸੀ ਉਹਨੂੰ ਗਰਮ ਵਾਲਾ ਫੀਲ ਕਰ ਰਿਹਾ ਹੈ, ਤੇ ਜੋ ਜ਼ਿਆਦਾ ਗਰਮ ਪਾਣੀ ਦੇ ਵਿੱਚ ਸੀਗਾ ਉਹਨੂੰ ਜ਼ਿਆਦਾ ਠੰਡਾ ਪਾਣੀ ਫੀਲ ਕਰ ਰਿਹਾ ਹੈ। ਇਹ ਇਸ ਕਰਕੇ ਕਿਉਂਕਿ ਜਦੋਂ ਐਕਸਪੀਰੀਐਂਸਿਸ ਚੇਂਜ ਹੁੰਦੇ ਹਨ ਤੇ ਆਪਣੇ ਐਕਸਪੀਰੀਐਂਸਿਸ ਹੀ ਆਪਾਂ ਨੂੰ ਦੱਸ ਪਾਉਂਦੇ ਹਾਂ ਕਿ ਕੋਈ ਚੀਜ਼ ਦੇ ਵਿੱਚ, ਆਪਣੀ ਇਨਵਾਇਰਨਮੈਂਟ ਦੇ ਵਿੱਚ ਚੇਂਜਸ ਆ ਰਹੇ ਹਨ। ਆਪਣੀ ਸਕਿਨ ਦੇ ਥਰੂ ਆਪਾਂ ਨੂੰ ਠੰਡਾ ਗਰਮ ਜਾਂ ਫਿਰ ਕੋਈ ਚੀਜ਼ ਦਾ ਦਰਦ ਜਾਂ ਕਿਸੇ ਚੀਜ਼ ਦਾ ਪਲੇਜ਼ਰ ਆਪਾਂ ਨੂੰ ਫੀਲ ਹੁੰਦਾ ਹੈ, ਉਹ ਆਪਣੀ ਸਕਿਨ ਹੈਲਪ ਕਰਦਾ ਹੈ ਉਸ ਚੀਜ਼ ਨੂੰ ਡਿਫਰੈਂਸ਼ੀਏਟ ਕਰਨ ਦੇ ਵਿੱਚ। ਤੇ ਇਹ ਚੀਜ਼ ਦੇ ਵਿੱਚ ਵੀ ਹੈਲਪ ਕਰਦਾ ਹੈ ਕਿ ਕੋਈ ਚੀਜ਼ ਆਪਣੇ ਲਈ ਸਹੀ ਹੈ ਜਾਂ ਨਹੀਂ ਹੈ। ਆਪਾਂ ਨੇ ਕਿਸੇ ਚੀਜ਼ ਤੋਂ ਇੱਕ ਰਿਫਲੈਕਸ ਐਕਸ਼ਨ ਜਦੋਂ ਆਪਾਂ ਪ੍ਰੋਡਿਊਸ ਕਰਦੇ ਹਾਂ, ਕਿਸੇ ਵੀ ਚੀਜ਼ ਤੋਂ ਜਦੋਂ ਆਪਾਂ ਦੇਖਦੇ ਹਾਂ ਕਿ ਕੋਈ ਚੀਜ਼ ਮੇਰੇ ਉੱਤੇ ਗਿਰਨ ਵਾਲੀ ਹੈ ਜਾਂ ਕੋਈ ਹੱਥ ਸੜਨ ਲੱਗਦਾ ਹੈ, ਜਦੋਂ ਕੋਈ ਬੱਚਾ, ਛੋਟਾ ਬੱਚਾ ਜਦੋਂ ਮੈਚਸਟਿਕ ਦੇ ਨਾਲ ਇੱਕ ਕੈਂਡਲ ਨੂੰ ਜਦੋਂ ਬਰਨ ਕਰਨਾ ਸਟਾਰਟ ਕਰਦਾ ਹੈ ਤੇ ਉਹ ਫੀਲ ਕਰਦਾ ਹੈ ਕਿ ਉਸ ਤੋਂ ਥੋੜਾ ਥੋੜਾ ਗਰਮੈਸ਼ ਉਸਦੇ ਹੱਥ ਨੂੰ ਲੱਗ ਰਹੀ ਹੈ, ਕਿਉਂਕਿ ਮਾਚਿਸ ਦੀ ਤਿੱਲੀ ਹੁਣ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ। ਤਾਂ ਇੱਕਦਮ ਆਪਣੇ ਹੱਥ ਤੋਂ ਆਪਣੀ ਮਾਚਿਸ ਦੀ ਤਿੱਲੀ ਨੂੰ ਇਸ ਕਰਕੇ ਛੱਡ ਦਿੰਦਾ ਹੈ ਕਿਉਂਕਿ ਉਸਨੂੰ ਇੱਕਦਮ ਫੀਲ ਹੁੰਦਾ ਹੈ ਕਿ ਹੁਣ ਉਹ ਉਸਦੀ ਸਕਿਨ ਨੂੰ ਬਰਨ ਕਰ ਰਿਹਾ ਹੈ। ਤੇ ਉਹ ਇੱਕ ਰਿਫਲੈਕਸ ਹੁੰਦਾ ਹੈ ਜਦੋਂ ਆਪਾਂ ਇੱਕਦਮ ਕਿਸੇ ਚੀਜ਼ ਨੂੰ ਬਿਨਾਂ ਸੋਚੇ ਸਮਝੇ ਬਸ ਉਸ ਚੀਜ਼ ਨੂੰ ਫੀਲ ਕਰਦੇ ਹੀ ਆਪਾਂ ਉਸ ਚੀਜ਼ ਦਾ ਤੁਰੰਤ ਜਿਹੜਾ ਆਪਾਂ ਐਕਸ਼ਨ ਪ੍ਰੋਡਿਊਸ ਕਰਦੇ ਹਾਂ ਉਸਨੂੰ ਰਿਫਲੈਕਸ ਐਕਸ਼ਨ ਕਿਹਾ ਜਾਂਦਾ ਹੈ। ਯੂਜੂਅਲੀ ਆਪਣਾ ਜਿਹੜਾ ਰਿਫਲੈਕਸ ਐਕਸ਼ਨ ਹੁੰਦਾ ਉਹ ਆਪਣੇ ਬ੍ਰੇਨ ਦੇ ਵਿੱਚ ਨਾਲ ਦੀ ਨਾਲ ਜੋ ਇਨਫੋਰਮੇਸ਼ਨ ਡਾਇਰੈਕਟ ਲੈਵਲ ਤੇ ਜਾਂਦੀ ਹੈ ਉਸ ਚੀਜ਼ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਆਪਣੀ ਸਕਿਨ ਜੋ ਇੱਕ ਇੰਟੈਂਸਿਟੀ ਦੇ ਨਾਲ ਜੋ ਇੱਕ ਇੰਟੈਂਸ ਰਿਸਪੌਂਸ ਦਿੰਦੀ ਹੈ ਉਸ ਚੀਜ਼ ਨੂੰ ਰਿਫਲੈਕਸ ਕਿਹਾ ਜਾਂਦਾ ਹੈ।
फिर आंदा है परसੈਪਸ਼ਨ। ਹੁਣ ਤੱਕ ਆਪਾਂ ਗੱਲ ਕਰ ਰਹੇ ਸੀਗੇ ਸੈਂਸੇਸ਼ਨ ਦੀ, ਜੋ ਕਿ ਆਪਣੇ 5 ਸੈਂਸਸ ਸੀਗੀਆਂ, ਆਈਜ਼, ਨੋਜ਼, ਈਅਰ, ਟੰਗ ਐਂਡ ਸਕਿਨ। ਜਿਹੜੇ ਆਪਣੀਆਂ ਇਹ 5 ਸੈਂਸਰੀ ਹਨ, ਇਹ ਆਪਾਂ ਨੂੰ ਹੈਲਪ ਕਰਦੇ ਆ ਕੋਈ ਵੀ ਇਨਫੋਰਮੇਸ਼ਨ ਨੂੰ ਡਾਇਰੈਕਟਲੀ ਆਪਣੇ ਬ੍ਰੇਨ ਦੇ ਆਪਟਿਕ ਨਰਵਸ ਤੱਕ, ਆਪਣੇ ਜਿਹੜੇ ਨਰਵ ਐਂਡਿੰਗਸ ਹਨ, ਉਹ ਆਪਣੀਆਂ ਹੈਲਪ ਕਰਦੇ ਹਨ ਆਪਣੇ ਬ੍ਰੇਨ ਤੱਕ ਉਹ ਇਨਫੋਰਮੇਸ਼ਨ ਨੂੰ ਕਲੈਕਟ ਕਰਕੇ ਲੈ ਕੇ ਜਾਣ ਦੇ ਲਈ। ਤੇ ਜੋ ਸੈਂਸੇਸ਼ਨਸ ਹੁੰਦੀਆਂ ਹਨ, ਉਹ ਇੱਕਦਮ ਆਪਣਾ ਜੋ ਵੀ ਇਨਫੋਰਮੇਸ਼ਨ ਕਲੈਕਟ ਕਰ ਰੱਖੀ ਹੁੰਦੀ ਹੈ, ਉਹ ਆਪਣੇ ਸੈਂਸਰੀ ਆਰਗਨਸ ਦੇ ਥਰੂ ਆਪਣੇ ਬ੍ਰੇਨ ਤੱਕ ਨਾਲ ਦੀ ਨਾਲ ਡਾਇਰੈਕਟ ਲੈਵਲ ਤੇ ਉਸ ਨੂੰ ਲੈ ਕੇ ਜਾਂਦੀ ਹੈ, ਬਿਨਾਂ ਕੁਝ ਸੋਚੇ ਸਮਝੇ ਕਿ ਕਿਆ ਚੀਜ਼ ਸਹੀ ਹੈ, ਗਲਤ ਹੈ, ਉਸਦਾ ਮੀਨਿੰਗ ਕਿਆ ਹੈ। ਪਰ ਜਿਹੜੀ ਦੂਜੀ ਸਾਈਡ ਤੇ ਜੇ ਆਪਾਂ ਦੇਖੀਏ ਪਰਸੈਪਸ਼ਨ, ਪਰਸੈਪਸ਼ਨ ਕਿਸ ਚੀਜ਼ ਨੂੰ ਕਿਹਾ ਜਾਂਦਾ ਹੈ? ਪਰਸੈਪਸ਼ਨ ਉਸ ਨੂੰ ਕਿਹਾ ਜਾਂਦਾ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਫੀਲ ਕਰਦੇ ਹਾਂ, ਸੈਂਸੇਸ਼ਨਸ ਦੇ ਥਰੂ ਜਦੋਂ ਆਪਾਂ ਕਿਸੇ ਚੀਜ਼ ਨੂੰ ਫੀਲ ਕਰਦੇ ਹਾਂ, ਤੇ ਉਹ ਸੈਂਸਰੀ ਆਰਗਨਸ ਤੋਂ ਬਾਅਦ ਜਦੋਂ ਫੀਲਿੰਗਸ ਤੋਂ ਬਾਅਦ ਉਸ ਚੀਜ਼ ਨੂੰ ਆਪਾਂ ਪ੍ਰੋਸੈਸ ਕਰ ਪਾਉਂਦੇ ਹਾਂ, ਉਸ ਚੀਜ਼ ਨੂੰ ਆਪਾਂ ਮੀਨਿੰਗ ਦੇ ਪਾਉਂਦੇ ਹਾਂ, ਉਸ ਚੀਜ਼ ਨੂੰ ਆਪਾਂ ਸਿੰਬੋਲਾਈਜ਼ ਕਰ ਪਾਉਂਦੇ ਹਾਂ, ਕਿਸੇ ਚੀਜ਼ ਦਾ ਉਸਦਾ ਅਰਥ ਕੱਢ ਪਾਉਂਦੇ ਹਾਂ, ਉਸ ਚੀਜ਼ ਨੂੰ ਪਰਸੈਪਸ਼ਨ ਕਿਹਾ ਜਾਂਦਾ ਹੈ। ਕਿਉਂਕਿ ਪਰਸੈਪਸ਼ਨ ਆਪਾਂ ਨੂੰ ਹੈਲਪ ਕਰਦਾ ਹੈ ਕਿਸੇ ਚੀਜ਼ ਨੂੰ ਪਰਸੀਵ ਕਰਨ ਦੇ ਲਈ, ਕਿਸੇ ਚੀਜ਼ ਨੂੰ ਦੇਖਣ ਦੇ ਲਈ। ਉਸ ਚੀਜ਼ ਦਾ ਜਿਹੜਾ ਇੱਕ ਪਰਸੈਪਸ਼ਨ ਹੁੰਦੀ ਹੈ, ਆਪਣਾ ਦੇਖਣ ਦੇ ਨਜ਼ਰੀਏ ਨੂੰ ਪਰਸੈਪਸ਼ਨ ਕਿਹਾ ਜਾਂਦਾ ਹੈ। ਤੇ ਜੋ ਆਪਣੀ ਸੈਂਸੇਸ਼ਨ ਹੁੰਦੀ ਹੈ, ਸੈਂਸੇਸ਼ਨ ਐਂਡ ਪਰਸੈਪਸ਼ਨ ਦੋਨੋਂ ਹੈਂਡ ਇਨ ਹੈਂਡ ਵਰਕ ਕਰਦੇ ਹਨ। ਸੈਂਸੇਸ਼ਨਸ ਦੇ ਨਾਲ ਆਪਾਂ ਨੂੰ ਇਨਫੋਰਮੇਸ਼ਨ ਆਪਾਂ ਕਲੈਕਟ ਕਰਦੇ ਹਾਂ, ਤੇ ਪਰਸੈਪਸ਼ਨ ਦੇ ਥਰੂ ਆਪਾਂ ਜੋ ਵੀ ਇਨਫੋਰਮੇਸ਼ਨ ਕਲੈਕਟਡ ਹੁੰਦੀ ਹੈ, ਉਸ ਚੀਜ਼ ਨੂੰ ਇੱਕ ਮੀਨਿੰਗ ਦੇ ਪਾਉਂਦੇ ਹਾਂ। ਤੇ ਜਿਹੜੀ ਆਪਾਂ ਪਰਸੀਵ ਕਰਦੇ ਹਾਂ, ਉਸ ਚੀਜ਼ ਨੂੰ ਇਸ ਐਗਜ਼ਾਮਪਲ ਦੇ ਨਾਲ ਵੀ ਸਮਝਿਆ ਜਾ ਸਕਦਾ ਹੈ। ਇੱਕ ਕਾਫੀ ਸੁੰਦਰ ਮੂਵੀ ਦੇ ਥਰੂ ਇਹ ਐਕਸਪੈਰੀਮੈਂਟ ਨੂੰ ਬਿਆਨ ਕੀਤਾ ਗਿਆ ਸੀਗਾ, ਤੇ ਇਸ ਚੀਜ਼ ਨੂੰ ਨਰੇਟ ਕੀਤਾ ਗਿਆ ਸੀਗਾ ਕਿ ਇੱਕ ਵਾਰ ਇੱਕ ਮੂਵੀ ਦੇ ਵਿੱਚ ਆਸਮਾਨ ਤੋਂ ਕੋਈ ਇੱਕ ਬੋਟਲ ਨੀਚੇ ਗਿਰਦੀ ਹੈ, ਜੋ ਕਿ ਬਲੂ ਕਲਰ ਦੀ ਹੁੰਦੀ ਹੈ, ਤੇ ਆਸ-ਪਾਸ ਵਾਲੇ ਜਿਹੜੇ ਵੀ ਉਹ ਪਿੰਡ ਦੇ ਲੋਕ ਹੁੰਦੇ ਹਾਂ, ਉਹ ਕਾਫੀ ਜ਼ਿਆਦਾ ਆਸ਼ਚर्य ਹੋ ਜਾਂਦੇ ਆ ਕਿ ਇਹ ਜੋ ਇੱਕ ਉੱਪਰੋਂ ਗਿਰੀ ਹੋਈ, ਇੱਕ ਆਸਮਾਨ ਤੋਂ ਗਿਰੀ ਹੋਈ ਜਿਹੜੀ ਇਹ ਇੱਕ ਬੋਟਲ ਹੈ, ਇਹ ਰੱਬ ਨੇ ਆਪਾਂ ਨੂੰ ਥੱਲੇ ਕਿਉਂ ਭੇਜੀ ਹੈ? ਇਹ ਰੱਬ ਦੀ ਭੇਜੀ ਹੋਈ ਇੱਕ ਬੋਟਲ ਹੈ। ਪਰ ਉਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਹਾਂ ਕਿ ਇਹਨੂੰ ਬੋਟਲ ਬੋਲਿਆ ਜਾਂਦਾ ਹੈ, ਪਰ ਉਸ ਚੀਜ਼ ਨੂੰ ਐਜ਼ ਇੱਕ ਸਮੱਗਰੀ ਦੇਖਿਆ ਜਾਂਦਾ ਹੈ ਕਿ ਇਹ ਰੱਬ ਦੀ ਭੇਜੀ ਹੋਈ ਚੀਜ਼ ਹੈ, ਰੱਬ ਦਾ ਦਿੱਤਾ ਹੋਇਆ ਗਿਫਟ ਹੈ। ਤੇ ਉਸਨੂੰ ਕਾਫੀ ਲੋਕ ਕਾਫੀ ਤਰੀਕੇ ਦੇ ਨਾਲ ਦੇਖਦੇ ਹਨ, ਉਸਦੇ ਉੱਪਰਲੀ ਸਾਈਡ ਤੋਂ ਦੇਖਦੇ ਹਨ, ਨੀਚੇ ਤੋਂ ਉਸਦੇ ਵਿੱਚੋਂ ਦੇਖਦੇ ਹਨ, ਉਸਨੂੰ ਖੋਲ ਕੇ ਦੇਖਦੇ ਹਨ, ਉਸ ਪਾਣੀ ਨੂੰ ਚੱਕ ਕੇ ਦੇਖਦੇ ਹਨ, ਉਸ ਚੀਜ਼ ਦੇ ਉੱਤੇ ਜਿਹੜਾ ਵੀ ਇੱਕ ਪੇਪਰ ਲੱਗਿਆ ਹੁੰਦਾ ਹੈ, ਉਸ ਚੀਜ਼ ਨੂੰ ਅੱਛੀ ਤਰ੍ਹਾਂ ਫਰੋਲਦੇ ਹਨ, ਚੈੱਕ ਕਰਦੇ ਹਨ ਕਿ ਇਹ ਚੀਜ਼ ਦਾ ਮਤਲਬ ਕਿਆ ਹੈ, ਤੇ ਰੱਬ ਨੇ ਇਹ ਥੱਲੇ ਕਿਉਂ ਭੇਜੀ ਹੈ, ਤਾਂ ਰੱਬ ਦਾ ਗਿਫਟ ਹੈ, ਤੇ ਉਸਨੂੰ ਐਜ਼ ਰੱਬ ਦੇ ਗਿਫਟ ਦੇ ਨਾਲ ਹੀ ਐਸੋਸੀਏਟ ਕਰ ਲੈਂਦੇ ਹਨ। ਹੁਣ ਇਹ ਇਸ ਕਰਕੇ ਹੋਇਆ, ਜੇ ਆਪਣੇ ਵਰਗਾ ਇਨਸਾਨ ਉਸ ਚੀਜ਼ ਨੂੰ ਦੇਖਦਾ ਤਾਂ ਉਹ ਕਹਿੰਦਾ ਕਿ ਇੱਕ ਤਾਂ ਬੋਟਲ ਹੈ, ਬਲੂ ਕਲਰ ਦੀ ਬੋਟਲ ਹੈ, ਪਰ ਉਹ ਇਨਸਾਨਾਂ ਨੂੰ ਇਹ ਚੀਜ਼ ਦਾ ਸਮਝ ਨਹੀਂ ਆਇਆ ਕਿ ਇਹ ਬੋਟਲ ਹੈ, ਤੇ ਇਸ ਨੂੰ ਬੋਟਲ ਕਿਹਾ ਜਾਂਦਾ ਹੈ। ਤੇ ਜੇ ਆਪਾਂ ਇਸ ਨੂੰ ਖੋਲ ਕੇ ਜਿਸ ਦੇ ਅੰਦਰ ਇਹ ਪਾਣੀ ਹੈ, ਇਸ ਚੀਜ਼ ਨੂੰ ਪਾਣੀ ਬੋਲਿਆ ਜਾਂਦਾ ਹੈ, ਕਿਉਂਕਿ ਉਹਨਾਂ ਦੀ ਜਿਹੜੀ ਐਕਸਪੀਰੀਅੰਸ ਸੀਗਾ ਬਹੁਤ ਜ਼ਿਆਦਾ ਛੋਟਾ ਸੀਗਾ, ਜਿਸ ਕਰਕੇ ਉਹ ਉਸ ਐਕਸਪੀਰੀਅੰਸ ਨੂੰ ਅੰਡਰਸਟੈਂਡ ਨਹੀਂ ਕਰ ਪਾਏ ਕਿ ਇਸ ਚੀਜ਼ ਨੂੰ ਬੋਲਿਆ ਕੀ ਜਾਂਦਾ ਹੈ, ਤੇ ਇਹ ਚੀਜ਼ ਉੱਪਰੋਂ ਥੱਲੇ ਗਿਰੀ ਕਿਉਂ ਹੈ, ਇਹ ਤਾਂ ਰੱਬ ਦਾ ਇੱਕ ਗਿਫਟ ਹੈ। ਤੇ ਉਸ ਨੂੰ ਐਸੋਸੀਏਟ ਕਰ ਲੈਂਦੇ ਹੈ ਕਿਉਂਕਿ ਇਹ ਆਸਮਾਨ ਤੋਂ ਗਿਰਿਆ ਹੈ, ਤਾਂ ਇਹ ਰੱਬ ਦਾ ਗਿਫਟ ਹੈ, ਤੇ ਉਸ ਚੀਜ਼ ਨੂੰ ਉਸ ਲੈਵਲ ਤੱਕ ਹੀ ਸਮਝ ਪਾਉਂਦੇ ਹਨ ਜਿਸ ਲੈਵਲ ਤੱਕ ਉਹਨਾਂ ਨੇ ਉਸ ਚੀਜ਼ ਨੂੰ ਖੁਦ ਆਬਜ਼ਰਵ ਕਰਕੇ ਰੱਖਿਆ ਹੁੰਦਾ ਹੈ। ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਆਪਾਂ ਪਰਸੈਪਸ਼ਨ ਨੂੰ ਸਮਝ ਸਕਦੇ ਹਾਂ। ਜਦੋਂ ਆਪਾਂ ਮਾਰਕੀਟ ਦੇ ਵਿੱਚ ਜਾਂਦੇ ਹਾਂ, ਆਪਾਂ ਕਿਸੇ ਨੂੰ ਦੇਖਦੇ ਹਾਂ, ਉਸਦੇ ਬੈਕ ਸਾਈਡ ਤੋਂ ਜੇ ਆਪਾਂ ਵਿਊ ਕਰੀਏ ਤਾਂ ਐਦਾਂ ਲੱਗਦਾ ਕਿ ਉਹ ਆਪਣਾ ਦੋਸਤ ਹੈ, ਤੇ ਉਸਦਾ ਨਾਮ ਆਪਾਂ ਸੋਚਣ ਲੱਗ ਜਾਂਦੇ ਹਾਂ। ਉਹ ਆਪਾਂ ਦੇਖਦੇ ਹਾਂ ਕਿ ਉਸਦੀ ਹਾਈਟ ਵੀ ਉਹਦੇ ਜਿੱਡੀ ਹੀ ਹੈ। ਇੱਕ ਫਰੈਂਡ ਜਿਹਦਾ ਨਾਮ ਸੀਮਾ ਹੈ, ਇਸਦੀ ਹਾਈਟ ਵੀ ਸੀਮਾ ਜਿੱਡੀ ਹੈ, ਇਸਦੇ ਪਿੱਛੇ ਬਾਲਾਂ ਦੀ ਲੈਂਥ ਵੀ ਸੀਮਾ ਜਿੱਡੀ ਹੈ, ਇਹ ਕੱਪੜੇ ਵੀ ਮੈਂ ਸੀਮਾ ਦੇ ਕੋਲ ਪਾਏ ਹੋਏ ਦੇਖੇ ਹਨ, ਉਸਦੇ ਤੁਰਨ ਦਾ ਤਰੀਕਾ ਵੀ ਸੀਮਾ ਵਰਗਾ ਹੈ। ਤਾਂ ਇਸ ਸਾਰੀ ਇਨਫੋਰਮੇਸ਼ਨ ਤੋਂ ਜੋ ਸੈਂਸੇਸ਼ਨ ਨੇ, ਜੋ ਆਪਣੇ ਸੈਂਸਰੀ ਆਰਗਨਸ ਨੇ, ਜਦੋਂ ਆਪਾਂ ਮਾਰਕੀਟ ਭੀੜ ਭੜੱਕੇ ਦੇ ਵਿੱਚ ਆਪਾਂ ਜਾ ਰਹੇ ਹਾਂ, ਤਾਂ ਉਹ ਸਾਰੇ ਲੋਕਾਂ ਦੇ ਵਿੱਚੋਂ ਜਦੋਂ ਆਪਾਂ ਕਿਸੇ ਇੱਕ ਮਨੁੱਖ ਨੂੰ ਦੇਖਦੇ ਹਾਂ, ਤੇ ਆਪਾਂ ਨੂੰ ਇੱਕ ਸਿਮਿਲੈਰਿਟੀ ਨਜ਼ਰ ਆਉਂਦੀ ਹੈ, ਤੇ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੈਨੇ ਇਸ ਮਨੁੱਖ ਨੂੰ ਪਹਿਲਾਂ ਵੀ ਕਿਤੇ ਦੇਖਿਆ ਹੈ। ਤੇ ਉਹ ਸਾਰੀ ਇਨਫੋਰਮੇਸ਼ਨ ਆਪਣੀ ਸੈਂਸੇਸ਼ਨ ਆਪਣੇ ਬ੍ਰੇਨ ਤੱਕ ਜਦੋਂ ਲੈ ਕੇ ਜਾਂਦੀ ਹੈ, ਤਾਂ ਹੁਣ ਬ੍ਰੇਨ ਦਾ ਕਿਆ ਇੱਕ ਰੋਲ ਬਣਦਾ ਹੈ ਕਿ ਉਸ ਚੀਜ਼ ਨੂੰ ਹੁਣ ਉਹ ਪਰਸੀਵ ਕਰੇ, ਉਸ ਚੀਜ਼ ਨੂੰ ਹੁਣ ਉਹ ਸਮਝੇ ਕਿ ਜੋ ਵੀ ਆਪਾਂ ਸਾਹਮਣੇ ਦੇਖ ਪਾ ਰਹੇ ਹਾਂ ਕਿ ਆਪਾਂ ਉਸਨੂੰ ਜਾਣਦੇ ਹਾਂ। ਜੇ ਆਪਾਂ ਜਾਣਦੇ ਹਾਂ ਤਾਂ ਕਿਹੜੇ ਕਿਹੜੀ ਇਹੋ ਜਿਹੀਆਂ ਇੱਕ
ਇਹ ਜਿਹੇ ਇੰਪੋਰਟੈਂਟ ਐਸੋਸੀਏਸ਼ਨਸ ਹਨ ਜਿਸ ਦੇ ਥਰੂ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਇਨਸਾਨ ਸਾਹਮਣੇ ਤੁਰਿਆ ਜਾ ਰਿਹਾ ਹੈ ਉਹ ਮੇਰਾ ਦੋਸਤ ਹੈ, ਕਿਉਂਕਿ ਆਪਾਂ ਉਸ ਚੀਜ਼ ਨੂੰ ਪਰਸੀਵ ਕੀਤਾ ਉਸਦੇ ਤੁਰਨ ਦੇ ਤਰੀਕੇ ਤੋਂ, ਉਸਦੇ ਕੱਪੜਿਆਂ ਤੋਂ, ਉਸਦੇ ਵਾਲਾਂ ਤੋਂ ਤੇ ਉਸਦੇ ਡਰੈਸ ਸੈਂਸ ਤੋਂ ਆਪਾਂ ਨੇ ਇਹ ਆਈਡੀਆ ਜਾਂ ਅੰਦਾਜ਼ਾ ਲਗਾਇਆ ਕਿ ਇਸ ਬੰਦੇ ਨੂੰ ਮੈਂ ਜਾਣਦਾ ਹਾਂ ਤੇ ਇਹਦਾ ਨਾਮ ਸੀਮਾ ਹੈ, ਕਿਉਂਕਿ ਉਸਦਾ ਸਾਰੀਆਂ ਚੀਜ਼ਾਂ ਪਰਸੈਪਸ਼ਨ ਦੇ ਅਕੋਰਡਿੰਗ ਆਪਣੀ ਜੋ ਵੀ ਆਪਾਂ ਨੇ ਪਰਸੀਵ ਕਰਨ ਦੀ ਆਪਣੀ ਜਿਹੜੀ ਟੈਂਡੈਂਸੀ ਸੀ ਉਸ ਚੀਜ਼ ਤੋਂ ਆਪਾਂ ਇਹ ਅੰਦਾਜ਼ਾ ਲਗਾ ਪਾਏ ਕਿ ਇਹ ਮੇਰੀ ਫਰੈਂਡ ਸੀਮਾ ਹੀ ਹੈ। ਸੋ ਇਹ ਹੈ ਪਰਸੈਪਸ਼ਨ ਜੋ ਕਿ ਸੈਂਸੇਸ਼ਨ ਦੇ ਨਾਲ ਵਰਕ ਕਰਦਾ ਹੈ। ਸੈਂਸੇਸ਼ਨ ਦਾ ਕੰਮ ਹੁੰਦਾ ਹੈ ਆਊਟਰ ਇਨਵਾਇਰਨਮੈਂਟ ਤੋਂ ਇਨਫੋਰਮੇਸ਼ਨ ਇਨਰ ਵਰਲਡ ਤੱਕ ਲੈ ਕੇ ਜਾਣਾ, ਵੇਅਰ ਐਜ਼ ਪਰਸੈਪਸ਼ਨ ਦਾ ਕੰਮ ਹੈ ਇਨਰ ਵਰਲਡ ਤੋਂ ਪ੍ਰੋਸੈਸ ਕਰਕੇ ਮੀਨਿੰਗ ਕੱਢ ਕੇ ਐਕਸਪੀਰੀਅੰਸ ਨੂੰ ਯਾਦ ਕਰਕੇ ਐਸੋਸੀਏਟ ਕਰਕੇ ਉਸ ਚੀਜ਼ ਨੂੰ ਇਨਰ ਵਰਲਡ ਤੋਂ ਦੁਬਾਰਾ ਆਊਟਰ ਵਰਲਡ ਦੇ ਵਿੱਚ ਐਜ਼ ਅ ਬਿਹੇਵੀਅਰ ਦੇ ਰੂਪ ਦੇ ਵਿੱਚ ਜਾਂ ਫਿਰ ਐਜ਼ ਅ ਰਿਸਪੌਂਸ ਦੇ ਰੂਪ ਦੇ ਵਿੱਚ ਉਸ ਚੀਜ਼ ਨੂੰ ਐਕਸਪਲੇਨ ਕਰਨਾ। ਫਿਰ ਹੈ ਧਾਰਨਾ ਦੇ ਪੜਾਅ। ਜੇ ਆਪਾਂ ਪਰਸੈਪਸ਼ਨ ਦੇ ਸਟੈਪਸ ਦੇਖੀਏ ਕਿ ਆਪਾਂ ਕਿਸੇ ਚੀਜ਼ ਨੂੰ ਪਰਸੀਵ ਕਰਨ ਦੇ ਉਸ ਚੀਜ਼ ਦੇ ਸਟੈਪਸ ਕਿਹੜੇ ਕਿਹੜੇ ਮੌਜੂਦ ਹਨ ਤਾਂ ਉਹ ਤਿੰਨ ਪਾਰਟਸ ਦੇ ਵਿੱਚ ਡਿਵਾਈਡਡ ਹੈ। ਸਭ ਤੋਂ ਪਹਿਲਾਂ ਆਉਂਦਾ ਹੈ ਚੁਣਨਾ, ਫਿਰ ਹੈ ਸੰਗਠਿਤ, ਫਿਰ ਹੈ ਵਿਆਖਿਆ। ਸੋ ਪਹਿਲਾਂ ਆਉਂਦਾ ਹੈ ਸਿਲੈਕਸ਼ਨ। ਸਿਲੈਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਿਸੇ ਚੀਜ਼ ਨੂੰ ਚੁਣਦੇ ਹਾਂ। ਹੁਣ ਜਿਹੜਾ ਆਪਣਾ ਬ੍ਰੇਨ ਹੈ ਜਾਂ ਮੰਨ ਲਓ ਜਿਹੜੀਆਂ ਆਪਣੀਆਂ ਅੱਖਾਂ ਹਨ ਉਹ ਇੱਕੋ ਹੀ ਵਾਰ ਦੇ ਵਿੱਚ ਬਹੁਤ ਜ਼ਿਆਦਾ ਇਨਫੋਰਮੇਸ਼ਨ ਤਾਂ ਕਲੈਕਟ ਨਹੀਂ ਕਰ ਪਾਉਂਦੀਆਂ ਹਨ। ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਕਿਆ ਕਰਦੇ ਹਾਂ, ਜੋ ਚੀਜ਼ ਆਪਾਂ ਨੂੰ ਸਭ ਤੋਂ ਜ਼ਿਆਦਾ ਸਹੀ ਲੱਗਦੀ ਹੈ ਜਾਂ ਆਪਾਂ ਨੂੰ ਲੱਗਦਾ ਹੈ ਕਿ ਇਹ ਚੀਜ਼ ਤੋਂ ਮੈਨੂੰ ਜ਼ਿਆਦਾ ਇਨਫੋਰਮੇਸ਼ਨ ਮਿਲ ਸਕਦੀ ਹੈ ਜਾਂ ਫਿਰ ਕੋਈ ਚੀਜ਼ ਦੇ ਨਾਲ ਐਸੋਸੀਏਸ਼ਨ ਹੁੰਦਾ ਹੈ। ਜਿਵੇਂ ਆਪਾਂ ਪਹਿਲਾਂ ਇੱਕ ਗੱਲ ਕੀਤੀ ਸੀਗੀ, ਇੱਕ ਸੀਮਾ ਫਰੈਂਡ ਦੀ ਗੱਲ ਕੀਤੀ ਸੀਗੀ ਕਿ ਉਸਨੂੰ ਦੇਖਣ, ਉਸਦੇ ਚੱਲਣ ਦੇ ਤਰੀਕੇ ਤੋਂ, ਉਸਦੇ ਸ਼ਾਇਦ ਬੋਲਣ ਦੇ ਤਰੀਕੇ ਤੋਂ ਕਿਸੇ ਗ੍ਰਾਹਕ ਦੇ ਨਾਲ ਜਾਂ ਕਿਸੇ ਦੁਕਾਨਦਾਇਕ ਦੇ ਨਾਲ ਜਾਂ ਉਸਦੀ ਆਵਾਜ਼ ਤੋਂ ਜਾਂ ਉਸਦੇ ਬਾਲਾਂ ਦੀ ਲੈਂਥ ਤੋਂ, ਉਸਦੇ ਡਰੈਸ ਸੈਂਸ ਤੋਂ, ਉਸਦੇ ਤੁਰਨ ਦੇ ਤਰੀਕੇ ਤੋਂ, ਉਸਦੇ ਕੱਪੜਿਆਂ ਤੋਂ ਆਪਾਂ ਇਹ ਆਈਡੀਆ ਲਗਾ ਪਾਏ ਸੀਗੇ ਕਿ ਇਹ ਮੇਰੀ ਦੋਸਤ ਹੈ। ਸੋ ਆਪਾਂ ਨੇ ਸਭ ਤੋਂ ਪਹਿਲਾਂ ਕਿਆ ਕੀਤਾ, ਆਪਾਂ ਮਾਰਕੀਟ ਦੇ ਵਿੱਚ ਜਦੋਂ ਜਾ ਰਹੇ ਸੀਗੇ ਤਾਂ ਆਪਾਂ ਸਭ ਤੋਂ ਪਹਿਲਾਂ ਆਸ-ਪਾਸ ਜਦੋਂ ਆਪਾਂ ਦੇਖਦੇ ਤੁਰੇ ਜਾ ਰਹੇ ਸੀਗੇ ਤਾਂ ਆਪਣੀ ਨਜ਼ਰ ਆਪਣੀ ਫਰੈਂਡ ਤੇ ਜਾਂਦੀ ਹੈ ਕਿ ਇਸ ਦੇ ਵਿੱਚ ਜੋ ਵੀ ਸਿਮਿਲੈਰਿਟੀਜ਼ ਹਨ ਉਹ ਮੇਰੀ ਫਰੈਂਡ ਦੇ ਨਾਲ ਮਿਲਦੀਆਂ ਜੁਲਦੀਆਂ ਹਨ। ਤਾਂ ਆਪਾਂ ਹੁਣ ਕਿਆ ਕਰੋਗੇ, ਆਪਾਂ ਨੇ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਨੂੰ ਸਿਲੈਕਟ ਕੀਤਾ। ਹੁਣ ਆਪਾਂ ਇੱਕੋ ਹੀ ਵਾਰ ਦੇ ਵਿੱਚ ਆਸ-ਪਾਸ ਹੁੰਦੀ ਹੋਈ ਕੋਈ ਵੀ ਐਕਸਟਰਨਲ ਲੈਵਲ ਤੇ ਇਨਫੋਰਮੇਸ਼ਨ ਨੂੰ ਆਪਾਂ ਹਰ ਇੱਕ ਨੂੰ ਇੱਕੋ ਹੀ ਵਾਰ ਦੇ ਵਿੱਚ ਤਾਂ ਆਪਾਂ ਇਨਫੋਰਮੇਸ਼ਨ ਕਲੈਕਟ ਨਹੀਂ ਕਰ ਸਕਦੇ। ਹਰ ਇੱਕ ਚੀਜ਼ ਨੂੰ ਆਪਾਂ ਇੱਕੋ ਹੀ ਵਾਰ ਦੇ ਵਿੱਚ ਰਿਸਪੌਂਸ ਤਾਂ ਕਲੈਕਟ ਨਹੀਂ ਕਰ ਸਕਦੇ ਜਾਂ ਰਿਸਪੌਂਸ ਨਹੀਂ ਦੇ ਸਕਦੇ, ਕਿਉਂਕਿ ਆਪਾਂ ਇੱਕੋ ਟਾਈਮ ਦੇ ਵਿੱਚ ਕਾਫੀ ਲਿਮਿਟਿਡ ਲੈਵਲ ਤੇ ਇਨਫੋਰਮੇਸ਼ਨ ਨੂੰ ਕਲੈਕਟ ਕਰ ਪਾਉਂਦੇ ਹਾਂ। ਤੇ ਆਪਣੀ ਜਿਹੜੀ ਇਨਫੋਰਮੇਸ਼ਨ ਸਿਲੈਕਸ਼ਨ ਦਾ ਜਿਹੜਾ ਇੱਕ ਤਰੀਕਾ ਹੁੰਦਾ ਹੈ ਉਹ ਆਪਾਂ ਸਭ ਤੋਂ ਪਹਿਲਾਂ ਉਹੀ ਚੀਜ਼ ਨੂੰ ਦੇਖਦੇ ਹਾਂ ਜਿਹੜੀ ਚੀਜ਼ ਦੇ ਵੱਲ ਆਪਾਂ ਸਭ ਤੋਂ ਜ਼ਿਆਦਾ ਆਕਰਸ਼ਿਤ ਹੁੰਦੇ ਹਾਂ। ਤਾਂ ਫਿਰ ਜਿਵੇਂ ਮੈਂ ਆਪਣੀ ਇੱਕ ਫਰੈਂਡ ਨੂੰ ਦੇਖਿਆ, ਸੀਮਾ ਨਾਮ ਦੀ ਮੇਰੀ ਫਰੈਂਡ ਨੂੰ, ਜਿਸ ਨੂੰ ਮੈਂ ਪਿੱਛੇ ਤੋਂ ਨੋਟਿਸ ਕੀਤਾ ਕਿ ਮੇਰੀ ਫਰੈਂਡ ਲੱਗ ਰਹੀ ਹੈ, ਤਾਂ ਆਪਾਂ ਸਭ ਤੋਂ ਪਹਿਲਾਂ ਕਿਆ ਕੀਤਾ, ਉਸ ਚੀਜ਼ ਨੂੰ ਆਪਾਂ ਨੇ ਸਿਲੈਕਟ ਕੀਤਾ। ਆਪਾਂ ਉਸ ਇਨਫੋਰਮੇਸ਼ਨ ਨੂੰ ਸਿਲੈਕਟ ਕੀਤਾ ਕਿ ਆਪਾਂ ਕਿਹੜੀ ਇਨਫੋਰਮੇਸ਼ਨ ਦੇ ਉੱਤੇ ਜ਼ਿਆਦਾ ਜ਼ੋਰ ਲਗਾਉਣਾ ਹੈ ਜਾਂ ਜ਼ਿਆਦਾ ਸਮਝਣਾ ਹੈ ਤੇ ਤਾਂ ਕਿ ਆਪਾਂ ਉਸ ਚੀਜ਼ ਦੇ ਉੱਤੇ ਅੱਗੇ ਆਪਾਂ ਆਪਣੀ ਪ੍ਰੋਸੀਡਿੰਗਸ ਕਰ ਸਕੀਏ। ਸਭ ਤੋਂ ਪਹਿਲਾਂ ਆਇਆ ਉਸ ਚੀਜ਼ ਨੂੰ ਸਿਲੈਕਟ ਕਰਨਾ। ਉਸ ਇਨਫੋਰਮੇਸ਼ਨ ਕਲੈਕਸ਼ਨ ਨੂੰ ਸਿਲੈਕਸ਼ਨ ਤੋਂ ਬਾਅਦ ਆਪਾਂ ਆਰਗੇਨਾਈਜੇਸ਼ਨ, ਸੰਗਠਿਤ ਪੜਾਅ ਨੂੰ ਚੂਜ਼ ਕਰਦੇ ਹਾਂ, ਦੈਟ ਇਜ਼ ਆਰਗੇਨਾਈਜੇਸ਼ਨ। ਸਿਲੈਕਸ਼ਨ ਤੋਂ ਬਾਅਦ ਹੁਣ ਆਪਾਂ ਉਸ ਇਨਫੋਰਮੇਸ਼ਨ ਨੂੰ ਆਰਗੇਨਾਈਜ਼ ਕਰਨਾ ਸਟਾਰਟ ਕਰ ਦਿੰਦੇ ਹਾਂ। ਕਿੱਦਾਂ ਕਿ ਉਸਦੇ ਬਾਲਾਂ ਦੀ ਲੈਂਥ ਸੀਮਾ ਜਿੱਡੀ ਹੈ, ਉਸਦੇ ਕੱਪੜੇ ਪਾਉਣ ਦਾ ਢੰਗ ਸੀਮਾ ਵਰਗਾ ਹੈ, ਉਸਦੇ ਚੱਲਣ ਦਾ ਤਰੀਕਾ ਸੀਮਾ ਵਰਗਾ ਹੈ ਤੇ ਉਸਦੀ ਆਵਾਜ਼ ਜਦੋਂ ਉਹ ਕਿਸੇ ਦੁਕਾਨਦਾਰ ਦੇ ਨਾਲ ਗੱਲ ਕਰ ਰਹੀ ਹੈ ਉਸਦਾ ਤਰੀਕਾ ਤੇ ਉਸਦੇ ਬੋਲਣ ਦਾ ਵੇ ਵੀ ਸੇਮ ਹੀ ਲੱਗ ਰਿਹਾ ਤੇ ਉਸਦੇ ਹੱਥ ਪੈਰ ਚਲਾਉਣ ਦਾ ਤਰੀਕਾ ਜਾਂ ਉਸਦੇ ਹੱਥ ਦੇ ਨਾਲ ਇਸ਼ਾਰੇ ਕਰਕੇ ਗੱਲ ਕਰਨ ਦਾ ਤਰੀਕਾ, ਇਹ ਸਭ ਆਪਣੀ ਇਨਫੋਰਮੇਸ਼ਨ ਹੈ ਜੋ ਆਪਾਂ ਨੇ ਹੁਣ ਆਪਣੇ ਦਿਮਾਗ ਦੇ ਵਿੱਚ ਆਰਗੇਨਾਈਜ਼ ਕਰਨੀ ਆਲਰੇਡੀ ਸਟਾਰਟ ਕਰਤੀ ਹੈ। ਫਿਰ ਉਸ ਤੋਂ ਬਾਅਦ ਆਉਂਦਾ ਆਪਣਾ ਥਰਡ ਤੇ ਫਾਈਨਲ ਸਟੈਪ, ਦੈਟ ਇਜ਼ ਇੰਟਰਪ੍ਰੀਟੇਸ਼ਨ। ਆਪਾਂ ਨੇ ਸਭ ਤੋਂ ਪਹਿਲਾਂ ਸਿਲੈਕਟ ਕੀਤਾ, ਆਪਾਂ ਨੇ ਕਿਸ ਨੂੰ ਆਬਜ਼ਰਵ ਕੀਤਾ। ਫਿਰ ਉਸ ਤੋਂ ਬਾਅਦ ਆਪਾਂ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਉਸ ਸਾਰੀਆਂ ਚੀਜ਼ਾਂ ਨੂੰ ਆਪਾਂ ਸਮੇਟਣਾ ਸਟਾਰਟ ਕਰ ਦਿੰਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਕਿਸੇ ਚੀਜ਼ ਦੇ ਨਾਲ ਇੱਕ ਐਸੋਸੀਏਸ਼ਨ ਸ਼ੋ ਕਰ ਪਾ ਰਹੀ ਹੈ। ਫਿਰ ਉਸ ਤੋਂ ਬਾਅਦ ਆਪਾਂ ਇੰਟਰਪ੍ਰੀਟੇਸ਼ਨ ਲਗਾਉਂਗੇ ਕਿ ਇਹ ਸਾਰੀ ਚੀਜ਼ਾਂ ਜੋ ਵੀ ਆਪਾਂ ਆਬਜ਼ਰਵ ਕੀਤੀਆਂ, ਢੰਗ, ਤਰੀਕਾ
ਨਜ਼ਰੀਆ, ਤੁਰਨ ਦਾ ਤਰੀਕਾ, ਇਹ ਸਭ ਆਪਾਂ ਨੇ ਇੰਟਰਪ੍ਰੇਟ ਕੀਤਾ ਤੇ ਆਪਾਂ ਇਸ ਨਤੀਜੇ ਤੇ ਪਹੁੰਚੇ ਕਿ ਇਹ ਮੇਰੀ ਫਰੈਂਡ ਸੀਮਾ ਹੀ ਹੋ ਸਕਦੀ ਹੈ, ਕਿਉਂਕਿ ਸਾਰੀਆਂ ਚੀਜ਼ਾਂ ਦਾ ਜੋ ਵੀ ਇੱਕ ਇਸ਼ਾਰਾ ਹੈ ਉਹ ਮੇਰੀ ਫਰੈਂਡ ਸੀਮਾ ਵਰਗਾ ਹੀ ਹੈ, ਤਾਂ ਫਿਰ ਇਹ ਮੇਰੀ ਫਰੈਂਡ ਸੀਮਾ ਹੀ ਹੋ ਸਕਦੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕਿਆ ਕੀਤਾ ਸੀ, ਸਿਲੈਕਟ ਕੀਤਾ ਸੀ ਕਿ ਆਪਾਂ ਕਿਸ ਚੀਜ਼ ਨੂੰ ਆਬਜ਼ਰਵ ਕਰਨਾ ਹੈ। ਸਿਲੈਕਟ ਕਰਨ ਤੋਂ ਬਾਅਦ ਆਪਾਂ ਨੇ ਇਸ ਚੀਜ਼ ਨੂੰ ਆਰਗੇਨਾਈਜ਼ ਕਰਨਾ ਸਟਾਰਟ ਕੀਤਾ, ਜੋ ਵੀ ਇਨਫੋਰਮੇਸ਼ਨ ਆਪਾਂ ਨੂੰ ਅਵੇਲੇਬਲ ਸੀਗੀ। ਉਸ ਤੋਂ ਬਾਅਦ ਆਪਾਂ ਨੇ ਉਹ ਜਿੰਨੀ ਵੀ ਇਨਫੋਰਮੇਸ਼ਨ ਆਪਾਂ ਨੇ ਆਰਗੇਨਾਈਜ਼ ਕੀਤੀ ਸੀ, ਉਸ ਤੋਂ ਬਾਅਦ ਆਪਾਂ ਉਸ ਚੀਜ਼ ਨੂੰ ਇੰਟਰਪ੍ਰੇਟ ਕੀਤਾ ਕਿ ਇਹ ਕੋਈ ਹੋਰ ਨਹੀਂ ਬਲਕਿ ਮੇਰੀ ਫਰੈਂਡ ਸੀਮਾ ਹੀ ਹੈ। ਸੋ ਦਿਸ ਇਜ਼ ਦ ਸਟੈਪਸ ਆਫ ਪਰਸੈਪਸ਼ਨ। ਆਪਾਂ ਨੇ ਜਦੋਂ ਕਿਸੇ ਚੀਜ਼ ਨੂੰ, ਕਿਸੇ ਇਨਸਾਨ ਨੂੰ ਸਮਝਣਾ ਹੈ, ਕਿਸੇ ਵੀ ਚੀਜ਼ ਨੂੰ ਪ੍ਰੋਸੈਸ ਕਰਨਾ ਹੈ, ਤਾਂ ਆਪਾਂ ਇਹ ਤਿੰਨ ਪੜਾਵ ਦੇ ਨਾਲ ਚੱਲਦੇ ਹਾਂ: ਚੁਣਨਾ, ਸੰਗਠਿਤ ਤੇ ਵਿਆਖਿਆ। ਫਿਰ ਉਸ ਤੋਂ ਬਾਅਦ ਆਉਂਦੇ ਹਨ ਟੂ ਫੇਮਸ ਐਂਡ ਮੋਸਟ ਇੰਪੋਰਟੈਂਟ ਅਪਰੋਚਸ ਆਫ ਪਰਸੈਪਸ਼ਨ। ਕਿਸੇ ਚੀਜ਼ ਨੂੰ ਪ੍ਰੋਸੈਸ ਕਰਨ ਦਾ ਆਪਣਾ ਕਿਆ ਢੰਗ ਤਰੀਕਾ ਇਹ ਰਹਿੰਦਾ ਹੈ। ਸਭ ਤੋਂ ਪਹਿਲਾਂ ਆਉਂਦਾ ਹੈ ਟੌਪ ਡਾਊਨ ਪ੍ਰੋਸੈਸਿੰਗ ਅਪਰੋਚ, ਐਂਡ ਫਿਰ ਸੈਕਿੰਡ ਆਉਂਦਾ ਹੈ ਬੋਟਮ ਅਪ ਪ੍ਰੋਸੈਸਿੰਗ ਅਪਰੋਚ। ਸੋ ਜਿਹੜੀਆਂ ਇਹ ਦੋ ਅਪਰੋਚਸ ਹਨ, ਇਹ ਦੋਨੋਂ ਇੱਕ ਦੂਜੇ ਦੇ ਬਿਲਕੁਲ ਓਪੋਜ਼ਿਟ ਵਰਕ ਕਰਦੀਆਂ ਹਨ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਾਟਮ ਅਪ ਪ੍ਰੋਸੈਸਿੰਗ ਦੀ। ਬਾਟਮ ਅਪ ਪ੍ਰੋਸੈਸਿੰਗ ਹੈ, ਇਹ ਇੱਕ ਡਾਇਰੈਕਟ ਅਪਰੋਚ ਹੈ। ਇਹ ਬਿਲਕੁਲ ਡਾਇਰੈਕਟਲੀ ਵਰਕ ਕਰਦਾ ਹੈ ਬਾਟਮ ਤੋਂ ਲੈ ਕੇ ਅਪ ਲੈਵਲ ਤੱਕ। ਵੇਅਰ ਐਜ਼ ਜਿਹੜੀ ਆਪਣੀ ਟੌਪ ਡਾਊਨ ਪ੍ਰੋਸੈਸਿੰਗ ਹੈ, ਇਹ ਇਨਡਾਇਰੈਕਟ ਲੈਵਲ ਤੇ ਇਹਦਾ ਇੱਕ ਇਨਡਾਇਰੈਕਟ ਅਪਰੋਚ ਰਹਿੰਦੀ ਹੈ, ਜੋ ਵਿੱਚੋਂ ਟੁੱਟ ਕੇ ਆਪਾਂ ਨੂੰ ਪ੍ਰੋਸੈਸ ਲੈਵਲ ਤੇ ਵੀ ਦੇਖਿਆ ਜਾਂਦਾ ਹੈ। ਟੌਪ ਡਾਊਨ ਹਮੇਸ਼ਾ ਸਬਜੈਕਟਿਵ ਲੈਵਲ ਤੇ ਰਹਿੰਦਾ ਹੈ, ਵੇਅਰ ਐਜ਼ ਬਾਟਮ ਅਪ ਪ੍ਰੋਸੈਸਿਸ ਹਮੇਸ਼ਾ ਡਾਇਰੈਕਟ ਲੈਵਲ ਤੇ ਇੱਕ ਆਬਜੈਕਟਿਵ ਲੈਵਲ ਤੇ ਰਹਿੰਦੇ ਹਾਂ। ਜਿਵੇਂ ਵੀ ਦੇਖਿਆ ਐਜ਼ ਇਟ ਇਜ਼ ਉਸ ਚੀਜ਼ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ। ਫਿਰ ਆਉਂਦੇ ਹਨ ਜੈਸਟਾਲਟ ਪ੍ਰਿੰਸੀਪਲਸ। ਜੈਸਟਾਲਟ ਪ੍ਰਿੰਸੀਪਲਸ ਨੂੰ ਇੰਟਰੋਡਿਊਸ ਕਰਨ ਵਾਲੇ ਸੀਗੇ ਕਰਟ ਲੂਇਨ, ਜੇ.ਬੀ. ਵਾਟਸਨ ਐਂਡ ਜਿੰਨੇ ਵੀ ਜੈਸਟਾਲਟ ਸਾਈਕੋਲੋਜਿਸਟ ਸਨ, ਉਹਨਾਂ ਨੇ ਜੈਸਟਾਲਟ ਦੇ ਪ੍ਰਿੰਸੀਪਲਸ ਨੂੰ ਇੰਟਰੋਡਿਊਸ ਕੀਤਾ ਸੀਗਾ। ਤੇ ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਕਿ ਜੈਸਟਾਲਟ ਸਾਈਕੋਲੋਜੀ ਕਿਆ ਹੁੰਦੀ ਹੈ। ਗੈਸਟਾਲਟ ਸਾਈਕੋਲੋਜੀ ਹੁੰਦੀ ਹੈ ਜਦੋਂ ਕਿਸੇ ਵੀ ਚੀਜ਼ ਨੂੰ ਆਪਾਂ ਐਜ਼ ਅ ਹੋਲ ਰਿਪਰੈਜ਼ੈਂਟ ਕਰਦੇ ਹਾਂ, ਕਿਸੇ ਵੀ ਚੀਜ਼ ਨੂੰ ਆਪਾਂ ਟੁੱਟਵਾਂ ਨਾ ਸਮਝ ਕੇ, ਅਲੱਗ ਨਾ ਸਮਝ ਕੇ, ਬਲਕਿ ਉਸਨੂੰ ਐਜ਼ ਅ ਵਨ ਪ੍ਰੋਡਕਟ ਸਮਝਦੇ ਹਾਂ, ਤਾਂ ਉਸਨੂੰ ਜੈਸਟਾਲਟ ਸਾਈਕੋਲੋਜੀ ਕਿਹਾ ਜਾਂਦਾ ਹੈ ਕਿ ਦ ਸਮ ਆਫ ਦ ਪ੍ਰੋਡਕਟ ਇਜ਼ ਦ ਹੋਲ ਆਫ ਇਟਸ ਟਾਈਮ। ਜੋ ਆਪਣਾ ਜੈਸਟਾਲਟ ਸਾਈਕੋਲੋਜਿਸਟ ਸੀਗੇ, ਉਹਨਾਂ ਨੇ ਕਿਹਾ ਸੀਗਾ ਜੇ ਆਪਾਂ ਛੋਟੀ ਛੋਟੀ ਚੀਜ਼ਾਂ ਨੂੰ ਜੋੜੀਏ ਤੇ ਜਦੋਂ ਆਪਾਂ ਉਸ ਚੀਜ਼ ਨੂੰ ਐਜ਼ ਅ ਇਕੱਠਾ ਦੇਖੀਏ, ਤਾਂ ਉਸ ਚੀਜ਼ ਨੂੰ ਆਪਾਂ ਐਜ਼ ਅ ਵਨ ਕਾਊਂਟ ਕਰੋਗੇ, ਨਾ ਕਿ ਆਪਾਂ ਉਸਦੇ ਪੀਸਿਸ ਦੇ ਅਕੋਰਡਿੰਗ ਉਸ ਚੀਜ਼ ਨੂੰ ਸਮਝੋਗੇ। ਜੈਸਟਾਲਟ ਸਾਈਕੋਲੋਜੀ ਦੇ ਵਿੱਚ ਇਹ ਵੀ ਸਮਝਿਆ ਜਾਂਦਾ ਹੈ ਕਿ ਜੇ ਆਪਾਂ ਕਿਸੇ ਵੀ ਚੀਜ਼ ਨੂੰ ਟੁੱਟੀਆਂ ਚੀਜ਼ਾਂ ਦੇ ਨਾਲ ਦੇਖਿਆ ਜਾ ਸਕਦਾ ਹੈ, ਤਾਂ ਉਸ ਚੀਜ਼ ਨੂੰ ਐਜ਼ ਅ ਅਲੱਗ ਸਮਝਿਆ ਜਾਂਦਾ ਹੈ। ਪਰ ਜੇ ਆਪਾਂ ਚੀਜ਼ ਨੂੰ ਇਕੱਠਾ ਸਮਝੋਗੇ ਤਾਂ ਉਸ ਚੀਜ਼ ਨੂੰ ਐਜ਼ ਅ ਵਨ ਰਿਪਰੈਜ਼ੈਂਟ ਕਰ ਸਕਦੇ ਹਾਂ। ਜਿਵੇਂ ਚੇਅਰ ਹੈ, ਚੇਅਰ ਦੇ ਵਿੱਚ ਜਿੰਨੇ ਵੀ ਚੀਜ਼ਾਂ ਯੂਜ਼ ਕੀਤੀਆਂ ਗਈਆਂ ਹਨ, ਉਹ ਸਾਰੀਆਂ ਚੀਜ਼ਾਂ ਜਦੋਂ ਯੂਟੀਲਾਈਜ਼ ਹੁੰਦੀਆਂ ਹਨ, ਤਦੋਂ ਉਹ ਇੱਕ ਪ੍ਰੋਡਕਟ ਬਣਦਾ ਹੈ। ਤੇ ਉੱਦਾਂ ਹੀ ਜੈਸਟਾਲਟ ਪ੍ਰਿੰਸੀਪਲਸ ਦੇ ਵਿੱਚ ਵੀ ਆਪਾਂ ਨੂੰ ਅਲੱਗ-ਅਲੱਗ ਲਾਜ਼ ਦੇ ਥਰੂ ਇਹੀ ਸਮਝਾਇਆ ਗਿਆ ਹੈ ਬਾਏ ਦ ਡਿਫਰੈਂਟ ਜੈਸਟਾਲਟ ਸਾਈਕੋਲੋਜਿਸਟਸ, ਕਿ ਜਿੰਨੇ ਵੀ ਆਪਣੇ ਲਾਜ਼ ਹਨ, ਇਹ ਸਾਰੇ ਆਪਾਂ ਨੂੰ ਇਹ ਸਮਝਾਉਣ ਦੇ ਲਈ ਇੱਕ ਮਹੱਤਵਪੂਰਨ ਰੋਲ ਪਲੇ ਕਰਦੇ ਹਾਂ ਕਿ ਜੋ ਵੀ ਆਪਣੇ ਪ੍ਰਿੰਸੀਪਲਸ ਹਨ, ਇਹ ਸਭ ਆਪਾਂ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਕੋਈ ਵੀ ਚੀਜ਼ ਨੂੰ ਐਜ਼ ਅ ਹੋਲ ਦੇਖਣਾ ਚਾਹੀਦਾ ਹੈ, ਤੇ ਆਪਾਂ ਨੂੰ ਉਸਦੇ ਛੋਟੇ ਛੋਟੇ ਪੀਸਿਸ ਤੋਂ ਨਹੀਂ ਬਲਕਿ ਐਜ਼ ਅ ਹੋਲ ਹੀ ਡਿਫਰੈਂਸ਼ੀਏਟ ਤੇ ਡਿਫਾਈਨ ਉਸਨੂੰ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਆਉਂਦਾ ਹੈ law of figure ground relationship। ਸੋ ਫਿਗਰ ਗਰਾਊਂਡ ਰਿਲੇਸ਼ਨਸ਼ਿਪ ਦੇ ਵਿੱਚ ਆਉਂਦਾ ਹੈ ਕਿ ਜੇ ਆਪਾਂ ਕਿਸੇ ਇੱਕ ਸੀਨਰੀ ਨੂੰ ਦੇਖ ਰਹੇ ਹਾਂ, ਜਾਂ ਆਪਾਂ ਮੇਰੇ ਸਾਹਮਣੇ ਜੇ ਕੋਈ ਕਹੇ ਜੀ ਚੀਜ਼ ਐਜ਼ ਅ ਮੈਂ ਟੀਵੀ ਦੇਖ ਰਹੀ ਹੈ, ਤਾਂ ਟੀਵੀ ਦੇ ਵਿੱਚ ਜਿੰਨਾ ਵੀ ਸਕਰੀਨ ਟੀਵੀ ਮੇਰਾ ਲੈ ਪਾ ਰਿਹਾ ਹੈ, ਤੇ ਉਸ ਤੋਂ ਬਾਅਦ ਜਿੰਨਾ ਵੀ ਟੀਵੀ ਦੇ ਬੈਕਗਰਾਉਂਡ ਤੇ ਜੋ ਵੀ ਚੀਜ਼ਾਂ ਹਨ, ਤੇ ਇਸ ਚੀਜ਼ ਨੂੰ ਹੈਲਪ ਕਰਦਾ ਹੈ ਮੇਰੀ ਸੀਨਰੀ ਨੂੰ ਦੇਖਣ ਦੇ ਲਈ। ਜੋ ਵੀ ਮੈਂ ਟੀਵੀ ਦੇ ਵਿੱਚ ਕੋਈ ਮੂਵੀ ਦੇਖ ਰਹੀ ਹਾਂ ਜਾਂ ਕੋਈ ਮੈਂ ਕਾਰਟੂਨ ਦਾ ਸ਼ੋਅ ਦੇਖ ਰਹੀ ਹਾਂ, ਤਾਂ ਜਿੰਨੇ ਵੀ ਲੈਵਲ ਤੇ ਮੇਰੀ ਸਕਰੀਨ ਹੋਏਗੀ ਉਹ ਮੇਰੀ ਫਿਗਰ ਹੋਏਗੀ, ਤੇ ਜਿਹੜਾ ਮੇਰਾ ਬੈਕਗਰਾਉਂਡ ਹੋਏਗਾ ਮੇਰੀ LCD ਜਾਂ ਮੇਰੇ ਟੀਵੀ ਦੇ ਪਿੱਛੇ ਜਾਂ ਮੇਰੇ ਲੈਪਟਾਪ ਦੇ ਪਿੱਛੇ ਜਿੰਨਾ ਵੀ ਬਾਕੀ ਦਾ ਏਰੀਆ ਹੈ ਜੋ ਮੇਰੀਆਂ ਅੱਖਾਂ ਕਵਰ ਕਰ ਪਾ ਰਹੀਆਂ ਹਨ, ਉਸ ਚੀਜ਼ ਨੂੰ ਐਜ਼ ਅ ਬੈਕਗਰਾਉਂਡ ਕਿਹਾ ਜਾਏਗਾ। ਤੇ ਜੋ ਵੀ ਫਿਗਰ ਦੈਟ ਇਜ਼ ਜੋ ਵੀ LCD ਤੇ ਜੋ ਵੀ
ਮੇਰਾ ਜਿਹੜਾ ਬੈਕਗਰਾਉਂਡ ਹੈ, ਜੋ ਵੀ ਉਸ ਇਨਫੋਰਮੇਸ਼ਨ ਨੂੰ ਕਲੈਕਟ ਕਰ ਪਾ ਰਿਹਾ ਹੈ ਫਰਮ ਦ ਫਰੰਟ ਐਂਡ ਦ ਬੈਕ ਸਾਈਡ, ਉਸ ਚੀਜ਼ ਨੂੰ ਜਿਹੜਾ ਇਕੱਠਾ ਕਰੋਗੇ ਤਾਂ ਉਹ ਮੇਰੀ ਜਿਹੜੀਆਂ ਅੱਖਾਂ ਹਨ ਉਸ ਚੀਜ਼ ਨੂੰ ਐਜ਼ ਅ ਹੋਲ ਦੇਖ ਪਾ ਰਹੀ ਹੈ। ਐਜ਼ ਅ ਫਿਗਰ ਐਂਡ ਬੈਕਗਰਾਉਂਡ, ਜਦੋਂ ਫਿਗਰ ਤੇ ਬੈਕਗਰਾਉਂਡ ਦੋਨੋਂ ਹੈਂਡ ਇਨ ਹੈਂਡ ਵਰਕ ਕਰਦੇ ਹਨ ਤਾਂ ਉਸ ਚੀਜ਼ ਨੂੰ, ਉਹ ਫਿਗਰ ਨੂੰ ਜ਼ਿਆਦਾ ਇਨਹੈਂਸ ਕਰਨ ਦੇ ਲਈ, ਇਲੈਬੋਰੇਟ ਕਰਨ ਦੇ ਲਈ ਹੈਲਪ ਕਰਦੀ ਹੈ। ਤੇ ਇੱਥੇ ਜਿਹੜਾ ਮੇਰਾ ਬੈਕਗਰਾਉਂਡ ਹੈ ਉਹ ਇਨਫਲੂਐਂਸ ਕਰਦਾ ਹੈ ਮੇਰੇ ਫਿਗਰ ਨੂੰ ਜ਼ਿਆਦਾ ਚੰਗੀ ਤਰ੍ਹਾਂ ਦਿਖਾਉਣ ਦੇ ਲਈ। ਤੇ ਇਹਨਾਂ ਦੋਨਾਂ ਦਾ ਜਿਹੜਾ ਇੱਕ ਰਿਲੇਸ਼ਨਸ਼ਿਪ ਹੈ ਉਹ ਹੈਂਡ ਇਨ ਹੈਂਡ ਚੱਲਦਾ ਹੈ। ਫਿਰ ਆਉਂਦਾ ਹੈ ਲੋ ਆਫ ਪ੍ਰੋਕਸੀਮਿਟੀ। ਪ੍ਰੋਕਸੀਮਿਟੀ ਦੇ ਨਾਲ ਇਹ ਆਉਂਦਾ ਹੈ ਕਿ ਕੋਈ ਵੀ ਚੀਜ਼ ਜਿੰਨੀ ਵੀ ਜ਼ਿਆਦਾ ਨੇੜੇ ਕਿਸੇ ਦੂਜੀ ਚੀਜ਼ ਦੇ ਪਈ ਹੁੰਦੀ ਹੈ ਤਾਂ ਉਸ ਚੀਜ਼ ਨੂੰ ਉਹ ਇਕੱਠਾ ਹੀ ਸਮਝਿਆ ਜਾਂਦਾ ਹੈ। ਜੇ ਮੈਂ ਦੋ ਪਾਣੀ ਦੇ ਗਲਾਸ ਨੂੰ ਇਕੱਠਾ ਰੱਖਾਂ ਤੇ ਦੋ ਪਾਣੀ ਦੇ ਗਲਾਸ ਤੋਂ ਦੂਰ ਦੂਰ ਰੱਖਾਂ ਤਾਂ ਇਹ ਸਮਝਿਆ ਜਾਏਗਾ ਕਿ ਜਿਹੜੇ ਦੋ ਇਕੱਠੇ ਪਏ ਪਾਣੀ ਦੇ ਗਲਾਸ ਹਨ ਉਹ ਸਿਮਿਲਰ ਹਨ, ਤੇ ਜਿਹੜੇ ਦੋ ਅਲੱਗ ਪਏ ਕਾਫੀ ਦੂਰ ਰੱਖੇ ਹੋਣ ਜਿਹੜੇ ਪਾਣੀ ਦੇ ਗਲਾਸ ਹਨ ਉਹ ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸ ਹੈ। ਤੇ ਕੋਈ ਵੀ ਇਨਸਾਨ ਉਸ ਚੀਜ਼ ਨੂੰ ਇਕੱਠਾ ਹੀ ਸਮਝੇਗਾ, ਵੇਅਰ ਐਜ਼ ਜਿਹੜੇ ਦੋ ਚੀਜ਼ਾਂ ਅਲੱਗ ਪਈਆਂ ਹਨ ਉਸ ਚੀਜ਼ ਨੂੰ ਐਜ਼ ਅ ਡਿਫਰੈਂਟ ਸਮਝੇਗਾ। ਸੋ ਲਾਅ ਆਫ ਪ੍ਰੋਕਸੀਮਿਟੀ ਦੇ ਵਿੱਚ ਆਉਂਦਾ ਹੈ ਜਿੰਨੀ ਵੀ ਚੀਜ਼ ਨੇੜੇ ਹੋਊਗੀ ਉਸ ਚੀਜ਼ ਦਾ ਪ੍ਰਭਾਵ ਇਹੀ ਮੰਨਿਆ ਜਾਏਗਾ ਕਿ ਉਹ ਚੀਜ਼ ਇੱਕੋ ਹੀ ਕਾਊਂਟ ਕੀਤੀ ਜਾਂਦੀ ਹੈ। ਸਿਮਿਲਰਲੀ ਆਉਂਦਾ ਹੈ ਲਾਅ ਆਫ ਕਲੋਜ਼ਰ। ਕੋਈ ਚੀਜ਼ ਕਿੰਨੀ ਜ਼ਿਆਦਾ ਕਲੋਜ਼ ਪਈ ਹੈ ਦੂਸਰੀ ਚੀਜ਼ ਦੇ, ਜਿਵੇਂ ਕੋਈ ਇੱਕ ਚੀਜ਼ ਨੂੰ ਆਪਾਂ ਇਹ ਕਾਊਂਟ ਕਰੀਏ ਕਿ ਇੱਕ ਐਲਫਾਬੈਟ ਬਣਿਆ ਹੋਇਆ ਹੈ ਤੇ ਉਹ ਐਲਫਾਬੈਟ ਦੇ ਵਿੱਚ ਇੱਕ ਹੋਰ ਐਲਫਾਬੈਟ ਹੈ ਤੇ ਉਸੀ ਦੇ ਵਿੱਚ ਹੀ ਆਪਾਂ ਅਲੱਗ-ਅਲੱਗ ਐਲਫਾਬੈਟ ਕਾਫੀ ਜ਼ਿਆਦਾ ਕਲੋਜ਼ਨੈਸ ਦੇ ਵਿੱਚ ਆਉਣ ਤੇ ਉਸ ਚੀਜ਼ ਨੂੰ ਵੀ ਐਜ਼ ਅ ਵਨ ਸਮਝਿਆ ਜਾਂਦਾ ਹੈ, ਨਾ ਕਿ ਉਸਨੂੰ ਐਜ਼ ਅ ਅਲੱਗ-ਅਲੱਗ ਨਹੀਂ ਦੇਖਿਆ ਜਾਂਦਾ ਹੈਗਾ, ਬਲਕਿ ਇੱਕੋ ਹੀ ਚੀਜ਼ ਦੇ ਥਰੂ ਉਸ ਚੀਜ਼ ਨੂੰ ਡਿਫਰੈਂਸ ਜਾਂ ਡਿਫਾਈਨ ਕੀਤਾ ਜਾਂਦਾ ਹੈ। Then is law of good figure. Now, law of good figure is also known as law of pregnance. So, pregnance ਦੇ ਵਿੱਚ ਆਉਂਦਾ ਹੈ as a good figure, ਉਸਨੂੰ as a good figure ਵੀ ਬੋਲਿਆ ਜਾਂਦਾ ਹੈ, law of pregnance ਵੀ ਬੋਲਿਆ ਜਾਂਦਾ ਹੈ। ਜਿਵੇਂ ਆਪਾਂ ਓਲੰਪਿਕਸ ਦੇ ਫਲੈਗ ਦੇ ਵਿੱਚ ਦੇਖਿਆ, ਉਸਦੇ ਵਿੱਚ 5 ਡਿਫਰੈਂਟ ਕਲਰ ਦੀਆਂ ਰਿੰਗਸ ਹੁੰਦੀਆਂ ਹਨ, ਬਲੂ, ਪਿੰਕ, ਯੈਲੋ। ਇਹ ਸਾਰੇ ਜਿਹੜੇ ਕਲਰਸ ਹੁੰਦੇ ਹਨ, ਇਹ ਸਾਰੇ ਕਲਰਸ ਜਦੋਂ ਇਕੱਠੇ ਹੁੰਦੇ ਹਨ ਤਾਂ ਆਪਾਂ ਦੇਖ ਸਕਦੇ ਹਾਂ ਕਿ 5 ਰਿੰਗਸ ਹਨ, 3 ਰਿੰਗਸ ਉੱਪਰ ਨੇ ਤੇ ਦੋ ਰਿੰਗਸ ਉਸਦੇ ਬਿਲਕੁਲ ਨੀਚੇ ਹਨ। ਬਟ ਆਪਾਂ ਇਹ ਚੀਜ਼ ਦੇਖ ਸਕਦੇ ਹਾਂ ਕਿ ਸਾਰੀਆਂ ਰਿੰਗਸ ਅਲੱਗ-ਅਲੱਗ ਨਹੀਂ ਬਲਕਿ ਇੱਕ ਦੂਜੇ ਦੇ ਵਿੱਚ ਸਮਾਈਆਂ ਹੋਈਆਂ ਹੁੰਦੀਆਂ ਹਨ। ਤੇ ਇਸ ਚੀਜ਼ ਨੂੰ ਲਾਅ ਆਫ ਗੁੱਡ ਫਿਗਰ ਬੋਲਿਆ ਜਾਂਦਾ ਹੈ ਜਦੋਂ ਆਪਾਂ 5 ਡਿਫਰੈਂਟ ਸਰਕਲਸ ਨੂੰ ਜਾਂ 5 ਡਿਫਰੈਂਟ ਰਿੰਗਸ ਨੂੰ ਆਪਾਂ ਬਿਲਕੁਲ ਇਕੱਠੇ ਦੇਖ ਪਾਉਂਦੇ ਹਾਂ ਤੇ ਏਦਾਂ ਲੱਗਦਾ ਹੀ ਨਹੀਂ ਕਿ ਉਹ ਅਲੱਗ-ਅਲੱਗ ਹਨ, ਬਲਕਿ ਉਸਨੂੰ ਐਜ਼ ਅ ਵਨ ਕੰਸੀਡਰ ਕੀਤਾ ਜਾਂਦਾ ਹੈ ਬਿਕੋਜ਼ ਦੇ ਆਰ ਇਨਟੂ ਇਟਸੈਲਫ, ਕਿਉਂਕਿ ਉਹ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਕੰਟਰਾਡਿਕਟਰੀ ਵਿੱਚ ਹੀ ਉਸਦੇ ਨਾਲ ਮੌਜੂਦ ਹੁੰਦੇ ਹਨ। ਤਾਂ ਉਸ ਚੀਜ਼ ਨੂੰ ਇਹ ਸਮਝਿਆ ਜਾਂਦਾ ਹੈ ਕਿ ਉਹ ਫਲੈਗ ਦੇ ਵਿੱਚ ਜੋ ਕਲਰਫੁਲ ਰਿੰਗਸ ਹਨ ਦੇ ਆਰ ਦਾ ਵਨ ਪਾਰਟ ਐਂਡ ਨਾਟ ਦੀ 5 ਰਿੰਗਸ। ਉਸਨੂੰ 5 ਰਿੰਗਸ ਦੇ ਨਾਲ ਨਹੀਂ ਐਸੋਸੀਏਟ ਕੀਤਾ ਜਾਂਦਾ ਬਲਕਿ ਉਸਨੂੰ ਐਜ਼ ਅ ਵਨ ਫਿਗਰ ਹੀ ਕੰਸੀਡਰ ਕੀਤਾ ਜਾਂਦਾ ਹੈ। ਫਿਰ ਆਉਂਦਾ ਹੈ ਲਾਅ ਆਫ ਕੰਟੀਨਿਊਏਸ਼ਨ। ਜੇ ਆਪਾਂ ਲਾਅ ਆਫ ਕੰਟੀਨਿਊਏਸ਼ਨ ਦੇ ਵਿੱਚ ਆਉਂਦਾ ਹੈ ਜਦੋਂ ਆਪਾਂ ਕੋਈ ਵੀ ਇੱਕ ਚੀਜ਼ ਨੂੰ ਸਰਕਲਸ ਦੇ ਵਿੱਚ, ਜੇ ਆਪਾਂ ਸਰਕਲ 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 ਦੇਖਦੇ ਹਾਂ ਤਾਂ ਉਸ ਚੀਜ਼ ਨੂੰ ਆਪਾਂ ਕੰਟੀਨਿਊਟੀ ਦੇ ਵਿੱਚ ਦੇਖ ਪਾਉਂਦੇ ਹਾਂ। ਜਾਂ ਫਿਰ ਜੇ ਕੋਈ ਵੀ ਆਪਾਂ ਲਾਈਨਸ ਦੇਖਦੇ ਹਾਂ ਤਾਂ ਇੱਕ ਲਾਈਨ ਦੇ ਵਿੱਚ ਦੂਸਰੀ ਲਾਈਨ, ਦੂਸਰੀ ਲਾਈਨ ਦੇ ਵਿੱਚ ਥਰਡ, ਥਰਡ ਦੇ ਵਿੱਚ ਫੋਰਥ, ਇਹ ਉਹ ਲਾਈਨ ਇੱਕ ਦੂਜੇ ਦੇ ਨਾਲ ਜਦੋਂ ਕੰਟਰਾਡਿਕਟਰੀ ਰੋਲ ਪਲੇ ਕਰਦੀ ਹਾਂ, ਇੱਕੋ ਹੀ ਲਾਈਨ ਨੂੰ ਕੰਟੀਨਿਊ ਕਰ ਰਹੀ ਹੁੰਦੀ ਹੈ, ਜਦੋਂ ਦੂਜੀ ਲਾਈਨ ਜਾਂ ਦੂਜੀ ਲਾਈਨ ਨੂੰ ਨਾਲ ਦੀ ਨਾਲ ਕੰਟਰਾਡਿਕਟਰੀ ਕਰ ਰਹੀ ਹੁੰਦੀ ਹੈ ਥਰਡ ਲਾਈਨ, ਉਹ ਜ਼ਿਆਦਾ ਜਦੋਂ ਇੱਕ ਦੂਜੇ ਦੇ ਵਿੱਚ ਸਮਾਈਆਂ ਹੋਈਆਂ ਹੁੰਦੀਆਂ ਹਨ ਤਾਂ ਉਸਨੂੰ ਐਜ਼ ਅ ਕੰਟੀਨਿਊਏਸ਼ਨ ਦੇਖਿਆ ਜਾਂਦਾ ਹੈ ਤੇ ਦਿਖਦਾ ਹੀ ਨਹੀਂ ਹੈ ਕਿ ਉਹ ਦੋਨਾਂ ਦੇ ਵਿੱਚ ਕੋਈ ਨਾ ਕੋਈ ਇੱਕ ਗੈਪ ਜਾਂ ਕੋਈ ਨਾ ਕੋਈ ਇੱਕ ਟੁੱਟ ਹੈ, ਬਲਕਿ ਐਜ਼ ਅ ਅਟੁੱਟ ਦੇਖਿਆ ਜਾਂਦਾ ਹੈ, ਕੰਟੀਨਿਊਏਸ਼ਨ ਦੇਖਿਆ ਜਾਂਦਾ ਹੈ। ਜਦੋਂ ਆਪਾਂ ਰੋਡ ਦੇ ਉੱਤੇ ਚੱਲ ਰਹੇ ਹੁੰਦੇ ਹਾਂ ਤੇ ਆਪਾਂ ਵਾਈਟ ਲਾਈਨਸ ਦੇਖਦੇ ਹਾਂ। ਵਾਈਟ ਲਾਈਨ ਜਦੋਂ ਆਪਾਂ ਲੇਨ ਡਿਫਰੈਂਸ਼ੀਏਟ ਕਰਨੀ ਹੁੰਦੀ ਹੈ ਇੱਕ ਲੇਨ ਤੋਂ ਦੂਸਰੀ ਲੇਨ, ਉਸਦੇ ਵਿੱਚ ਕਾਫੀ ਗੈਪਸ ਦੇ ਨਾਲ ਆਪਾਂ ਵਾਈਟ ਲਾਈਨ ਦੇਖ ਪਾਉਂਦੇ ਹਾਂ। ਤੇ ਉਹ ਵਾਈਟ ਲਾਈਨ ਦੇ ਵਿੱਚ ਬੇਸ਼ੱਕ ਥੋੜਾ ਥੋੜਾ ਗੈਪ ਹੁੰਦਾ ਹੈ ਬਟ ਸਟਿਲ ਆਪਾਂ ਇਸ ਚੀਜ਼ ਨੂੰ ਸਮਝ ਪਾਉਂਦੇ ਹਾਂ ਕਿ ਉਹ ਆਪਾਂ ਨੂੰ ਇੱਕੋ ਹੀ ਸਾਈਡ ਦਾ ਇੱਕ ਇਸ਼ਾਰਾ ਕਰ ਰਹੀ ਹੁੰਦੀ ਹੈ। ਸੋ ਦੈਟ ਇਜ਼ ਲਾਅ ਆਫ ਕੰਟੀਨਿਊਏਸ਼ਨ ਵੈਨ ਵੀ ਆਰ ਏਬਲ ਟੂ see the lines or circle or any other object in continuation and not in continuity, ਉਹਨੂੰ ਆਪਾਂ law of continuation ਬੋਲਦੇ ਹਾਂ। then is law of common fate। ਜਦੋਂ ਆਪਾਂ
ਕਾਫੀ ਭੀੜ ਭੜੱਕੇ ਦੇ ਵਿੱਚ ਆਪਣੀ ਕਾਰ ਖੜੀ ਹੋਈ ਹੁੰਦੀ ਹੈ ਤੇ ਆਪਾਂ ਇਹ ਦੇਖ ਪਾਉਂਦੇ ਹਾਂ ਕਿ ਇੱਕ ਲਾਈਨ ਤੋਂ ਬਾਅਦ ਜਾਂ ਇੱਕ ਲੇਨ ਦੇ ਵਿੱਚ ਇੱਕ ਕਾਰ ਤੋਂ ਬਾਅਦ ਦੂਸਰੀ ਕਾਰ ਤੋਂ ਬਾਅਦ ਤੀਸਰੀ, ਚੌਥੀ, ਪੰਜਵੀਂ ਆਪਾਂ ਦੇਖਦੇ ਹਾਂ ਕਿ ਸਾਰੀਆਂ ਲਾਈਨਾਂ ਇੱਕੋ ਹੀ ਲਾਈਨ ਦੇ ਵਿੱਚ ਖੜੀਆਂ ਹਨ। ਸਾਰੀਆਂ ਕਾਰਾਂ ਇੱਕੋ ਹੀ ਸਾਈਡ ਨੂੰ ਜਾਣ ਦੇ ਲਈ ਤੇ ਉਸੇ ਟ੍ਰੈਫਿਕ ਦੇ ਵਿੱਚ ਖੜੀ ਹੈ, ਕਾਫੀ ਜ਼ਿਆਦਾ ਟ੍ਰੈਫਿਕ ਜੈਮ ਹੈ ਤੇ ਉਹ ਕਾਫੀ ਦੂਰ ਤੱਕ ਜਦੋਂ ਆਪਾਂ ਦੇਖ ਪਾਉਂਦੇ ਹਾਂ ਕਿ ਲਾਈਨ ਕਾਫੀ ਲੰਬੀ ਹੈ ਆਫ ਕਾਰਾਂ ਦੀ ਖੜੀ ਹੋਣ ਦੀ, ਕਿਉਂਕਿ ਉਹ ਟ੍ਰੈਫਿਕ ਦੇ ਵਿੱਚ ਫਸੀ ਹੋਈ ਹੈ। ਆਪਾਂ ਇਹ ਦੇਖ ਪਾਉਂਦੇ ਹਾਂ ਕਿ ਇੱਕ ਕਾਮਨ ਫੇਟ ਹੈ, ਲਾਅ ਆਫ ਕਾਮਨ ਫੇਟ। ਜਦੋਂ ਕੋਈ ਇੱਕ ਚੀਜ਼ ਬੇਸ਼ੱਕ ਅਲੱਗ ਹੈ ਪਰ ਉਹਨਾਂ ਦਾ ਜਿਹੜਾ ਇੱਕ ਰਸਤਾ ਹੈ ਉਹ ਇੱਕ ਪਾਸੇ ਨੂੰ ਹੀ ਜਾ ਰਿਹਾ ਹੈ। ਜਦੋਂ ਆਪਾਂ ਦੇਖਦੇ ਹਾਂ ਕਿ ਸ਼ੀਪ ਹੈ, ਇੱਕ ਸ਼ੀਪ ਦੇ ਪਿੱਛੇ ਦੂਸਰੀ ਸ਼ੀਪ, ਥਰਡ ਸ਼ੀਪ, ਫੋਰਥ ਸ਼ੀਪ, ਸਾਰੀ ਲਾਈਨ ਵਾਈਜ਼ ਲਾਈਨ ਇੱਕੋ ਹੀ ਸਾਈਡ ਨੂੰ ਜਾ ਰਹੀ ਹੁੰਦੀ ਹੈ ਤੇ ਉਸ ਚੀਜ਼ ਨੂੰ ਵੀ ਐਜ਼ ਅ ਕਾਮਨ ਫੇਟ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਦਾ ਡਾਇਰੈਕਟ ਪ੍ਰੋਪੋਰਸ਼ਨੇਟ ਹੁੰਦਾ ਹੈ ਇੱਕ ਕਾਮਨ ਸਾਈਡ ਵੱਲ, ਐਂਡ that is known as law of common fate। ਫਿਰ ਆਉਂਦਾ ਹੈ ਲਾਅ ਆਫ ਸਿਮਿਲੈਰਿਟੀ। ਵੈਨ ਸੇਮ ਚੀਜ਼, ਜਦੋਂ ਆਪਾਂ ਰੈੱਡ ਕਲਰ ਦੇ ਸਾਰੇ ਕੱਪੜੇ ਆਪਾਂ ਅਲੱਗ-ਅਲੱਗ ਵਿਛਾ ਰੱਖੇ ਹੋਣ, ਬਲੂ ਕਲਰ ਦੇ ਕੱਪੜੇ ਇੱਕ ਟੇਬਲ ਤੇ ਆਪਾਂ ਅਲੱਗ-ਅਲੱਗ ਵਿਛਾ ਰੱਖੇ ਹੋਣ, ਸਿਮਿਲਰਲੀ ਗ੍ਰੀਨ ਕਲਰ, ਵਾਈਟ ਕਲਰ, ਸਕਿਨ ਕਲਰ, ਬਲੈਕ ਕਲਰ ਦੇ ਆਪਾਂ ਵਿਛਾ ਰੱਖੇ ਹੋਣ, ਤਾਂ ਜਦੋਂ ਆਪਾਂ ਉਸ ਚੀਜ਼ ਨੂੰ ਐਜ਼ ਅ ਹੋਲ, ਉਸ ਟੇਬਲ ਨੂੰ ਐਜ਼ ਅ ਹੋਲ ਆਪਾਂ ਜਦੋਂ ਚੈੱਕ ਕਰਦੇ ਹਾਂ ਤਾਂ ਆਪਾਂ ਇਹ ਦੇਖ ਪਾਉਂਦੇ ਹਾਂ ਕਿ ਜਿੰਨੇ ਵੀ ਰੈੱਡ ਕਲਰ ਦੇ ਕੱਪੜੇ ਹਨ ਉਹ ਸੇਮ ਹੈ, ਜਿੰਨੇ ਵੀ ਬਲੂ ਕਲਰ ਦੇ ਹਨ ਉਹ ਸੇਮ ਲੈਵਲ ਦੇ ਹਨ ਤੇ ਜਿਹੜੇ ਬਲੈਕ ਕਲਰ ਦੇ ਹਨ ਉਹ ਸੇਮ ਲੈਵਲ ਦੇ ਨੇ। ਤੇ ਇਸ ਚੀਜ਼ ਨੂੰ ਆਪਾਂ ਐਜ਼ ਅ ਡਿਫਰੈਂਸ਼ੀਏਟ ਕਰ ਪਾਉਂਦੇ ਹਾਂ ਕਿ ਸਾਰੇ ਸਿਮਿਲਰ ਲੈਵਲ ਵਾਲੇ, ਸਿਮਿਲਰ ਕਲਰ ਵਾਲੇ ਜਾਂ ਸਿਮਿਲਰ ਟੈਕਸਚਰ ਵਾਲੇ, ਸਿਮਿਲਰ ਸਾਈਜ਼ ਵਾਲੇ ਸਿਮਿਲਰ ਹਨ। ਉਸਨੂੰ ਆਪਾਂ ਐਜ਼ ਅ ਵਨ ਸਮਝਦੇ ਹਾਂ ਤੇ ਆਪਾਂ ਬਾਕੀਆਂ ਨੂੰ ਉਸਦੇ ਵਿੱਚੋਂ ਸੈਗਰੀਗੇਟ ਕਰ ਪਾਉਂਦੇ ਹਾਂ। ਇਸ ਚੀਜ਼ ਨੂੰ ਆਪਾਂ ਲਾਅ ਆਫ ਸਿਮਿਲੈਰਿਟੀ ਬੋਲਦੇ ਹਨ। ਜਦੋਂ ਕੋਈ ਬੇਸ਼ੱਕ ਕੋਈ ਚੀਜ਼ ਕਿੰਨੀ ਹੀ ਦੂਰ ਪਈ ਹੋਵੇ ਉਸ ਚੀਜ਼ ਤੋਂ, ਬਟ ਫਿਰ ਵੀ ਆਪਾਂ ਐਜ਼ ਅ ਵਨ ਸਮਝਦੇ ਹਾਂ, ਕਿਉਂਕਿ ਉਸ ਚੀਜ਼ ਦੇ ਵਿੱਚ ਕਾਫੀ ਜ਼ਿਆਦਾ ਆਪਾਂ ਨੂੰ ਸਿਮਿਲੈਰਿਟੀਜ਼ ਦੇਖਣ ਨੂੰ ਮਿਲਦੀਆਂ ਹਨ। ਸੋ ਇਹ ਹਨ ਆਪਣੇ ਜਸਟੋਲਟ ਪ੍ਰਿੰਸੀਪਲਸ। ਸਭ ਤੋਂ ਪਹਿਲਾਂ ਸੀਗਾ ਆਪਣਾ ਫਿਗਰ ਗਰਾਊਂਡ ਰਿਲੇਸ਼ਨਸ਼ਿਪ, ਲਾਅ ਆਫ ਪ੍ਰੋਕਸੀਮਿਟੀ, ਲਾਅ ਆਫ ਕਲੋਜ਼ਰ, law of good figure, law of continuation, law of common fate, and then law of similarity। ਇਹ ਸਾਰੇ ਜਿੰਨੇ ਵੀ ਆਪਣੇ ਜਸਟੋਲ ਸਾਈਕੋਲੋਜਿਸਟ ਨੇ ਆਪਾਂ ਨੂੰ ਇਹ ਸਾਰੇ ਆਪਣੇ ਜਿਹੜੇ ਪ੍ਰਿੰਸੀਪਲਸ ਆਪਾਂ ਨੂੰ ਦਰਸਾਏ ਹਨ, ਇਸ ਚੀਜ਼ ਤੋਂ ਆਪਾਂ ਸਿਰਫ ਉਹਨਾਂ ਚੀਜ਼ਾਂ ਦੇ ਉੱਤੇ ਹੀ ਪ੍ਰੋਵਾਈਡ ਤੇ ਆਪਾਂ ਧਿਆਨ ਦੇ ਪਾਉਂਦੇ ਹਾਂ ਜਿਹੜੀ ਐਜ਼ ਅ ਹੋਲ ਹੋਵੇ। ਤੇ ਇਹ ਪ੍ਰਿੰਸੀਪਲਸ ਆਪਾਂ ਨੂੰ ਹੈਲਪ ਕਰਦੇ ਹਨ ਕਿ ਕੋਈ ਚੀਜ਼ ਨੂੰ ਆਪਾਂ ਡਿਫਰੈਂਸ਼ੀਏਟ ਕਿੱਦਾਂ ਕਰਨਾ ਹੈ, ਕਿਸੇ ਚੀਜ਼ ਨੂੰ ਆਪਾਂ ਐਜ਼ ਅ ਵਨ ਕਿਵੇਂ ਸਮਝਣਾ ਹੈ, ਕਿਸੇ ਚੀਜ਼ ਨੂੰ ਐਜ਼ ਅ ਡਿਫਰੈਂਸ਼ੀਏਟ ਜਾਂ ਸਿਮਿਲੈਰਿਟੀਜ਼ ਜਾਂ ਡਿਫਰੈਂਸਿਸ ਦੇ ਨਾਲ ਉਸ ਚੀਜ਼ ਨੂੰ ਆਪਾਂ ਕਿੱਦਾਂ ਇੰਟਰਪ੍ਰੈਟ ਕਰਨਾ ਹੈ। ਫਿਰ ਆਉਂਦਾ ਹੈ ਪਰਸੈਪਸ਼ਨ ਦੇ ਪ੍ਰਭਾਵਿਤ ਕਾਰਕ ਧਾਰਨਾ ਉੱਤੇ ਬਹੁਤ ਸਾਰੇ ਤੱਥ ਤੇ ਪ੍ਰਭਾਵ ਹਨ। ਜਿੰਨੇ ਵੀ ਆਪਣੀ ਪਰਸੈਪਸ਼ਨ ਹੈ, ਆਪਣੀ ਪਰਸੈਪਸ਼ਨ ਨੂੰ ਕਾਫੀ ਸਾਰੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ, ਇਨਫਲੂਐਂਸ ਕਰਦੀਆਂ ਹਨ ਸਮਝਣ ਦੇ ਲਈ ਕਿ ਕਿਹੜੀ ਚੀਜ਼ ਆਪਣਾ ਨੂੰ ਕਿਆ ਮੀਨਿੰਗ ਦੇ ਪਾ ਰਹੀ ਹੈ। ਸੋ ਸਭ ਤੋਂ ਪਹਿਲਾਂ ਆਉਂਦੀ ਹੈ ਪ੍ਰੇਰਨਾ, ਮੋਟੀਵੇਸ਼ਨ। ਜਦੋਂ ਆਪਾਂ ਕਿਸੇ ਚੀਜ਼ ਨੂੰ ਧਿਆਨ ਦਿੰਦੇ ਹਾਂ ਤਾਂ ਆਪਾਂ, ਜ਼ਰੂਰੀ ਨਹੀਂ ਹੈ ਕਿ ਆਪਾਂ ਪਰਸੈਪਸ਼ਨ ਦੇ ਥਰੂ ਆਪਾਂ ਸਾਰੀਆਂ ਚੀਜ਼ਾਂ ਨੂੰ ਜਿੰਨੀਆਂ ਵੀ ਆਪਾਂ ਓਬਜ਼ਰਵ ਕਰ ਰਹੇ ਹਾਂ ਉਹ ਸਾਰੀਆਂ ਇਨਫੋਰਮੇਸ਼ਨ ਆਪਣੇ ਲਈ ਜ਼ਰੂਰੀ ਹੋਵੇ, ਬਲਕਿ ਆਪਾਂ ਸਿਰਫ ਉਹਨਾਂ ਹੀ ਇਨਫੋਰਮੇਸ਼ਨ ਨੂੰ ਕਲੈਕਟ ਕਰਦੇ ਹਾਂ ਜਿਹੜੀਆਂ ਇਨਫੋਰਮੇਸ਼ਨ ਆਪਣੇ ਲਈ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੇ ਜੋ ਆਪਾਂ ਨੂੰ ਐਜ਼ ਅ ਮੋਟੀਵੇਸ਼ਨ ਦਾ ਕੰਮ ਕਰਦੀ ਹੈ। ਜੋ ਚੀਜ਼ ਆਪਣੇ ਲਈ ਇੰਪੋਰਟੈਂਟ ਹੁੰਦੀ ਹੈ ਤੇ ਜੋ ਆਪਾਂ ਨੂੰ ਜ਼ਰੂਰੀ ਲੱਗਦੀ ਹੈ, ਆਪਾਂ ਉਹੀ ਚੀਜ਼ ਨੂੰ ਪਰਸੀਵ ਕਰਦੇ ਹਾਂ ਤੇ ਉਸ ਚੀਜ਼ ਨੂੰ ਪਰਸੀਵ ਕਰਨ ਤੋਂ ਬਾਅਦ ਉਸ ਚੀਜ਼ ਨੂੰ ਆਪਾਂ ਪ੍ਰੋਸੈਸ ਕਰਦੇ ਹਾਂ। ਉੱਦਾਂ ਹੀ ਆਪਣੇ ਕੋਲ ਆਉਂਦੀ ਹੈ ਨੀਡ। ਜੇ ਆਪਾਂ ਨੂੰ ਉਸ ਚੀਜ਼ ਨੂੰ ਓਬਜ਼ਰਵ ਕਰਨ ਦੀ ਇੱਕ ਨੀਡ ਹੋਵੇ ਤੇ ਉਸ ਚੀਜ਼ ਦੀ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਆਪਾਂ ਉਸ ਚੀਜ਼ ਨੂੰ ਤਾਂ ਹੀ ਪਰਸੀਵ ਕਰਦੇ ਹਾਂ, ਵਰਨਾ ਉਸ ਚੀਜ਼ ਦੇ ਉੱਤੇ ਜ਼ਿਆਦਾ ਖਾਸ ਖਿਆਲ ਜਾਂ ਧਿਆਨ ਨਹੀਂ ਦਿੰਦੇ ਹਾਂ। ਫਿਰ ਆਉਂਦਾ ਹੈ ਸੱਭਿਆਚਾਰ, ਦੈਟ ਇਜ਼ ਕਲਚਰ। ਜਿਹੜਾ ਆਪਣਾ ਕਲਚਰ ਹੈ, ਹਰ ਇੱਕ ਦਾ ਕਲਚਰ ਆਪਾਂ ਨੂੰ ਇੱਕ ਡਿਫਰੈਂਟ ਚੀਜ਼ਾਂ, ਡਿਫਰੈਂਟ ਵੇ, ਨਜ਼ਰੀਆ ਆਪਾਂ ਨੂੰ ਆਪਣੀ ਸੁਸਾਇਟੀ ਦਾ ਆਪਣੇ ਅੱਗੇ ਪ੍ਰਭਾਵ ਪਾਉਂਦਾ ਹੈ। ਜਿੱਦਾਂ ਆਪਣਾ ਕਲਚਰ ਹੈ, ਹਰ ਇੱਕ ਦਾ ਕਲਚਰ ਜਦੋਂ ਇੱਕ ਡਿਫਰੈਂਟ ਲੈਵਲ ਤੇ ਆਪਰੇਟ ਕਰਦਾ ਹੈ, ਆਪਾਂ ਨੂੰ ਨੌਲੇਜ ਦਿੰਦਾ ਹੈ, ਆਪਾਂ ਨੂੰ ਗਿਆਨ ਦਿੰਦਾ ਹੈ ਤੇ ਉਸੇ ਲੈਵਲ ਤੇ ਆਪਾਂ ਕਿਸੇ ਚੀਜ਼ ਨੂੰ ਜਦੋਂ ਆਪਾਂ ਰਿਸੀਵ ਕਰਦੇ ਹਾਂ ਉਸ ਲੈਵਲ ਦੇ ਥਰੂ ਆਪਣਾ ਜਿਹੜਾ ਕਲਚਰ ਹੈ ਉਹ ਕਾਫੀ ਇੰਪੋਰਟੈਂਟ ਰੋਲ ਇਨਫਲੂਐਂਸ ਕਰਨ ਦੇ ਲਈ ਪਲੇ ਕਰਦਾ ਹੈ। ਫਿਰ ਆਉਂਦਾ ਆਪਣਾ ਐਕਸਪੀਰੀਅੰਸ। ਜੇ ਆਪਣੇ ਕੋਲ ਕਿਸੇ ਚੀਜ਼ ਨੂੰ ਆਲਰੇਡੀ ਐਕਸਪੀਰੀਅੰਸ ਨਹੀਂ ਹੋਏਗਾ ਤਾਂ ਆਪਾਂ ਉਸ ਚੀਜ਼ ਨੂੰ ਪਹਿਚਾਨਣ ਦੀ, ਪਰਖਣ
ਪਰਖਣ ਦੀ ਆਪਣੀ ਜਿਹੜਾ ਇੰਪੋਰਟੈਂਟ ਰੋਲ ਹੈ ਆਪਾਂ ਉਸ ਚੀਜ਼ ਨੂੰ ਪ੍ਰੋਵਾਈਡ ਨਹੀਂ ਕਰ ਪਾਉਂਦੇ ਹਾਂ। ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਇੱਕ ਐਗਜ਼ਾਮਪਲ ਦਿੱਤੀ ਸੀਗੀ ਪਰਸੈਪਸ਼ਨ ਦੀ, ਕਿ ਮੇਰੀ ਫਰੈਂਡ ਜੋ ਮੈਨੂੰ ਮਾਰਕੀਟ ਦੇ ਵਿੱਚ ਦੇਖੀ, ਮੈਂ ਜ਼ਿਆਦਾ ਉਹਦੀ ਸ਼ਕਲ ਤਾਂ ਨਹੀਂ ਦੇਖ ਪਾਈ ਬਟ ਉਸਦੇ ਹੁਲੀਏ ਤੋਂ, ਉਸਦੇ ਢੰਗ ਤਰੀਕੇ ਤੋਂ, ਉਸਦੇ ਚੱਲਣ ਦੇ ਤਰੀਕੇ ਤੋਂ ਮੈਂ ਇਹ ਅੰਦਾਜ਼ਾ ਲਗਾ ਪਾਈ ਸੀਗੀ ਕਿ ਇਹ ਮੇਰੀ ਫਰੈਂਡ ਸੀਮਾ ਹੀ ਲੱਗ ਰਹੀ ਹੈ। ਤੇ ਇਹ ਸਾਰਾ ਐਕਸਪੀਰੀਅੰਸ ਹੀ ਤਾਂ ਸੀਗਾ ਜਿਸਨੇ ਮੈਨੂੰ ਹੈਲਪ ਕੀਤੀ ਇਹ ਪਰਸੀਵ ਕਰਨ ਦੇ ਲਈ ਕਿ ਉਹ ਕੋਈ ਹੋਰ ਨਹੀਂ, ਉਹ ਮੇਰੀ ਫਰੈਂਡ ਹੀ ਹੈ। ਸੋ ਜਿਹੜਾ ਆਪਣਾ ਐਕਸਪੀਰੀਅੰਸ ਹੈ, ਜੇ ਆਪਾਂ ਕਿਸੇ ਚੀਜ਼ ਨੂੰ ਆਪਾਂ ਪਹਿਲਾਂ ਹੀ ਐਕਸਪੀਰੀਅੰਸ ਕਰ ਰੱਖਿਆ ਹੁੰਦਾ ਹੈ, ਉਸ ਚੀਜ਼ ਦੇ ਥਰੂ ਹੀ ਆਪਾਂ ਕਿਸੇ ਚੀਜ਼ ਨੂੰ ਸਮਝ ਪਾਉਂਦੇ ਹਾਂ, ਉਸ ਚੀਜ਼ ਨੂੰ ਪਰਸੈਪਸ਼ਨ ਦੇ ਥਰੂ ਹੀ ਆਪਾਂ ਐਕਸਪੀਰੀਅੰਸ ਦੇ ਨਾਲ ਉਸ ਚੀਜ਼ ਨੂੰ ਜੋੜ ਕੇ ਉਸ ਚੀਜ਼ ਦਾ ਇੱਕ ਮੀਨਿੰਗ ਕੱਢ ਪਾਉਂਦੇ ਹਾਂ। ਸੋ ਜੋ ਆਪਣਾ ਐਕਸਪੀਰੀਅੰਸ ਹੈ ਉਹ ਵੀ ਬਹੁਤ ਇੰਪੋਰਟੈਂਟ ਰੋਲ ਇਨਫਲੂਐਂਸ ਕਰਨ ਦੇ ਵਿੱਚ ਯੂਟੀਲਾਈਜ਼ ਹੁੰਦਾ ਹੈ। ਫਿਰ ਆਉਂਦਾ ਹੈ ਆਪਣੇ ਇਮੋਸ਼ਨਸ, ਕਿਸੇ ਚੀਜ਼ ਦੇ ਨਾਲ ਆਪਣਾ ਕਿੰਨਾ ਕੁ ਜ਼ਿਆਦਾ ਲਗਾਵ ਹੈ, ਆਪਣਾ ਦੁੱਖ ਸੁੱਖ ਹੈ ਉਸ ਚੀਜ਼ ਦੇ ਨਾਲ, ਆਪਾਂ ਨੂੰ ਕੋਈ ਚੀਜ਼ ਦਾ ਅੰਦਾਜ਼ਾ ਹੈ, ਕੋਈ ਚੀਜ਼ ਆਪਾਂ ਨੂੰ ਚੰਗੀ ਲੱਗਦੀ ਹੈ, ਮਾੜੀ ਲੱਗਦੀ ਹੈ, ਆਪਾਂ ਨੂੰ ਬੁਰਾ ਮਹਿਸੂਸ ਕਰਵਾਉਂਦੀ ਹੈ ਜਾਂ ਚੰਗਾ ਮਹਿਸੂਸ ਕਰਵਾਉਂਦੀ ਹੈ, ਇਹ ਵੀ ਇੱਕ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਕਿਸੇ ਚੀਜ਼ ਨੂੰ ਪਰਸੀਵ ਕਰਨ ਦੇ ਲਈ, ਸਮਝਣ ਦੇ ਲਈ ਤੇ ਉਸ ਚੀਜ਼ ਦਾ ਇੱਕ ਮੀਨਿੰਗ ਦੇਣ ਦੇ ਲਈ। ਸੋ ਆਪਣੀ ਪਰਸੈਪਸ਼ਨ ਦੇ ਵਿੱਚ ਯੂਟੀਲਾਈਜ਼ ਹੋਣ ਵਾਲੇ ਕਾਫੀ ਵੱਡੇ ਰੋਲਸ ਹਨ, ਮੋਟੀਵੇਸ਼ਨ, ਨੀਡ, ਕਲਚਰ, ਐਕਸਪੀਰੀਅੰਸ ਤੇ ਇਮੋਸ਼ਨਸ ਦੇ। ਇਸ ਦੇ ਥਰੂ ਆਪਾਂ ਕਿਸੇ ਵੀ ਚੀਜ਼ ਨੂੰ ਸਮਝ ਪਾਉਂਦੇ ਹਾਂ ਤੇ ਉਸ ਚੀਜ਼ ਨੂੰ ਯੂਟੀਲਾਈਜ਼ ਕਰ ਪਾਉਂਦੇ ਹਾਂ ਤੇ ਉਸ ਚੀਜ਼ ਦੀ ਪਰਖ ਨੂੰ ਅੱਗੇ ਰੱਖ ਪਾਉਂਦੇ ਹਾਂ ਤੇ ਉਹਨਾਂ ਦੇ ਲਈ ਪ੍ਰੇਰਨਾ, ਲੋੜ, ਸੱਭਿਆਚਾਰ, ਅਨੁਭਵ ਤੇ ਭਾਵਨਾਵਾਂ ਦਾ ਹੋਣਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਫਿਰ ਆਉਂਦੀਆਂ ਹਨ ਧਾਰਨਾ ਦੀਆਂ ਕਿਸਮਾਂ। ਹੁਣ ਜੋ ਵੀ ਚੀਜ਼ਾਂ ਆਪਾਂ ਪਰਸੀਵ ਕਰਦੇ ਹਾਂ ਆਪਣੇ ਆਸ-ਪਾਸ, ਉਹਨਾਂ ਚੀਜ਼ਾਂ ਦੀ ਇੰਪੋਰਟੈਂਟ ਰੋਲ ਕਿਆ ਹੋ ਸਕਦਾ ਹੈ ਤੇ ਉਹਨਾਂ ਦੀ ਕਿਆ ਟਾਈਪਸ ਹੋ ਸਕਦੀਆਂ ਹਨ, ਤਾਂ ਇਹਨਾਂ ਨੂੰ ਆਪਾਂ ਐਜ਼ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ। ਪਹਿਲਾ ਹੈ ਡੈਪਥ ਪਰਸੈਪਸ਼ਨ, ਫਿਰ ਹੈ ਸਾਈਜ਼ ਪਰਸੈਪਸ਼ਨ, ਫਿਰ ਆਉਂਦਾ ਹੈ ਮੂਵਮੈਂਟ ਪਰਸੈਪਸ਼ਨ। ਸੋ ਜਿਹੜੀ ਆਪਣੀ ਡੈਪਥ ਪਰਸੈਪਸ਼ਨ ਹੈ, ਡੈਪਥ ਪਰਸੈਪਸ਼ਨ ਦੋ ਪਰਸੈਪਸ਼ਨਸ ਦੇ ਨਾਲ, ਦੋ ਕਿਊਜ਼ ਦੇ ਨਾਲ ਡਿਵਾਈਡਡ ਹੈ, ਜੋ ਕਿ ਆਪਾਂ ਨੇ ਸਭ ਤੋਂ ਸ਼ੁਰੂ ਦੇ ਵਿੱਚ ਇਸ ਚੀਜ਼ ਦੇ ਉੱਤੇ ਗੱਲ ਕੀਤੀ ਸੀਗੀ। ਸਭ ਤੋਂ ਪਹਿਲਾਂ ਆਉਂਦਾ ਹੈ ਮੋਨੋਕਿਊਲਰ ਕਿਊਜ਼। ਮੋਨੋਕਿਊਲਰ ਕਿਊਜ਼ ਉਸ ਨੂੰ ਬੋਲਿਆ ਜਾਂਦਾ ਹੈ ਜਿਸ ਦੇ ਵਿੱਚ ਆਪਣੀਆਂ ਦੋਨੋਂ ਅੱਖਾਂ ਦਾ ਆਪਣੀ ਇੱਕ ਅੱਖ ਦਾ ਉਪਯੋਗ ਕੀਤਾ ਜਾਂਦਾ ਹੈ। ਮੋਨੋ ਮਤਲਬ ਇੱਕ। ਮੋਨੋਕਿਊਲਰ ਕਿਊਜ਼ ਨੂੰ ਜਦੋਂ ਆਪਾਂ ਕਿਸੇ ਚੀਜ਼ ਨੂੰ ਆਪਾਂ ਜਦੋਂ ਆਬਜ਼ਰਵ ਕਰਦੇ ਹਾਂ, ਉਸ ਦੇ ਵਿੱਚ ਜਦੋਂ ਆਪਣੀ ਇੱਕ ਅੱਖ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਆਪਣੀ ਇੱਕ ਅੱਖ ਦੀ ਜਿਹੜੀ ਵਰਤੋਂ ਹੈ ਉਹ ਵੀ ਇਨਫ ਹੁੰਦੀ ਹੈ ਕਿਸੇ ਚੀਜ਼ ਦੀ ਇਨਫੋਰਮੇਸ਼ਨ ਨੂੰ ਕਲੈਕਟ ਕਰਕੇ ਆਪਣੇ ਬ੍ਰੇਨ ਤੱਕ ਲੈ ਕੇ ਜਾਣ ਦੇ ਲਈ। ਸਭ ਤੋਂ ਪਹਿਲਾਂ ਆਉਂਦਾ ਹੈ ਰਿਲੇਟਿਵ ਸਾਈਜ਼। ਰਿਲੇਟਿਵ ਸਾਈਜ਼ ਹੁੰਦਾ ਹੈ ਜਦੋਂ ਆਪਣੇ ਆਸ-ਪਾਸ ਜਿਹੜੀ ਵੀ ਚੀਜ਼ਾਂ ਆਪਾਂ ਦੇਖ ਪਾ ਰਹੇ ਹਾਂ, ਕੋਈ ਕਲਰਿੰਗ ਹੈ ਜਾਂ ਕੋਈ ਇੱਕ ਪੋਰਟਰੇਟ ਹੈ, ਉਸ ਚੀਜ਼ ਨੂੰ ਆਪਾਂ ਐਜ਼ ਅ ਰਿਲੇਟਿਵ ਸਾਈਜ਼ ਦੇ ਨਾਲ ਰਿਲੇਟ ਕਰਕੇ ਉਸ ਚੀਜ਼ ਨੂੰ ਆਪਾਂ ਆਬਜ਼ਰਵ ਕਰਦੇ ਹਾਂ ਤੇ ਆਪਣੀ ਜਿਹੜੀ ਇੱਕ ਅੱਖ ਹੈ ਆਪਾਂ ਨੂੰ ਐਜ਼ ਅ ਇੱਕੋ ਹੀ ਸਾਈਜ਼ ਦੇ ਵਿੱਚ ਕੋਈ ਵੀ ਚੀਜ਼ ਆਪਾਂ ਜੋ ਦੇਖ ਪਾ ਰਹੇ ਹਾਂ ਐਜ਼ ਅ 3D ਕਲਰਿੰਗ ਦੇ ਲਈ ਵੀ ਜਿਹੜੀ ਯੂਜ਼ ਕਰਦੇ ਹਨ ਕੁਝ ਪੇਂਟਰਸ ਹੁੰਦੇ ਹਨ, ਆਪਣੇ ਮੋਨੋਕਿਊਲਰ ਕਿਊਜ਼ ਦੇ ਥਰੂ ਇੱਕ 3D ਲੈਵਲ ਦੇ ਉੱਤੇ ਚੀਜ਼ ਜਿਹੜੀ ਉਹ ਬਣਾਉਂਦੇ ਹਨ, ਉਸ ਚੀਜ਼ ਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਉਸ ਨੂੰ ਰਿਲੇਟਿਵ ਸਾਈਜ਼ ਕਿਹਾ ਜਾਂਦਾ ਹੈ। ਦੈਨ ਇਜ਼ ਟੈਕਸਚਰ ਗ੍ਰੈਂਡਿਊਰ। ਟੈਕਸਚਰ ਗ੍ਰੈਂਡਿਊਰ ਜਦੋਂ ਆਪਾਂ ਅਲੱਗ-ਅਲੱਗ ਕਲਰਸ ਨੂੰ ਆਪਾਂ ਦੇਖ ਪਾਉਂਦੇ ਹਾਂ ਤੇ ਉਸ ਚੀਜ਼ ਨੂੰ ਡਿਫਰੈਂਸ਼ੀਏਟ ਕਰ ਪਾਉਂਦੇ ਹਾਂ ਕਿ ਕਿਹੜਾ ਕਲਰ ਜ਼ਿਆਦਾ ਵੱਡਾ ਹੈ, ਛੋਟਾ ਹੈ, ਤੇ ਉਸ ਚੀਜ਼ ਦੇ ਕਲਰ ਤੋਂ ਆਪਾਂ ਡਿਫਰੈਂਸ਼ੀਏਟ ਕਰ ਪਾਉਂਦੇ ਹਾਂ ਤੇ ਆਪਣੀ ਇੱਕ ਅੱਖ ਆਪਾਂ ਨੂੰ ਦੱਸ ਪਾਉਂਦੀ ਹੈ ਕਿ ਇੱਕ ਕਲਰ ਤੋਂ ਦੂਸਰੇ ਕਲਰ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਸ ਚੀਜ਼ ਨੂੰ ਉਹ ਇੱਕ ਡਿਫਰੈਂਸ਼ੀਏਟ ਕ੍ਰੀਏਟ ਕਰ ਪਾ ਰਿਹਾ ਹੈ। ਫਿਰ ਆਉਂਦਾ ਹੈ ਏਰੀਅਲ ਪਰਸਪੈਕਟਿਵ। ਜਦੋਂ ਆਪਾਂ ਸਰਦੀਆਂ ਦੇ ਵਿੱਚ ਧੁੰਦ ਦੇਖਦੇ ਹਾਂ ਤੇ ਧੁੰਦ ਦੇ ਪਿੱਛੇ ਆਪਾਂ ਨੂੰ ਥੋੜਾ ਥੋੜਾ ਬਲਰੀ ਆਪਾਂ ਨੂੰ ਮਾਊਂਟੇਨਸ ਦਿਖਦੇ ਹਨ, ਜਾਂ ਆਪਾਂ ਨੂੰ ਜਦੋਂ ਆਪਾਂ ਪਹਾੜਾਂ ਦੇ ਵਿੱਚ ਜਾਂਦੇ ਹਾਂ ਤਾਂ ਆਪਾਂ ਨੂੰ ਕਾਫੀ ਜ਼ਿਆਦਾ ਧੁੰਦਲਾ ਦਿਖਦਾ ਹੈ ਤੇ ਉਹਦੇ ਪਿੱਛੇ ਆਪਾਂ ਨੂੰ ਧੁੰਦਲੇ ਧੁੰਦਲੇ ਪਹਾੜ ਨਜ਼ਰ ਆਉਂਦੇ ਹਨ, ਜਾਂ ਥੋੜੀ ਥੋੜੀ ਧੁੱਪ ਦੀ ਸ਼ੇਪ ਨਜ਼ਰ ਆਉਂਦੀ ਹੈ, ਆਪਾਂ ਨੂੰ ਸੂਰਜ ਦੀ ਸ਼ੇਪ ਨਜ਼ਰ ਆਉਂਦੀ ਹੈ, ਤਾਂ ਉਸਨੂੰ ਏਰੀਅਲ ਪਰਸਪੈਕਟਿਵ ਕਿਹਾ ਜਾਂਦਾ ਹੈ ਕਿਉਂਕਿ ਆਪਾਂ ਨੂੰ ਉਹ ਧੁੰਦਲੀਆਂ ਚੀਜ਼ਾਂ ਦੇ ਵਿੱਚੋਂ ਆਪਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਮੁੱਕਦਾ ਹੈਗਾ ਕਿ ਹਰ ਚੀਜ਼ ਧੁੰਦਲੀ ਹੀ ਹੈ, ਬਲਕਿ ਉਹ ਸਿਰਫ ਇੱਕ ਕਲਾਊਡਸ ਜਾਂ ਫਿਰ ਧੁੰਦ ਦਾ ਹੀ ਰੀਜ਼ਨ ਹੁੰਦਾ ਹੈ, ਬਲਕਿ ਜਿਹੜੀ ਉਹ ਚੀਜ਼ ਹੈ ਉਹ ਚੀਜ਼ ਅਸਲੀਅਤ ਦੇ ਵਿੱਚ ਧੁੰਦਲੀ ਨਹੀਂ ਹੁੰਦੀ ਹੈਗੀ। ਫਿਰ ਆਉਂਦਾ ਹੈ ਲੀਨੀਅਰ ਪਰਸਪੈਕਟਿਵ। ਜਦੋਂ ਆਪਾਂ ਕਿਸੇ ਇੱਕ ਕਿਨਾਰੇ ਤੇ ਖੜ ਕੇ ਆਪਾਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਜੇ ਆਪਾਂ ਇੱਕ ਕਿਨਾਰੇ ਤੇ ਖੜ ਕੇ ਕਿਸੇ ਲੇਕ ਨੂੰ, ਪਾਣੀ ਨੂੰ ਦੇਖਦੇ ਹਾਂ ਜਾਂ ਰੋਡ ਨੂੰ ਦੇਖ ਪਾਉਂਦੇ ਹਾਂ, ਤਾਂ ਆਪਾਂ ਦੇਖਦੇ ਹਾਂ
ਕਿ ਇੱਕ ਸਾਈਡ ਤੋਂ ਆਪਾਂ ਕਾਫੀ ਚੌੜਾਈ ਦੇਖ ਪਾਉਂਦੇ ਹਾਂ ਜਾਂ ਰੋਡ ਦੀ ਚੌੜਾਈ ਦਿਖਦੀ ਹੈ ਜਿੱਥੇ ਆਪਾਂ ਖੜੇ ਹੁੰਦੇ ਹਾਂ, ਤੇ ਆਪਾਂ ਹੌਲੀ ਹੌਲੀ ਇਹ ਚੀਜ਼ ਨਜ਼ਰ ਆਉਂਦੀ ਹੈ ਕਿ ਜਿਵੇਂ ਜਿਵੇਂ ਆਪਣੀ ਨਜ਼ਰ ਦੂਰ ਜਾਂਦੀ ਜਾ ਰਹੀ ਹੈ, ਉਵੇਂ ਹੀ ਜਿਹੜੀ ਰੋਡ ਹੈ ਉਸਦੇ ਜਿਹੜੇ ਕਿਨਾਰੇ ਹਨ ਉਹ ਛੋਟੇ 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 ਹੁੰਦੇ ਜਾਂਦੇ ਹਨ। ਤਾਂ ਉਸਨੂੰ ਲੀਨੀਅਰ ਪਰਸਪੈਕਟਿਵ ਕਿਹਾ ਜਾਂਦਾ ਹੈ। ਕਿਸੇ ਵੀ ਇੱਕ ਚੀਜ਼ ਨੂੰ ਜਦੋਂ ਆਪਾਂ ਇੱਕ ਸਾਈਡ ਤੇ ਖੜ ਕੇ ਦੇਖਦੇ ਹਾਂ, ਆਪਣੀ ਸਾਈਡ ਤੋਂ ਉਹ ਚੀਜ਼ ਚੌੜੀ ਨਜ਼ਰ ਆਉਂਦੀ ਹੈ ਤੇ ਅੱਗੇ ਜਾਂਦੀ ਜਾਂਦੀ ਉਹ ਚੀਜ਼ ਛੋਟੀ ਹੁੰਦੀ ਨਜ਼ਰ ਆਈ ਜਾਂਦੀ ਹੈ, ਤੇ ਏਦਾਂ ਲੱਗਦਾ ਕਿ ਉਸਦਾ ਜਿਹੜਾ ਕਿਨਾਰਾ ਹੈ ਉਹ ਪੈਰਲਰ ਦੀ ਬਜਾਏ ਉਹ ਇਕੱਠੇ ਹੁੰਦੇ ਨਜ਼ਰ ਆਉਂਦੇ ਹਨ। ਫਿਰ ਆਉਂਦਾ ਹੈ ਬਾਇਨੋਕਿਊਲਰ ਕਿਊਜ਼। ਬਾਇਨੋਕਿਊਲਰ ਕਿਊਜ਼ ਉਸ ਤੋਂ ਬੋਲਿਆ ਜਾਂਦਾ ਹੈ ਜਿਸ ਦੇ ਵਿੱਚ ਆਪਾਂ ਆਪਣੀਆਂ ਦੋਨੋਂ ਨਜ਼ਰੀਆਂ ਦਾ, ਆਪਣੀਆਂ ਨਜ਼ਰਾਂ ਦਾ ਆਪਾਂ ਇਸਤੇਮਾਲ ਕਰਕੇ ਕਿਸੇ ਚੀਜ਼ ਨੂੰ ਦੇਖ ਪਾਉਂਦੇ ਹਾਂ, ਉਸ ਚੀਜ਼ ਨੂੰ ਬਾਇਨੋਕਿਊਲਰ ਕਿਊਜ਼ ਬੋਲਿਆ ਜਾਂਦਾ ਹੈ। ਸਭ ਤੋਂ ਪਹਿਲਾਂ ਆਉਂਦਾ ਹੈ ਰੈਟੀਨਲ ਡਿਸਪੈਰਿਟੀ। ਜਿਹੜਾ ਆਪਣਾ ਰੈਟੀਨਾ ਹੈ, ਆਪਣੀ ਜਿਹੜੀ ਅੱਖਾਂ ਦੇ ਵਿੱਚ ਮੌਜੂਦ ਸਭ ਤੋਂ ਇੰਪੋਰਟੈਂਟ ਅੰਗ, ਆਪਣਾ ਰੈਟੀਨਾ ਜਦੋਂ ਕਿਸੇ ਚੀਜ਼ ਨੂੰ ਡਿਫਰੈਂਸ਼ੀਏਟ ਕਰਨ ਦੇ ਲਈ ਦੇਖਿਆ ਜਾਂਦਾ ਹੈ, ਜੇ ਕੋਈ ਕੋਲ ਦੀ ਚੀਜ਼ ਹੈ ਤਾਂ ਉਸ ਚੀਜ਼ ਲਈ ਆਪਣਾ ਰੈਟੀਨਾ ਨਾਰਮਲ ਰਹਿੰਦਾ ਹੈ, ਤੇ ਕੋਈ ਦੂਰ ਦੀ ਚੀਜ਼ ਹੈ ਤਾਂ ਆਪਣਾ ਰੈਟੀਨਾ ਕਾਫੀ ਜ਼ਿਆਦਾ ਛੋਟਾ ਹੋ ਜਾਂਦਾ ਹੈ, ਤਾਂ ਕਿ ਆਪਾਂ ਉਸ ਚੀਜ਼ ਨੂੰ ਜ਼ਿਆਦਾ ਚੰਗੀ ਤਰ੍ਹਾਂ ਇਨਫੋਰਮੇਸ਼ਨ ਨੂੰ ਯੂਜ਼ ਕਰ ਸਕੀਏ ਤੇ ਉਸ ਚੀਜ਼ ਨੂੰ ਦੇਖ ਪਾਈਏ। ਰੈਟੀਨਲ ਡਿਸਪੈਰਿਟੀ ਦੇ ਵਿੱਚ ਆਪਣਾ ਰੈਟੀਨਾ ਜਦੋਂ ਡਿਫਰੈਂਸ਼ੀਏਟ ਕ੍ਰੀਏਟ ਕਰ ਪਾਉਂਦਾ ਹੈ ਕਿਸੇ ਵੀ ਚੀਜ਼ ਨੂੰ ਦੇਖਣ ਦੇ ਲਈ। ਫਿਰ ਆਉਂਦਾ ਹੈ ਕਨਵਰਜੈਂਸ। ਕਨਵਰਜੈਂਸ ਉਸ ਚੀਜ਼ ਨੂੰ ਬੋਲਿਆ ਜਾਂਦਾ ਹੈ ਜਿਸ ਦੇ ਵਿੱਚ ਇੱਕ ਜਦੋਂ ਆਪਾਂ ਕਿਸੇ ਚੀਜ਼ ਨੂੰ ਇੱਕ ਦੇਖਦੇ ਹਾਂ, ਜਿਵੇਂ ਆਪਣੀ ਐਨਕ ਹੁੰਦੀ ਹੈ ਤਾਂ ਉਸਦੇ ਵਿੱਚ ਕਨਵਰਸ ਲੈਂਸਿਸ ਹੁੰਦੇ ਹਨ, ਤਾਂ ਆਪਾਂ ਉਸ ਕਨਵਰਸ ਲੈਂਸ ਦੇ ਅਕੋਰਡਿੰਗ ਆਪਾਂ ਅਲੱਗ-ਅਲੱਗ ਲੈਵਲ ਤੇ ਕੋਈ ਵੀ ਲੈਂਸ ਦੇ ਥਰੂ ਆਪਾਂ ਦੇਖ ਪਾਉਂਦੇ ਹਾਂ। ਬਜ਼ੁਰਗਾਂ ਦੇ ਲਈ ਦੇਖਿਆ ਜਾਂਦਾ ਹੈ ਕਿ ਕਨਵਰਸ ਲੈਂਸ ਯੂਜ਼ ਕੀਤਾ ਜਾਂਦਾ ਹੈ, ਜਿਸ ਦੇ ਨੀਚੇ ਵਾਲੇ ਪਾਰਟ ਦੇ ਵਿੱਚ ਉਹ ਦੂਰ ਦੀਆਂ ਚੀਜ਼ਾਂ ਨੂੰ ਦੇਖ ਪਾਉਂਦੇ ਹਨ, ਤੇ ਜਿਹੜਾ ਉਸਦਾ ਉੱਪਰਲਾ ਪਾਰਟ ਹੁੰਦਾ ਉਸ ਚੀਜ਼ ਦੇ ਥਰੂ ਉਹ ਨੇੜੇ ਦੀ ਚੀਜ਼ਾਂ ਨੂੰ ਦੇਖ ਪਾਉਂਦੇ ਹਨ। ਤੇ ਇਸ ਦੇ ਵਿੱਚ ਕੀ ਹੁੰਦਾ, ਕਨਵਰਸ ਲੈਂਸ ਹੁੰਦਾ ਹੈ, ਉਹ ਆਪਾਂ ਨੂੰ ਦੂਰ ਤੇ ਨੇੜੇ ਦੀਆਂ ਚੀਜ਼ਾਂ ਨੂੰ ਦੇਖਣ ਦੇ ਲਈ ਉਸਦਾ ਜਿਹੜਾ ਰਾਊਂਡ ਹੁੰਦਾ, ਉਸਦਾ ਕਰਵ ਹੁੰਦਾ ਹੈ, ਉਹ ਹੈਲਪ ਕਰਦਾ ਹੈ ਆਪਾਂ ਨੂੰ ਦੂਰ ਤੇ ਨੇੜੇ ਦੀਆਂ ਚੀਜ਼ਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਦੇਖਣ ਦੇ ਲਈ। ਤੇ ਏਦਾਂ ਹੀ ਆਪਣਾ ਜਿਹੜਾ ਨੈਚੁਰਲੀ ਆਪਣੀ ਆਈਜ਼ ਦੇ ਵਿੱਚ ਜਿਹੜਾ ਆਪਣਾ ਲੈਂਸ ਹੁੰਦਾ ਹੈ, ਉਹ ਵੀ ਕਿਸੇ ਵੀ ਚੀਜ਼ ਨੂੰ ਆਬਜ਼ਰਵ ਉਦਾਂ ਹੀ ਕਰਦਾ ਹੈ ਇੱਕ ਕਰਵ ਦੇ ਅਕੋਰਡਿੰਗ। ਫਿਰ ਇਸ ਦੀ ਸੈਕਿੰਡ ਪਾਰਟ ਹੈ ਆਪਣਾ ਜਿਹੜਾ ਆਪਾਂ ਦੂਜੀ ਕਿਸਮ ਜੇ ਆਪਾਂ ਦੇਖੀਏ ਪਰਸੈਪਸ਼ਨ ਦੀ, ਤਾਂ ਉਹ ਹੈ ਸਾਈਜ਼ ਪਰਸੈਪਸ਼ਨ। ਕਿਸੇ ਚੀਜ਼ ਨੂੰ ਦੇਖਣ ਦਾ ਇੱਕ ਜਿਹੜਾ ਨਜ਼ਰੀਆ ਹੁੰਦਾ ਹੈ, ਉਸ ਚੀਜ਼ ਦੇ ਸਾਈਜ਼ ਤੋਂ ਆਪਾਂ ਉਸ ਚੀਜ਼ ਨੂੰ ਡਿਫਰੈਂਸ਼ੀਏਟ ਕਰ ਪਾਉਂਦੇ ਹਾਂ। ਜਿਵੇਂ ਸਾਈਜ਼ ਡਿਫਰੈਂਸ ਇਨਵੇਰੀਐਂਸ ਹਾਈਪੋਥੇਸਿਸ, ਇਹ ਇੱਕ ਫਾਰਮੂਲਾ ਹੈ ਜਿਸ ਦੇ ਵਿੱਚ ਸਾਈਜ਼ ਅਪੋਨ ਡਿਸਟੈਂਸ ਇਜ਼ ਇਕੁਅਲ ਟੂ ਇਟਸ ਰੀਅਲ ਸਾਈਜ਼। ਸੋ ਆਪਾਂ ਜਿਹੜੀ ਕਿਸੇ ਚੀਜ਼ ਦਾ ਇੱਕ ਸਾਈਜ਼ ਦੇਖ ਰਹੇ ਹਾਂ, ਤਾਂ ਸਾਈਜ਼ ਜਿੰਨਾ ਵੀ ਕਿਸੇ ਚੀਜ਼ ਨੂੰ ਆਪਾਂ ਸਾਈਜ਼ ਦੇਖ ਪਾ ਰਹੇ ਹਾਂ ਤੇ ਉਸ ਚੀਜ਼ ਦਾ ਡਿਸਟੈਂਸ ਹੈ। ਕਈ ਵਾਰ ਇਹ ਚੀਜ਼ ਕਿਹਾ ਜਾਂਦਾ ਹੈ ਕਿ ਜਿੰਨੀ ਚੀਜ਼ ਦੂਰ ਹੈ ਉਨਾ ਹੀ ਉਸਦਾ ਸਾਈਜ਼ ਹੁੰਦਾ ਹੈ, ਪਰ ਜ਼ਰੂਰੀ ਨਹੀਂ ਹੈ। ਕਈ ਵਾਰੀ ਆਪਾਂ ਜੇ ਆਪਣੇ ਤੋਂ ਦੂਰ ਕੋਈ ਚੀਜ਼ ਦੇਖਦੇ ਹਾਂ ਤਾਂ ਜ਼ਰੂਰੀ ਨਹੀਂ ਹੈ ਕਿ ਜੇ ਆਪਾਂ ਕਾਰ ਆਪਣੇ ਤੋਂ ਕਾਫੀ ਦੂਰ ਦੇਖ ਰਹੇ ਹਾਂ ਤਾਂ ਕਾਰ ਦਾ ਸਾਈਜ਼ ਵੀ ਛੋਟਾ ਹੀ ਹੋਏਗਾ, ਬਲਕਿ ਆਪਾਂ ਉਸ ਚੀਜ਼ ਨੂੰ ਸਮਝ ਪਾਉਂਦੇ ਹਾਂ ਕਿ ਜਿੰਨੀ ਹੀ ਇਹ ਚੀਜ਼ ਮੇਰੇ ਤੋਂ ਦੂਰ ਹੈ ਓਨਾ ਹੀ ਇਸਦਾ ਸਾਈਜ਼ ਹੋਏਗਾ। ਸਾਈਜ਼ ਦੇ ਵਿੱਚ ਕੋਈ ਜ਼ਿਆਦਾ ਚੇਂਜਸ ਨਹੀਂ ਹੁੰਦੇ ਹਨ, ਬਲਕਿ ਆਪਾਂ ਜਿੱਥੇ ਵੀ ਖੜ ਕੇ ਇਸ ਚੀਜ਼ ਨੂੰ ਆਬਜ਼ਰਵ ਕਰ ਰਹੇ ਹੁੰਦੇ ਹਨ, ਉਸ ਚੀਜ਼ ਦੇ ਸਾਈਜ਼ ਦੇ ਵਿੱਚ ਹੀ ਉਸ ਚੀਜ਼ ਦਾ ਡਿਫਰੈਂਸ ਹੁੰਦਾ ਹੈ। ਥਰਡ ਆਉਂਦਾ ਹੈ ਮੂਵਮੈਂਟ ਪਰਸੈਪਸ਼ਨ। ਸੋ ਪਹਿਲਾ ਪਰਸੈਪਸ਼ਨ ਸੀਗਾ ਡੈਪਥ ਪਰਸੈਪਸ਼ਨ, ਸੈਕੰਡ ਵਾਸ ਸਾਈਜ਼ ਪਰਸੈਪਸ਼ਨ, ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਮੂਵਮੈਂਟ ਪਰਸੈਪਸ਼ਨ ਤੇ। ਤਾਂ ਮੂਵਮੈਂਟ ਪਰਸੈਪਸ਼ਨ ਜ਼ਰੂਰੀ ਨਹੀਂ ਹੈ ਕਿ ਜੇ ਆਪਾਂ ਮੂਵ ਕਰ ਰਹੇ ਹਾਂ ਤਾਂ ਜਿਹੜੀ ਵੀ ਚੀਜ਼ ਨੂੰ ਆਪਾਂ ਆਬਜ਼ਰਵ ਕਰ ਰਹੇ ਹਾਂ ਤਾਂ ਉਸ ਚੀਜ਼ ਦੇ ਵਿੱਚ ਵੀ ਮੂਵਮੈਂਟ ਹੋਣਾ ਜ਼ਰੂਰੀ ਹੋਵੇ, ਬਲਕਿ ਕਈ ਵਾਰ ਜਦੋਂ ਆਪਾਂ ਟਰੈਵਲ ਕਰ ਰਹੇ ਹੁੰਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਆਪਣੇ ਨਾਲ ਨਾਲ ਜਿਹੜੇ ਟਰੀਜ਼ ਹਨ, ਜਾਂ ਮੂਨ ਹੈ, ਸਟਾਰਸ ਹੈ, ਜਾਂ ਕਲਾਊਡਸ ਹਨ, ਜਾਂ ਆਪਣੇ ਨਾਲ ਜਿਹੜੀ ਆਪਣੀ ਰੋਡ ਦੇ ਨਾਲ ਜਾ ਰਹੇ ਜਿਹੜੀ ਕਾਰ ਹੈ ਜਾਂ ਟਰੱਕ ਹੈ, ਉਹ ਵੀ ਆਪਣੇ ਨਾਲ ਨਾਲ ਹੀ ਚੱਲ ਰਹੇ ਹਨ। ਬਲਕਿ ਜ਼ਰੂਰੀ ਨਹੀਂ ਹੈ ਕਿ ਉਹ ਵੀ ਆਪਣੇ ਨਾਲ ਹੀ ਮੂਵਮੈਂਟ ਦੇ ਵਿੱਚ ਹੋਣ, ਬਲਕਿ ਜਦੋਂ ਆਪਾਂ ਮੂਵ ਹੋ ਰਹੇ ਹੁੰਦੇ ਹਾਂ ਤਾਂ ਉਹ ਚੀਜ਼ ਖੜੀ ਹੋਈ ਹੁੰਦੀ ਹੈ, ਤੇ ਆਪਾਂ ਨੂੰ ਇੱਦਾਂ ਹੀ ਲੱਗਦਾ ਹੈ ਕਿ ਜਦੋਂ ਉਹ ਨਾਲ ਨਾਲ ਆਪਣੇ ਚੱਲ ਰਹੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਹ ਇਲਿਊਜ਼ਨ ਕ੍ਰੀਏਟ ਹੁੰਦਾ ਹੈ ਕਿ ਉਹ ਚੀਜ਼ ਵੀ ਆਪਣੇ ਨਾਲ ਨਾਲ ਮੂਵਮੈਂਟ ਕ੍ਰੀਏਟ ਕਰ ਰਹੀ ਹੈ। ਸੋ ਸਭ ਤੋਂ ਪਹਿਲਾਂ ਆਉਂਦਾ ਹੈ ਰੈਟੀਨਲ ਮੋਸ਼ਨ। ਰੈਟੀਨਲ ਮੋਸ਼ਨ ਦੇ ਵਿੱਚ ਆਪਣਾ ਜਿਹੜਾ ਰੈਟੀਨਾ ਹੈ ਉਹ ਇਸ ਚੀਜ਼ ਨੂੰ ਇਲਿਊਜ਼ਨ ਕ੍ਰੀਏਟ ਕਰਦਾ ਹੈ ਕਿ ਜੋ ਵੀ ਆਪਣੇ ਆਸ-ਪਾਸ ਹੋ ਰਿਹਾ ਹੈ ਉਸ ਚੀਜ਼ ਦੇ ਵਿੱਚ ਜਿਹੜੀ ਮੂਵਮੈਂਟ ਹਨ ਤੇ ਉਹ ਆਪਣੇ ਨਾਲ ਨਾਲ ਚੱਲਦੀਆਂ ਜਾ ਰਹੀਆਂ ਹਨ। ਸੋ ਪਹਿਲਾ ਆਉਂਦਾ ਹੈ ਰੈਟੀਨਲ ਮੋਸ਼ਨ। ਰੈਟੀਨਲ ਮੋਸ਼ਨ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਮੋਸ਼ਨ ਆਫਟਰ ਇਫੈਕਟ। ਜਦੋਂ ਆਪਾਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਦੇਰ ਤੱਕ ਓਬਜ਼ਰਵ ਕਰਦੇ ਹਨ, ਜਦੋਂ ਉਸ ਚੀਜ਼ ਦਾ ਮੋਸ਼ਨ ਰੁਕ ਜਾਂਦਾ ਹੈ ਤੇ ਉਹ ਚੀਜ਼ ਉਸ ਜਗ੍ਹਾ ਤੋਂ ਚਲੀ ਜਾਂਦੀ ਹੈ, ਆਪਾਂ ਨੂੰ ਸਟਿਲ ਇਹੀ ਮਹਿਸੂਸ ਹੁੰਦਾ ਹੈ ਕਿ ਉਸ ਚੀਜ਼ ਦਾ ਮੋਸ਼ਨ ਫਿਰ ਵੀ ਚੱਲ ਰਿਹਾ ਹੈ। ਸੋ ਉਸ ਚੀਜ਼ ਨੂੰ ਮੋਸ਼ਨ ਇਫੈਕਟ ਆਫਟਰ ਇਫੈਕਟ ਬੋਲਿਆ ਜਾਂਦਾ ਹੈ।
ਸੈਕਿੰਡ ਹੈ ਇੰਡਿਊਸਡ ਮੂਵਮੈਂਟ। ਜਿਹੜਾ ਇੰਡਿਊਸਡ ਮੂਵਮੈਂਟ ਹੁੰਦਾ ਹੈ, ਜ਼ਰੂਰੀ ਨਹੀਂ ਕਿ ਉਹ ਮੂਵਮੈਂਟ ਚੱਲ ਰਹੀ ਹੁੰਦੀ ਹੈ, ਬਲਕਿ ਉਸ ਚੀਜ਼ ਨੂੰ ਜਾਣ-ਬੁੱਝ ਕੇ ਚਲਾਇਆ ਜਾਂਦਾ ਹੈ ਤਾਂ ਕਿ ਉਸ ਚੀਜ਼ ਨੂੰ ਚਲਾਇਆ ਜਾ ਸਕੇ ਤੇ ਉਸ ਚੀਜ਼ ਨੂੰ ਮਹਿਸੂਸ ਕੀਤਾ ਜਾ ਸਕੇ, ਇਲੂਜ਼ਨ ਕ੍ਰੀਏਟ ਕਰ ਸਕੇ, ਭੁਲੇਖਾ ਬਣਾ ਸਕੇ ਕਿ ਉਹ ਚੀਜ਼ ਚੱਲ ਰਹੀ ਹੈ ਆਪਣੇ ਸਾਹਮਣੇ। ਫਿਰ ਆਉਂਦਾ ਹੈ ਐਪਰੈਂਟ ਮੂਵਮੈਂਟ। ਜਿਹੜਾ ਐਪਰੈਂਟ ਮੂਵਮੈਂਟ ਹੈ ਉਹ ਇੰਡਿਊਸਡ ਮੂਵਮੈਂਟ ਦੇ ਬਿਲਕੁਲ ਆਪੋਜ਼ਿਟ ਹੁੰਦਾ ਹੈ ਤੇ ਇਸ ਚੀਜ਼ ਦੇ ਵਿੱਚ ਜਿਹੜੀ ਮੂਵਮੈਂਟ ਹੈ ਉਹ ਰਿਐਲਿਟੀ ਦੇ ਵਿੱਚ ਵੀ ਹੋ ਰਹੀ ਹੁੰਦੀ ਹੈ। ਲਾਸਟ ਤੇ ਫੋਰਥ ਲੈਵਲ ਤੇ ਆਉਂਦਾ ਹੈ ਐਰਰ ਇਨ ਪਰਸੈਪਸ਼ਨ। ਜਦੋਂ ਆਪਾਂ ਕੋਈ ਵੀ ਚੀਜ਼ ਪਰਸੀਵ ਕਰ ਰਹੇ ਹਾਂ, ਜ਼ਰੂਰੀ ਨਹੀਂ ਹੈ ਕਿ ਜੋ ਆਪਾਂ ਪਰਸੀਵ ਕੀਤਾ ਹੈ ਉਸਦਾ ਇੱਕ ਮੀਨਿੰਗ ਜਾਂ ਉਸਦੀ ਇੱਕ ਸੈਂਸੇਸ਼ਨ ਹੋਵੇ, ਬਲਕਿ ਉਹ ਇੱਕ ਭੁਲੇਖੇ ਦੇ ਰੂਪ ਤੇ ਦੇਖਿਆ ਜਾਂਦਾ ਹੈ। ਸੋ ਇਸਦਾ ਇੱਕ ਐਕਸਪੈਰੀਮੈਂਟ ਕੀਤਾ ਗਿਆ ਸੀਗਾ, ਮੁਲਰ ਲੇਅਰ ਇਲੂਜਨ, ਜਿਸ ਦੇ ਵਿੱਚ ਕਾਫੀ ਸਾਰੇ ਐਕਸਪੈਰੀਮੈਂਟਰਸ ਨੇ ਜਿਹੜੇ ਵੀ ਉਹਨਾਂ ਨੇ ਆਪਣੇ ਕਲਾਇੰਟਸ ਯੂਜ਼ ਕੀਤੇ ਸੀਗੇ ਤਾਂ ਉਹਨਾਂ ਨੇ ਮੁਲਰ ਲੇਅਰ ਇਲੂਜਨ ਨੂੰ ਪ੍ਰੋਡਿਊਸ ਕੀਤਾ, ਜਿਸ ਦੇ ਵਿੱਚ ਉਹਨਾਂ ਨੂੰ ਦੋ ਅਲੱਗ-ਅਲੱਗ ਲਾਈਨਾਂ ਜੋ ਕਿ ਸੇਮ ਲੈਵਲ ਤੇ ਹੀ ਸੀਗੀਆਂ, ਪਰ ਉਹਨਾਂ ਨੂੰ ਅਲੱਗ ਤਰੀਕੇ ਦੇ ਨਾਲ ਜਦੋਂ ਦਿਖਾਈਆਂ ਗਈਆਂ ਤਾਂ ਹਰ ਇੱਕ ਦਾ ਆਨਸਰ ਰੋਂਗ ਨਿਕਲ ਕੇ ਆਇਆ ਕਿ ਦੋਨੋਂ ਲਾਈਨਾਂ ਡਿਫਰੈਂਟ ਹਨ, ਬਲਕਿ ਸੇਮ ਲਾਈਨਾਂ ਸੀਗੀਆਂ। ਤੇ ਉਹਨਾਂ ਨੂੰ ਡਿਫਰੈਂਟ ਲੈਵਲ ਤੇ ਜਦੋਂ ਦਿਖਾਈਆਂ ਗਈਆਂ ਤਾਂ ਉਹਨਾਂ ਨੂੰ ਇੱਕ ਭੁਲੇਖਾ ਲੱਗਿਆ ਕਿ ਇਹ ਲਾਈਨਾਂ ਡਿਫਰੈਂਟ ਨੇ ਤੇ ਇਸ ਚੀਜ਼ ਨੂੰ ਇੰਟਰੋਡਿਊਸ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਉਹ ਐਜ਼ ਅ ਮੁਲਰ ਲੇਅਰ ਇਲੂਜਨ ਬਣਾਇਆ ਗਿਆ, ਕਿ ਉਹ ਇੱਕ ਇਲੂਜਨ ਦੇ ਤੌਰ ਤੇ ਹੀ ਉਸਦਾ ਐਰਰ ਬਣਾਇਆ ਗਿਆ ਪਰਸੈਪਸ਼ਨ ਦੇ ਵਿੱਚ। ਅੱਜ ਦਾ ਟੌਪਿਕ ਆਪਣਾ ਇੱਥੇ ਹੀ ਸਮਾਪਤ ਹੁੰਦਾ ਹੈ ਤੇ ਆਪਾਂ ਕੱਲ ਮਿਲਦੇ ਹਾਂ ਇੱਕ ਨਵੇਂ ਟੌਪਿਕ ਦੇ ਨਾਲ, ਦੈਟ ਇਜ਼ ਲਰਨਿੰਗ। ਥੈਂਕ ਯੂ।